ਪ੍ਰੇਮ ਨਾਲ ਅੰਮ੍ਰਿਤਮਏ ਗੁਰਬਾਣੀ ਦੇ ਲੜੀਵਾਰ ਕਥਾ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟਿ ਇੰਦਰ ਇੰਦਰਾਣ ਸਾਹੇ ਸਾਹਾਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਣ ਕਹਿਤ ਤੈ ਸਰਬ ਨਾਮ ਕਥ ਕਵਨ ਕਰਮ ਨਾਮ ਬਰਨਤ ਸੁਮਤ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲੱਜਾ ਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਬਿਨਾਸੀ ਤਾਕੀ ਸੇਵ ਨਾ ਬਿਰਥੀ ਜਾਸੀ ਅਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕਾ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ
आप लेहो तुम कथा सुधारी हम ना सकत कर सिफत तुम्हारी आप लेहो तुम कथा सुधारी श्री वाहिगुरु साहिब जी। गौड़ी महल्ला पंजवा। तुझ बिन कवन रिझावै तू ही, तेरो रूप सगल देख मोही। तुझ बिन कवन रिझावै तू ही, तेरो रूप सगल देख मोही। रहाव सुरग पयाल मृत भू मंडल, सर्ब समानो एक ओही। सेव सेव करत सगल कर जोर है, सर्ब मया ठाकुर तेरे दोही। पतित पावन ठाकुर नाम तुमरा, सुखदाई निर्मल सीत लोही। ज्ञान ध्यान नानक वड्याई, संत तेरे स्यों गाल गलोही। पतित पावन ठाकुर नाम तुमरा, सुखदाई निर्मल सीत लोही। ज्ञान ध्यान नानक वड्याई, संत तेरे स्यों गाल गलोही। वाहिगुरु जी का खालसा वाहिगुरु जी की फतेह। परम सन्मान जोग गुरु गरीब निवाज परम पिता परमेश्वर अकाल पुरख वाहिगुरु जी दे सरगुण स्वरूप गुर परमेश्वर कलगीधर दशमेश पिता पंथ दे वाली अमृत के दाते चोजी प्रीतम शमशेर बहादुर पातशाह सिर पातशाह श्री गुरु गोबिंद सिंह सच्चे पातशाह जी महाराज ਸਰਬਤ ਜੀਵਾਂ ਦੇ ਉੱਪਰ ਦਇਆਲਤਾ ਕਿਰਪਾਲਤਾ ਮਿਹਰ ਦੀ ਨਦਰ ਕਰਦਿਆਂ ਆਪਣੇ ਪਾਵਨ ਸਤਜੁਗੀ ਤਪ ਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁਖ ਦੇ ਦਰਸ਼ਨ ਦੀਦਾਰ ਮੇਲੇ ਦਸਾਂ ਪਾਤਸ਼ਾਹੀਆਂ ਜੀ ਦੇ ਪਾਵਨ ਆਤਮਿਕ ਸਰੂਪ ਤਖਤ ਚਵਰ ਛਤਰ ਸਿੰਘਾਸਨ ਕੇ ਮਾਲਿਕ ਬਾਣੀ ਕੇ ਬੋਹਿਤ ਪ੍ਰਗਟ ਗੁਰਾਂ ਕੀ ਦੇਹ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸਤ ਸੰਗਤ ਰੂਪੀ ਗੋਦ ਬਖਸ਼ ਕਰਕੇ ਨਿਹਾਲ ਕਿਰਤਾਰਥ ਕਰ ਰਹੇ ਨੇ। ਸਤ ਸੰਗੀ ਜਨਾਂ ਨੇ ਵੱਡਿਆਂ ਭਾਗਾਂ ਵਾਲਿਆਂ ਨੇ ਸਤਿਗੁਰੂ ਜੀ ਦੇ ਪ੍ਰੇਮ ਵਾਲਿਆਂ ਤੇ ਨੇਮ ਵਾਲਿਆਂ ਨੇ ਦੂਰੋਂ ਨੇੜਿਓਂ ਚੱਲ ਕੇ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੇ ਪਾਠ ਕੀਰਤਨ ਸ੍ਰੀ ਮੁਖਵਾਕ ਸਰਵਣ ਕਰਕੇ ਵੱਡੇ ਭਾਰੀ ਆਤਮਿਕ ਸੁਖ ਨੂੰ ਮਾਣਿਆ ਹੈ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਤਖਤ ਸਾਹਿਬ ਜੀ ਦੀ ਮਰਿਆਦਾ ਦੇ ਅਨੁਸਾਰ ਵਕਤ ਹੈ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਨੂੰ ਸਰਵਣ ਕਰਨੇ ਦਾ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਗੁਰਬਾਣੀ ਦੇ ਅਰਥਾਂ ਦੀ ਵਿਚਾਰ ਰਾਹੀਂ ਹਰ ਜਸ ਸਰਵਣ ਕਰਨਾ ਕਰੀਏ। ਮੁਖ ਦੀ ਪਵਿੱਤਰਤਾ ਤੇ ਹਿਰਦੇ ਦੀ ਇਕਾਗਰਤਾ ਦੇ ਵਾਸਤੇ ਪਿਆਰ ਦੇ ਨਾਲ ਸਤਿਗੁਰੂ ਜੀ ਦਾ ਨਾਮ ਉਚਾਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਗਰੀਬ ਨਿਵਾਜ ਪਰਉਪਕਾਰੀ ਧੀਰਜ ਧਾਰੀ, ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਅੰਮ੍ਰਿਤ ਉਪਦੇਸ਼ ਦੇ ਦਾਤਾ, ਹਾਲਤ ਪਲਤ ਰੱਖਿਅਕ ਪ੍ਰਤੱਖ ਹਰ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀਆਂ ਮੁਬਾਰਕ ਚਰਨ ਕਮਲਾਂ ਵਿਖੇ ਆਏ ਹੋਏ ਜਗਿਆਸੂ ਜਨ ਬੇਨਤੀ ਕਰ ਰਹੇ ਨੇ। ਜਿਵੇਂ ਸਾਧ ਸੰਗਤ ਜੀ ਕੱਲ ਦੀ ਕਥਾ ਵਿਚਾਰ ਵਿੱਚ ਸ਼ਰਵਣ ਕਰਨਾ ਕੀਤਾ ਸੀ, ਪਾਇਆ ਪਦ ਨਿਰਬਾਣੀ, ਕਿ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਵਾਹਿਗੁਰੂ ਜੀ ਦੇ ਨਾਮ ਨੂੰ ਜਪ ਕਰਕੇ ਗੁਰਮੁਖਾਂ ਨੇ ਨਿਰਪਾਣ ਪਦ ਨੂੰ ਪਾਇਆ ਹੈ, ਨਿਰਬੰਧ ਪਦਵੀ ਨੂੰ ਪਾਇਆ ਹੈ। ਇਹ ਨਿਰਬੰਧ ਪਦਵੀ ਐਸੀ ਹੁੰਦੀ ਏ, ਨਾ ਇਥੇ ਮਾਇਆ ਦੇ ਬੰਧਨ, ਨਾ ਹੰਗਤਾ ਮਮਤਾ ਦੇ ਬੰਧਨ, ਨਾ ਹੀ ਇੰਦਰੀਆਂ ਦੇ ਵਿਕਾਰਾਂ ਦੇ ਬੰਧਨ, ਨਾ ਜੰਮਣ ਮਰਨ ਦੇ ਬੰਧਨ। ਬੰਧਨ ਤੋੜੈ ਹੋਵੈ ਮੁਕਤ, ਐਸੀ ਅਵਸਥਾ ਨੂੰ ਪ੍ਰਾਪਤ ਹੋਈਦਾ ਹੈ। ਤੇ ਇਸ ਪਦ ਦਾ ਨਾਮ ਨਿਰਵਾਣ ਪਦ ਹੈ। ਇਸੇ ਦਾ ਨਾਮ ਹੀ ਤੁਰਿਆ ਪਦ ਹੈ। ਇਸੇ ਦਾ ਹੀ ਨਾਮ ਚੌਥਾ ਪਦ ਹੈ। ਪਰਮ ਪਦ ਅਥਵਾ ਪਰਮਗਤ ਵੀ ਇਸੇ ਦਾ ਨਾਮ ਹੈ। ਚੌਥਾ ਪਦ ਤੋਂ ਭਾਵ ਹੈ ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਚੇ ਉੱਠ ਕਰਕੇ ਚੌਥੇ ਪਦ ਵਿੱਚ ਪਹੁੰਚਣਾ। ਰਜੋ ਗੁਣ, ਤਮੋ ਗੁਣ, ਸਤੋ ਗੁਣ ਤੋਂ ਬਿਰਤੀ ਨੂੰ ਉੱਪਰ ਲੈ ਜਾਣਾ। ਤੇ ਫਿਰ ਜੋ ਚੌਥੀ ਗਿਆਨ ਦੀ ਭੂਮਿਕਾ ਹੈ, ਭਾਵ ਤੁਰਿਆ ਪਦ ਬ੍ਰਹਮ ਗਿਆਨ ਹੈ, ਤਿਸ ਦੇ ਵਿੱਚ ਅਭੇਦਤਾ ਪ੍ਰਾਪਤ ਕਰਨੀ, ਤੇ ਇਸ ਨੂੰ ਨਿਰਵਾਣ ਪਦ ਕਿਹਾ ਜਾਂਦਾ ਹੈ। ਨਿਰਵਾਣ, ਨਿਰਬੰਧ, ਜਿਸ ਨੂੰ ਕਿਸੇ ਪ੍ਰਕਾਰ ਦਾ ਕੋਈ ਬੰਧਨ ਨਾ ਹੋਵੇ, ਕਿਸੇ ਪ੍ਰਕਾਰ ਦੀ ਮੋਹ ਮਮਤਾ ਅਥਵਾ ਮਾਇਆ ਨਾ ਹੋਵੇ, ਜਿਹੜਾ ਹਲਤ ਪਲਤ ਦੇ ਵਿੱਚ ਲੋਕ ਪਰਲੋਕ ਦੇ ਵਿੱਚ ਮੁਕਤ ਸਰੂਪ ਹੋਵੇ, ਸੋ ਕਹੀਏ ਨਿਰਵਾਣ ਪਦ। ਤੇ ਸਤਿਗੁਰੂ ਜੀ ਦੇ ਪਾਸ ਗੁਰਸਿੱਖਾਂ ਨੇ ਅਰਜ਼ ਗੁਜ਼ਾਰੀ ਹੈ, ਸੱਚੇ ਪਾਤਸ਼ਾਹ ਜਿਹੜੇ ਆਪ ਜੀ ਦੇ ਗੁਰਸਿੱਖ ਨਿਰਵਾਣ ਪਦ ਨੂੰ ਪ੍ਰਾਪਤ ਕਰ ਲੈਂਦੇ ਨੇ, ਉੱਚੀ ਆਤਮਿਕ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਨੇ। ਗਰੀਬ ਨਿਵਾਜ ਜਿਵੇਂ ਦੁਨੀਆ ਦੇ ਕਿਸੇ ਪਦਾਰਥ ਦੀ ਪ੍ਰਾਪਤੀ ਕਰ ਲਈਏ ਤੇ ਆਪਣੇ ਆਪ ਤੇ ਬੜਾ ਫਖਰ ਮਹਿਸੂਸ ਹੁੰਦਾ ਹੈ ਕਿ ਮੈਂ ਫਲਾਣੇ ਪਦਾਰਥ ਨੂੰ ਪ੍ਰਾਪਤ ਕਰ ਲਿਆ ਹੈ, ਜਾਂ ਮੈਂ ਇਤਨਾ ਧਨ ਪ੍ਰਾਪਤ ਕਰ ਲਿਆ, ਮੈਂ ਇਤਨੀ ਤਰੱਕੀ ਕਰ ਲਈਏ, ਇਤਨੀ ਵਡਿਆਈ ਪ੍ਰਾਪਤ ਕਰ ਲਈਏ। ਦੁਨੀਆ ਦੇ ਅੰਦਰ ਕੋਈ ਅਹੁਦਾ ਪ੍ਰਾਪਤ ਕਰ ਲਿਆ ਜਾਵੇ ਤੇ ਬੜਾ ਫਖਰ, ਬੜਾ ਮਾਣ ਮਹਿਸੂਸ ਹੁੰਦਾ ਕਿ ਮੈਂ ਕਿਸੇ ਉੱਚੇ ਮੁਰਾਤਬੇ ਦੇ ਪਹੁੰਚਿਆ ਹਾਂ, ਮੈਂ ਹੁਕਮ ਚਲਾਉਣ ਵਾਲਾ ਹੋਇਆ ਹਾਂ। ਤੇ ਸੱਚੇ ਪਾਤਸ਼ਾਹ ਨਿਰਵਾਣ ਪਦ ਤਾਂ ਬਹੁਤ ਵੱਡੀ ਦਾਤ ਹੈ। ਪਰਮਾਤਮਾ ਜੀ ਨੂੰ ਪਾਲ ਲੈਣਾ ਕੋਈ ਛੋਟੀ ਗੱਲ ਥੋੜੀ ਹੈ। ਦੁਨੀਆ ਦਾ ਇੱਕ ਅਹੁਦਾ, ਇੱਕ ਰੁਤਬਾ ਪ੍ਰਾਪਤ ਕਰਨਾ ਹੀ ਬੜੀ ਵੱਡੀ ਗੱਲ ਮੰਨੀ ਜਾਂਦੀ ਹੈ। ਪਰ ਸਾਰੇ ਅਹੁਦੇ ਜਿਸ ਦੇ ਚਰਨਾਂ ਦੇ ਅਧੀਨ ਨੇ, ਜਿਸ ਦੇ ਹੁਕਮ ਦੇ ਅਧੀਨ ਨੇ, ਕਰੋੜਾਂ ਬ੍ਰਹਿਮੰਡ ਤੇ ਕਰੋੜਾਂ ਬ੍ਰਹਿਮੰਡਾਂ ਦੇ ਸਾਰੇ ਰੁਤਬੇ ਮੁਰਾਤਬੇ ਜਿਸ ਵਾਹਿਗੁਰੂ ਜੀ ਦੇ ਅਧੀਨ ਨੇ, ਉਹਨਾਂ ਸਾਰਿਆਂ ਮੁਰਾਤਬਿਆਂ ਦੇ ਮਾਲਕ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲੈਣਾ ਤੇ ਅਤਿਅੰਤ ਵੱਡੀ ਬਾਤ ਹੈ। ਅਤਿਅੰਤ ਕਠਿਨ ਕਾਰਜ ਹੈ, ਬਹੁਤ ਵਿਸ਼ਾਲ ਕਾਰਜ ਹੈ ਇਹ ਵਾਹਿਗੁਰੂ ਜੀ ਦੀ ਪ੍ਰਾਪਤੀ ਕਰਨੀ। ਤੇ ਗਰੀਬ ਨਿਵਾਜ ਸਾਹਿਬ ਜੀ ਜਦੋਂ ਫਿਰ ਸਿਮਰਨ ਭਜਨ ਬੰਦਗੀ ਕਰਨ ਵਾਲੇ, ਸਤ ਸੰਗਤ ਕਰਨ ਵਾਲੇ, ਨਾਮ ਦੇ ਰਸੀਏ ਵਾਹਿਗੁਰੂ ਜੀ ਦੀ ਪ੍ਰਾਪਤੀ ਕਰ ਲੈਂਦੇ ਨੇ, ਫਿਰ ਉਹਨਾਂ ਨੂੰ ਵੀ ਆਪਣੇ ਆਪ ਤੇ ਮਾਣ ਹੁੰਦਾ ਹੋਵੇਗਾ ਕਿ ਜਿਸ ਵਾਹਿਗੁਰੂ ਜੀ ਤੱਕ ਪੈਗੰਬਰ ਨਹੀਂ ਪਹੁੰਚ ਸਕੇ, ਦੇਵੀਆਂ ਦੇਵਤੇ ਜਿਸ ਵਾਹਿਗੁਰੂ ਜੀ ਦੀ ਪ੍ਰਾਪਤੀ ਤੋਂ ਵਾਂਝੇ ਰਹਿ ਗਏ, ਉਸ ਵਾਹਿਗੁਰੂ ਜੀ ਨੂੰ ਅਸਾਂ ਨੇ ਪ੍ਰਾਪਤ ਕਰ ਲਿਆ। ਇਸ ਪ੍ਰਕਾਰ ਆਪਣੇ ਆਪ ਤੇ ਫਖਰ ਤਾਂ ਫਿਰ ਉਹ ਵੀ ਕਰਦੇ ਹੋਣਗੇ, ਮਾਣ ਤੇ ਮਹਿਸੂਸ ਹੁੰਦਾ ਹੋਵੇਗਾ ਨਾ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਤਿੰਨਾਂ ਜਗਿਆਸੂਆਂ ਦੇ ਭਰਮ ਦੀ ਨਿਵਰਤੀ ਵਾਸਤੇ ਗੌੜੀ ਰਾਗ ਦੇ ਅੰਦਰ ਪਾਵਨ ਉਪਦੇਸ਼ ਬਖਸ਼ਿਸ਼ ਕਰਨਾ ਕਰਦੇ ਹਨ ਜੀ। ਤੁਝ ਬਿਨ ਕਵਨ ਰਿਝਾਵੈ ਤੂ ਹੀ। ਸਾਹਿਬ ਜੀ ਫਰਮਾਨ ਕਰਦੇ ਨੇ, ਨਹੀਂ ਭਲਿਓ, ਜਿਹੜੇ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਲੇ ਹੁੰਦੇ ਨੇ ਨਾ, ਉਹ ਕਿਸੇ ਪ੍ਰਕਾਰ ਆਪਣੇ ਤੇ, ਆਪਣੀ ਸਾਧਨਾ ਤੇ, ਆਪਣੇ ਯਤਨਾਂ ਤੇ, ਆਪਣੀ ਬੰਦਗੀ ਤੇ, ਕੀਤੀ ਹੋਈ ਭਗਤੀ ਤੇ ਕੀਤੀ ਹੋਈ ਸੇਵਾ ਤੇ ਕਦੇ ਮਾਣ ਨਹੀਂ ਕਰਦੇ। ਉਹ ਤੇ ਸਦਾ ਨਿਮਰਤਾ ਪੂਰਵਕ ਹੋ ਕਰਕੇ ਬੇਨਤੀਆਂ ਕਰਨਾ ਕਰਦੇ ਨੇ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਇਹ ਨਿਕੰਮਾ ਸਰੀਰ ਤਾਂ
ਕਿਸੇ ਕਾਬਲ ਨਹੀਂ ਸੀ, ਕਿਸੇ ਯੋਗ ਨਹੀਂ ਸੀ, ਕੋਈ ਯੋਗਤਾ ਨਹੀਂ ਸੀ ਰੱਖਦਾ, ਪਰ ਤੁਸਾਂ ਨੇ ਕਿਰਪਾ ਕਰਕੇ ਇਹ ਸੇਵਾ ਲੈ ਲਈਏ। ਮਹਾਰਾਜ ਮੇਰੇ ਵਿੱਚ ਤਾਂ ਇਤਨਾ ਬਲ ਨਹੀਂ ਸੀ ਕਿ 2 ਪ੍ਰਸ਼ਾਦਿਆਂ ਜੋਗੀ ਕਮਾਈ ਕਰ ਲਵਾਂ। ਜੇਕਰ ਨਾਮ ਦਾ ਅਭਿਆਸ ਕਰਵਾ ਲਿਆ, ਕਮਾਈ ਕਰਾ ਲਈ, ਤੇ ਸੱਚੇ ਪਾਤਸ਼ਾਹ ਇਹ ਤੁਹਾਡੀ ਨਜ਼ਰ ਹੈ, ਤੁਹਾਡੀ ਮਿਹਰ ਹੈ, ਤੁਹਾਡਾ ਤਰਸ ਹੈ ਇਸ ਨਿਮਾਣੇ ਜੀਵ ਦੇ ਉੱਪਰ, ਇਹਦੇ ਵਿੱਚ ਮੇਰਾ ਕੋਈ ਬਲ ਨਹੀਂ। ਉਹ ਗੁਰਮੁਖ ਪਿਆਰੇ ਜਦੋਂ ਮਾਣ ਕਰਦੇ ਨੇ ਤੇ ਮਾਣ ਵੀ ਆਪਣੇ ਵਾਹਿਗੁਰੂ ਜੀ ਤੇ ਹੀ ਕਰਦੇ ਨੇ, ਆਪਣੇ ਖੁਦ ਤੇ ਨਹੀਂ ਕਰਦੇ। ਮਾਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ ਹਾਰੇ। ਸਦਾ ਹਿਰਦੇ ਦੇ ਵਿੱਚੋਂ ਨਿਮਰਤਾ ਦੇ ਨਾਲ ਇਸ ਪ੍ਰਕਾਰ ਬੇਨਤੀਆਂ ਕਰਦੇ ਹੋਏ ਜੁੜੇ ਰਹਿੰਦੇ ਨੇ। ਤੁਝ ਬਿਨ ਕਵਨ ਰਿਝਾਵੈ ਤੋਹੀ, ਹੇ ਪ੍ਰਭੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡੀ ਕਿਰਪਾ ਤੋਂ ਬਿਨਾਂ ਤੁਹਾਨੂੰ ਕੌਣ ਰਿਝਾ ਸਕਦਾ ਹੈ? ਕਿਹਦੇ ਵਿੱਚ ਇਤਨਾ ਬਲ ਹੈ ਜਿਹੜਾ ਤੁਹਾਨੂੰ ਪ੍ਰਸੰਨ ਕਰ ਲਵੇ? ਨਾ ਤੂੰ ਆਵ ਹੈ ਵਸ ਧਰਤੀ ਧਾਈਐ, ਨਾ ਤੂੰ ਆਵ ਹੈ ਵਸ ਬਹੁਤਾ ਦਾਨ ਦੇ। ਕੋਈ ਦਾਨ ਦਿੰਦਾ ਰਵੇ, ਧਰਤੀ ਵਿੱਚ ਗੁਫਾਵਾਂ ਪੁੱਟ ਕੇ ਵੜ ਜਾਵੇ, ਜਪ ਕਰਦਾ ਰਵੇ, ਤਪ ਕਰਦਾ ਰਵੇ, ਜੰਗਲਾਂ 'ਚ ਵਾਸਾ ਕਰ ਲਵੇ, ਪੁੱਠਾ ਖੂਹਾਂ ਦੇ ਵਿੱਚ ਲਟਕਦਾ ਰਵੇ, ਪਰ ਜੇ ਚਾਹਵੇ ਇਹਨਾਂ ਸਾਧਨਾਂ ਦੇ ਨਾਲ ਤੈਨੂੰ ਪ੍ਰਸੰਨ ਕਰਨਾ, ਤੇ ਵਾਹਿਗੁਰੂ ਜੀ ਤੁਸੀਂ ਐਵੇਂ ਪ੍ਰਸੰਨ ਥੋੜਾ ਨਾ ਹੁੰਦੇ ਹੋ। ਤੁਸੀਂ ਕਿਸੇ ਦੇ ਵਿੱਚ ਇਤਨਾ ਬਾਲੀ ਨਹੀਂ ਜਿਹੜਾ ਤੁਹਾਡੇ ਮਨ ਨੂੰ ਮੋਹ ਲਵੇ, ਜਿਹੜਾ ਤੁਹਾਨੂੰ ਪ੍ਰਸੰਨ ਕਰ ਲਵੇ। ਇਹ ਤਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਉੱਪਰ ਆਪ ਜੀ ਨਜ਼ਰ ਕਰ ਦਿੰਦੇ ਹੋ ਨਾ, ਤਰਸ ਕਰ ਦਿੰਦੇ ਹੋ, ਮਹਾਰਾਜ ਤਰਸ ਕਰਕੇ ਪ੍ਰਸੰਨ ਹੋ ਜਾਂਦੇ ਹੋ। ਜਦੋਂ ਤਰਸ ਕਰਕੇ ਆਪਣੀ ਕਿਰਪਾ ਕਰਦੇ ਹੋ, ਜੀਵ ਵਿਚਾਰਾ ਡੁੱਬਦਾ ਜਾਂਦਾ ਹੈ, ਇਹ ਪਤਾ ਨਹੀਂ ਕਿਤਨੇ ਚੱਕ ਜਨਮਾਂ ਦੇ ਦੁੱਖ ਭੋਗਦਾ ਭਟਕਦਾ ਫਿਰਦਾ, ਚਲੋ ਇਸ ਨੂੰ ਉਤਾਰ ਹੀ ਦਈਏ। ਜਦੋਂ ਆਪ ਜੀ ਤਰਸ ਕਰਦੇ ਹੋ, ਤਰਸ ਦੇ ਨਾਲ ਨਦਰ ਮਿਹਰ ਕਰਦੇ ਹੋ, ਤੇ ਆਪ ਜੀ ਦੀ ਮਿਹਰ ਦੁਆਰਾ ਹੀ ਜਿਹੜਾ ਜੀਵ ਹੈ ਆਪ ਜੀ ਦੀ ਪ੍ਰੇਮਾ ਭਗਤੀ ਕਰ ਪਾਉਂਦਾ, ਤੇ ਤਾਂ ਆਪ ਰੀਝਦੇ ਹੋ। ਮਹਾਰਾਜ ਤੁਝ ਬਿਨ, ਆਪ ਜੀ ਦੀ ਕਿਰਪਾ ਤੋਂ ਬਿਨਾ, ਆਪ ਜੀ ਦੀ ਸਵੱਲੀ ਨਜ਼ਰ ਤੋਂ ਬਿਨਾ, ਨਦਰ ਤੋਂ ਬਿਨਾ, ਆਪ ਜੀ ਦੇ ਅਨੁਗ੍ਰਹ ਕੀਤੇ ਤੋਂ ਬਿਨਾ ਕਵਨ ਰਿਝਾਵੈ ਤੋਹੀ, ਕੌਣ ਤੁਹਾਨੂੰ ਖੁਸ਼ ਕਰ ਸਕਦਾ ਹੈ? ਕਿਸੇ ਵਿੱਚ ਇੰਨਾ ਬਲ ਨਹੀਂ ਕਿ ਤੁਹਾਡੇ ਹਿਰਦੇ ਨੂੰ ਮੋਹ ਲਵੇ, ਤੁਹਾਨੂੰ ਪ੍ਰਸੰਨ ਕਰ ਲਵੇ। ਇਹ ਤੇ ਆਪ ਜੀ ਦੀ ਹੀ ਨਜ਼ਰ ਹੈ, ਗਰੀਬ ਜਾਣ ਕੇ ਪ੍ਰਸੰਨ ਹੋ ਜਾਂਦੇ ਹੋ। ਤੇਰੋ ਰੂਪ ਸਗਲ ਦੇਖ ਮੋਹੀ, ਤੇ ਸਿੱਖੋ ਉਹਨਾਂ ਆਤਮ ਰਸੀਆਂ ਦੀ, ਆਤਮ ਗਿਆਨੀਆਂ ਦੀ ਹਿਰਦੇ ਦੀ ਐਸੀ ਅਵਸਥਾ ਹੁੰਦੀ ਏ, ਪ੍ਰਤੱਖ ਵੀ ਐਸੀ ਨਜ਼ਰ ਹੁੰਦੀ ਏ, ਬ੍ਰਹਮ ਨੇਸ਼ਟੀ ਬ੍ਰਹਮ ਸਰੋਤਰੀ ਹੁੰਦੇ ਨੇ। ਤੇਰੋ ਰੂਪ ਸਗਲ ਬੇਨਤੀਆਂ ਕਰਦੇ ਨੇ ਸੱਚੇ ਪਾਤਸ਼ਾਹ, ਇਹ ਸਗਲ ਜਿਤਨੀ ਲੋਕਾਈ, ਜਿਤਨੇ ਲੋਕ, ਜਿਤਨੀ ਸ੍ਰਿਸ਼ਟੀ ਨਜ਼ਰ ਆਉਂਦੀ ਹੈ ਨਾ, ਤੇਰੋ ਰੂਪ, ਇਹ ਸਾਰਾ ਤੇਰਾ ਹੀ ਰੂਪ ਹੈ। ਸਾਰੀ ਸ੍ਰਿਸ਼ਟੀ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੀ ਰੂਪ ਨੂੰ, ਜੋਤ ਨੂੰ ਨਿਹਾਰਦੇ ਨੇ, ਦੇਖਦੇ ਨੇ, ਤੇ ਬੇਨਤੀਆਂ ਕਰਦੇ ਨੇ ਦੇਖ ਮੋਹੀ। ਆਪ ਜੀ ਸਾਰੀ ਆਪਣੀ ਕਾਇਨਾਤ ਦੇ ਅੰਦਰ ਵਸੇ ਹੋ, ਆਪਣੀ ਕੁਦਰਤ ਦੇ ਅੰਦਰ ਵਸੇ ਹੋ। ਕੁਦਰਤ ਕਰਕੇ ਵਸਿਆ ਸੋਈ, ਆਪਣੀ ਕੁਦਰਤ ਸ਼ਕਤੀ ਦੇ ਨਾਲ ਹਰ ਇੱਕ ਜੀਵ ਦੇ ਅੰਦਰ ਸਾਖੀ ਚੇਤਨ ਹੋ ਕਰਕੇ ਵਸੇ ਹੋ। ਤੇ ਬੇਨਤੀਆਂ ਕਰਦੇ ਨੇ ਸੱਚੇ ਪਾਤਸ਼ਾਹ, ਹਰ ਕਿਸੇ ਦੇ ਅੰਦਰ ਆਪ ਜੀ ਦੀ ਜੋਤ ਦੇਖ ਕਰਕੇ ਸਾਡੀ ਜਿਹੜੀ ਬੁੱਧੀ ਹੈ ਇਹ ਮੋਹੀ ਮੋਹਿਤ ਹੋ ਗਈ ਹੈ ਆਪ ਜੀ ਦੇ ਉੱਪਰ। ਮਹਾਰਾਜ ਸਾਡੇ ਮਨ ਦੀ ਜਿਹੜੀ ਬਿਰਤੀ ਹੈ ਆਪ ਜੀ ਦੀ ਪ੍ਰੇਮਣ ਹੋ ਗਈ, ਆਪ ਜੀ ਦੇ ਉੱਪਰ ਮੋਹਤ ਹੋ ਗਈ ਹੈ। ਇਸੇ ਹੀ ਪ੍ਰਕਾਰ ਤੇਰੋ ਰੂਪ ਸਗਲ ਦੇਖ ਮੋਹੀ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਆਪ ਜੀ ਤਾਂ ਹੁਸਨੁਲ ਜਮਾਲ ਹੋ, ਸੋਹਣਿਆਂ ਤੋਂ ਸੋਹਣੇ ਹੋ। ਅਤ ਪ੍ਰੀਤਮ ਮਨ ਮੋਹਨਾ, ਘਟ ਸੋਹਨਾ, ਪ੍ਰਾਨ ਆਧਾਰਾ ਰਾਮ, ਸੁੰਦਰ ਸੋਭਾ ਲਾਲ ਗੋਪਾਲ ਦਇਆਲ ਕੀ, ਅਪਰ ਅਪਾਰਾ ਰਾਮ। ਅਤਿਅੰਤ ਸੁੰਦਰ ਹੋ, ਅਤ ਸੁੰਦਰ, ਅਤ ਪ੍ਰੀਤਮ ਮਨ ਮੋਹਨਾ, ਅਤਿਅੰਤ ਪ੍ਰੀਤਮ ਪ੍ਰਿਯਤਮ ਹੋ, ਪਿਆਰਿਆਂ ਤੋਂ ਪਿਆਰੇ ਹੋ। ਮਨ ਮੋਹਨਾ, ਹਿਰਦੇ ਨੂੰ, ਮਨ ਨੂੰ ਮੋਹ ਲੈਣ ਵਾਲੇ ਹੋ। ਘਟ ਸੋਹਨਾ, ਹਿਰਦੇ ਦੇ ਅੰਦਰ ਆਪ ਜੀ ਦੀ ਜਿਹੜੀ ਜੋਤ ਹੈ ਉਹ ਸੋਹਣਾ ਸੋਭ ਨਹੀਂ ਹੈ, ਸੋਭ ਰਹੀ ਹੈ। ਘਟ ਨਾਮ ਹਿਰਦੇ ਦਾ, ਘਟ ਨਾਮ ਸਰੀਰਾਂ ਦਾ। ਮਹਾਰਾਜ ਜੀ ਸਾਰਿਆਂ ਸਰੀਰਾਂ ਦੇ ਅੰਦਰ ਆਪ ਜੀ ਦੀ ਜਿਹੜੀ ਜੋਤ ਹੈ ਉਹ ਸੋਭ ਰਹੀ ਹੈ। ਪ੍ਰਾਨ ਆਧਾਰਾ ਰਾਮ, ਸੱਚੇ ਪਾਤਸ਼ਾਹ ਆਪ ਜੀ ਸਾਡੇ ਪ੍ਰਾਣਾਂ ਦੇ ਆਸਰਾ ਰੂਪ ਹੋ। ਸਾਡੇ ਸਵਾਸ ਆਪ ਜੀ ਦੇ ਆਸਰੇ ਚੱਲਦੇ ਨੇ। ਸਾਡੀ ਜਿੰਦ ਜਾਨ ਦਾ ਆਸਰਾ ਕੇਵਲ ਤਾਂ ਕੇਵਲ ਆਪ ਜੀ ਹੋ।
ਸੁੰਦਰ ਸੋਭਾ ਲਾਲ ਗੋਪਾਲ ਦਇਆਲ ਕੀ। हे ਪ੍ਰਿਥਵੀ ਪ੍ਰਤਪਾਲਕ ਦਇਆਲੂ ਪਰਮ ਪਿਤਾ ਪਰਮਾਤਮਾ ਜੀ, ਆਪ ਜੀ ਦੀ ਸੁੰਦਰ ਸੋਭਾ ਸਾਰੇ ਜਗਤਰ ਸੰਸਾਰ ਦੇ ਅੰਦਰ ਛਾਈ ਹੋਈ ਹੈ। ਅਪਰ ਅਪਾਰਾ ਰਾਮ, ਆਪ ਜੀ ਪਰੇ ਤੋਂ ਪਰੇ ਹੋ, ਅਪਰੰਪਰ ਹੋ, ਆਦ ਅੰਤ ਆਪ ਜੀ ਦਾ ਨਹੀਂ ਜਾਣਿਆ ਜਾਂਦਾ ਹੈ। ਤੇ ਐਸੇ ਜਿਹੜੇ ਸੋਹਣਿਆਂ ਤੋਂ ਸੋਹਣੇ ਅਤਿਅੰਤ ਸੁੰਦਰ ਸਰੂਪ ਵਾਲੇ ਪ੍ਰਮਾਤਮਾ ਜੀ ਨੇ ਨਾ, ਤਿੰਨਾਂ ਨੂੰ ਕੋਈ ਰੂਪ ਕਰਕੇ ਸੋਹਣਾ ਹੋਵੇ ਤੇ ਤਾਂ ਵੀ ਨਹੀਂ ਮੋਹ ਸਕਦਾ। ਦੁਨੀਆ ਦੇ ਅੰਦਰ ਕੇਵਲ ਤਾਂ ਕੇਵਲ ਸਰੀਰਾਂ ਦੇ ਰੂਪ ਰੰਗ ਦੇਖੇ ਜਾਂਦੇ ਨੇ, ਤੇ ਜਿਸ ਦਾ ਸੁੰਦਰ ਸਰੂਪ ਹੋਵੇ ਉਸ ਦੇ ਉੱਪਰ ਬਹੁਤ ਸਾਰੇ ਲੋਕ ਮੋਹਿਤ ਹੋ ਜਾਂਦੇ ਨੇ। ਤੇ ਗਰੀਬ ਨਿਵਾਜ ਸਾਹਿਬ ਜੀ ਫਰਮਾਨ ਕਰਨਾ ਕਰਦੇ ਨੇ ਕਿ ਜੇ ਕੋਈ ਚਾਹੇ ਕਿ ਮੈਂ ਸੁੰਦਰ ਸਰੂਪ ਵਾਲਾ ਹਾਂ, ਦੁਨੀਆਦਾਰੀ ਦੇ ਨੇਤਰ ਦੁਨਿਆਵੀ ਨੇਤਰ ਮੇਰਾ ਰੂਪ ਦੇਖ ਕਰਕੇ ਮੋਹੇ ਜਾਂਦੇ ਨੇ, ਤੇ ਪ੍ਰਮਾਤਮਾ ਜੀ ਨੂੰ ਰੂਪ ਦੇ ਬਲ ਦੇ ਨਾਲ ਮੋਹ ਲਵਾਂ। ਤੇ ਪ੍ਰਮਾਤਮਾ ਜੀ ਨੂੰ ਕੋਈ ਵੀ ਇਨਸਾਨ, ਕੋਈ ਵੀ ਜੀਵ ਆਪਣੇ ਰੂਪ ਦੇ ਬਲ ਦੇ ਨਾਲ ਨਹੀਂ ਮੋਹ ਸਕਦਾ, ਕਿਉਂਕਿ ਤੇਰੋ ਰੂਪ ਸਗਲ। ਜੇ ਕਿਸੇ ਦਾ ਸੁੰਦਰ ਸਰੂਪ ਹੀ ਹੈ ਤਾਂ ਉਹ ਵਾਹਿਗੁਰੂ ਜੀ ਦੀ ਜੋਤ ਕਰਕੇ ਹੈ। ਵਾਹਿਗੁਰੂ ਜੀ ਦਾ ਰੂਪ ਸਭਨਾਂ ਦੇ ਅੰਦਰ ਨਿਰਗੁਣ ਹੋ ਕਰਕੇ ਸਮਾਇਆ ਹੋਇਆ ਹੈ। ਦੇਖ ਮੋਹੀ, ਜਿਸ ਨੂੰ ਦੇਖ ਕਰਕੇ ਸ੍ਰਿਸ਼ਟੀ ਦੇ ਲੋਕਾਂ ਦੀ ਬੁੱਧੀ ਮੋਹੀ ਜਾਂਦੀ ਏ, ਪਰ ਵਾਹਿਗੁਰੂ ਜੀ ਆਪ ਜੀ ਸੁੰਦਰ ਸਰੂਪ ਦੇ ਅੰਦਰ ਸੋਹਣੇ ਸਰੀਰਾਂ ਦੇ ਉੱਪਰ ਵੀ ਨਹੀਂ ਰੀਝਦੇ ਹੋ, ਕਿਉਂਕਿ ਪਰਮ ਪਿਤਾ ਪਰਮਾਤਮਾ ਜੀ ਖਲ ਨਹੀਂ ਦੇਖਦੇ। ਉਹ ਚੰਮ ਦੇਖ ਕੇ ਨਹੀਂ ਰੀਝਦੇ ਕਿ ਕਿਸ ਦਾ ਸਾਵਲਾ ਏ, ਗੋਰਾ ਏ ਜਾਂ ਗੁਲਾਬੀ ਏ, ਕਿਸ ਦੇ ਚਿਹਰੇ ਦੀ ਆਭਾ ਪ੍ਰਫੁੱਲਤ ਏ, ਉਹ ਤੇ ਗੁਣ ਦੇਖਦੇ ਨੇ, ਹਿਰਦੇ ਦਾ ਪਿਆਰ ਦੇਖਦੇ ਨੇ। ਇਸ ਪ੍ਰਕਾਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜਿਸ ਦੇ ਉੱਤੇ ਆਪ ਜੀ ਨਦਰ ਕਰਦੇ ਹੋ, ਪ੍ਰੇਮਾ ਭਗਤੀ ਬਖਸ਼ਿਸ਼ ਕਰਨਾ ਕਰਦੇ ਹੋ, ਉਸੇ ਤੇ ਰੀਝਦੇ ਹੋ। ਹੋਰ ਕਿਸੇ ਪ੍ਰਕਾਰ ਦੇ ਸਾਧਨਾ ਦੇ ਨਾਲ ਤੇ ਸਰੀਰ ਦੇ ਸੋਹਣੇ ਰੂਪ ਦੇ ਉੱਪਰ ਵੀ ਆਪ ਲੋਭਿਤ ਨਹੀਂ ਹੁੰਦੇ ਹੋ, ਲੋਭਾਏਮਾਨ ਨਹੀਂ ਹੁੰਦੇ ਹੋ, ਮੋਹੇ ਨਹੀਂ ਜਾਂਦੇ ਹੋ। ਰਹਾਉ ਵਿਸਰਾਮ ਦੇ ਕਰਕੇ ਗਰੀਬ ਨਿਵਾਜ ਸਾਹਿਬ ਜੀ ਫਰਮਾਉਂਦੇ ਹਨ ਜੀ, ਸੁਰਗ ਭਿਆਲ ਮਿਰਤ ਭੂ ਮੰਡਲ। ਹੇ ਸਿੱਖੋ, ਜਿਨ੍ਹਾਂ ਨੇ ਪਾਇਆ ਪਦ ਨਿਰਬਾਣੀ ਐਸੇ ਆਤਮ ਗਿਆਨੀ ਨੇ ਨਾ, ਉਹਨਾਂ ਦਾ ਮਨ ਇਸ ਪ੍ਰਕਾਰ ਜਾਣਦਾ ਹੈ, ਇਸ ਪ੍ਰਕਾਰ ਮਨ ਦੇ ਅੰਦਰ ਜਾਣਦੇ ਨੇ, ਆਤਮ ਗਿਆਨ ਦੇ ਨਾਲ ਜਾਣਦੇ ਨੇ ਕਿ ਸੁਰਗ ਸਵਰਗ ਲੋਕ ਦੇ ਜਿਤਨੇ ਵੀ 33 ਕਰੋੜ ਦੇਵਤੇ ਬ੍ਰਹਮਾ ਦੇ ਸੰਕਲਪ ਨਾਲ ਪੈਦਾ ਹੋਏ ਨੇ। ਸਾਧ ਸੰਗਤ ਜੀ, ਦੇਵਤੇ ਦੋ ਪ੍ਰਕਾਰ ਦੇ ਮੰਨੇ ਜਾਂਦੇ ਨੇ। ਮੰਨਿਆ ਜਾਂਦਾ ਜਿਸ ਵੇਲੇ ਬ੍ਰਹਮਾ ਜੀ ਨੇ ਸੰਸਾਰ ਦੀ ਉਤਪਤੀ ਕੀਤੀ ਤੇ ਸੰਕਲਪ ਕੀਤਾ ਦੇਵਤੇ ਪੈਦਾ ਹੋਣ, ਤੇ 33 ਕਰੋੜ ਦੇਵਤਾ ਪੈਦਾ ਹੋ ਗਿਆ ਜਿਨ੍ਹਾਂ ਦਾ ਨਾਮ ਸੁਰ ਹੈ। ਜੇਕਰ ਸ਼ਾਸਤਰਾਂ ਨੂੰ ਪੜ੍ਹਨਾ ਕਰੀਏ ਤੇ ਉਹਨਾਂ ਦੇ ਵਿੱਚ ਬਚਨ ਆਉਂਦਾ ਹੈ ਕਿ ਜਿਹੜੇ ਸਵਰਗ ਦੇ ਦੇਵਤੇ ਨੇ ਉਹ ਸ਼ਰਾਬ ਵੀ ਪੀਂਦੇ ਨੇ, ਤੇ ਸੁਰਾ ਨਾਮ ਸ਼ਰਾਬ ਦਾ ਹੈ। ਪੰਡਿਤ ਰਾਮ ਤੀਰਥ ਦੰਡੀ ਸੰਨਿਆਸੀ ਜੀ ਲਿਖਣਾ ਕਰਦੇ ਨੇ ਕਿ ਸੁਰਾ ਪੀਣ ਦੇ ਕਾਰਨ, ਭਾਵ ਸ਼ਰਾਬ ਪੀਣ ਦੇ ਕਾਰਨ, ਉਹਨਾਂ ਨੂੰ ਸੁਰ ਕਿਹਾ ਜਾਂਦਾ ਹੈ। ਦੇਵਤਿਆਂ ਦੀ ਇੱਕ ਕਿਸਮ ਸੁਰ ਹੋ ਗਈ, ਤੇ ਦੂਸਰਾ ਜਿਨ੍ਹਾਂ ਨੂੰ ਦੇਵਤਾ ਹੀ ਕਿਹਾ ਜਾਂਦਾ। ਫਿਰ ਉਹ ਦੇਵਤੇ ਕੌਣ ਨੇ? ਜਿਹੜੇ ਧਰਤੀ ਦੇ ਉੱਪਰ ਸਰੀਰ ਧਾਰਨ ਕਰਕੇ ਪੁੰਨ ਕਰਮ ਕਰਦੇ ਨੇ, ਸ਼ੁਭ ਕਰਮ ਕਰਦੇ ਨੇ, ਤੇ ਸਵਰਗ ਲੋਕ ਦੀ ਤਿੰਨਾਂ ਨੂੰ ਪ੍ਰਾਪਤੀ ਹੁੰਦੀ ਹੈ, ਤਿੰਨਾਂ ਨੂੰ ਦੇਵਤਾ ਕਿਹਾ ਜਾਂਦਾ ਹੈ। ਇਸ ਪ੍ਰਕਾਰ ਕਰਮ ਕਮਾ ਕਰਕੇ ਸਵਰਗ ਲੋਕ ਵਿੱਚ ਪੁੱਜੇ ਹੋਏ ਦੇਵਤੇ ਤੇ ਬ੍ਰਹਮੇ ਦੇ ਸੰਕਲਪ ਦੇ ਨਾਲ ਪੈਦਾ ਹੋਏ 33 ਕਰੋੜ ਸੁਰ, ਜਿਨ੍ਹਾਂ ਨੂੰ ਵੀ ਦੇਵਤਾ ਹੀ ਕਿਹਾ ਜਾਂਦਾ ਹੈ। ਹਜ਼ੂਰ ਫਰਮਾਵਣਾ ਕਰਦੇ ਨੇ, ਉਹ ਸੁਰਗਾਂ ਦੇ ਵਾਸੀ ਸੁਰ ਅਤੇ ਦੇਵਤੇ ਭਿਆਲ, ਇਸੇ ਪ੍ਰਕਾਰ ਪਾਤਾਲ ਲੋਕ ਦੇ ਵਿੱਚ ਵਸਣੇ ਵਾਲੇ ਸਾਰੇ ਜਿਤਨੇ ਨਾਗ ਇਤਿਆਦਿਕ ਨੇ, ਤੇ ਮਿਰਤ ਮੌਤ ਦਾ ਲੋਕ ਕਹਿਣ ਤੋਂ ਭਾਵ ਜਮਪੁਰੀ, ਜਮਪੁਰੀ ਦੇ ਅੰਦਰ ਜਿਤਨੇ ਵੀ ਜਮ ਇਤਿਆਦਿਕ ਨੇ। ਇਸੇ ਪ੍ਰਕਾਰ ਮ੍ਰਿਤ ਮੰਡਲ ਸੰਸਾਰ ਇਸ ਧਰਤੀ ਦਾ ਨਾਮ ਹੈ, ਤੇ ਮ੍ਰਿਤ ਮੰਡਲ ਧਰਤੀ ਤੇ ਭੂ ਮੰਡਲ ਜਿਤਨਾ ਗੋਲਾਕਾਰ ਬ੍ਰਹਿਮੰਡ ਹੈ, ਤੇ ਇਸ ਨੂੰ ਕਿਹਾ ਜਾਂਦਾ ਭੂ ਮੰਡਲ। ਸਾਰੇ ਪ੍ਰਿਥਵੀ ਮੰਡਲ ਦੇ ਵਿੱਚ, ਧਰਤੀ ਦੇ ਉੱਪਰ, ਗੋਲਾਕਾਰ ਬ੍ਰਹਿਮੰਡ ਦੇ ਅੰਦਰ, ਮਿਰਤ ਲੋਕ ਵਿੱਚ, ਪਾਤਾਲ ਲੋਕ ਅਤੇ ਸਵਰਗ ਲੋਕ ਦੇ ਵਿੱਚ ਸਰਬ ਸਮਾਨੂ ਏਕ ਹੈ ਉਹੀ। ਪਿਆਰਿਓ, ਇੱਕ ਉਹੀ ਕੇਵਲ ਤਾਂ ਕੇਵਲ ਪ੍ਰਮਾਤਮਾ ਜੀ ਸਮਾਏ ਹੋਏ ਨੇ। ਪ੍ਰਮਾਤਮਾ ਜੀ ਹੀ ਸਾਰੇ ਲੋਕਾਂ ਦੇ ਵਿੱਚ ਵਸਦੇ ਨੇ। ਪ੍ਰਮਾਤਮਾ ਜੀ ਸਭਨਾਂ ਦੀ ਚੇਤਨ ਸੱਤਾ ਹੋ ਕਰਕੇ, ਸਾਖੀ ਚੇਤਨ ਹੋ ਕਰਕੇ ਸਵਰਗ ਲੋਕ ਦੇ ਵਾਸੀਆਂ ਦੇ ਅੰਦਰ ਵੀ, ਪ੍ਰਿਥਵੀ ਲੋਕ ਦੇ ਵਾਸੀਆਂ ਦੇ ਅੰਦਰ ਵੀ, ਨਾਗ ਲੋਕ ਦੇ ਵਾਸੀਆਂ ਦੇ ਅੰਦਰ ਵੀ, ਤੇ ਜਮਪੁਰੀ ਦੇ ਲੋਕ ਜਮ ਇਤਿਆਦਿਕਾਂ ਦੇ ਅੰਦਰ ਵੀ ਉਹੀ ਇੱਕ ਪ੍ਰਮਾਤਮਾ ਜੀ ਹੀ ਸਮਾਏ ਹੋਏ ਨੇ।
ਇਸ ਪ੍ਰਕਾਰ ਉਹ ਪਾਇਆ ਪਦ ਨਿਰਬਾਣੀ ਵਾਲੇ ਸਾਰੇ ਲੋਕਾਂ ਖੰਡਾਂ ਬ੍ਰਹਮੰਡਾਂ ਦੇ ਅੰਦਰ ਵਾਹਿਗੁਰੂ ਜੀ ਦੀ ਜੋਤ ਨੂੰ ਹੀ ਤੱਕਦੇ ਹਨ ਜੀ। ਸਿਵ ਸਿਵ ਕਰਤ ਸਗਲ ਕਰ ਜੋਰ ਹੈ। ਤੇ ਬੇਨਤੀਆਂ ਕਰਦੇ ਨੇ, ਇਹ ਗਰੀਬ ਨਿਵਾਜ ਅਕਾਲ ਪੁਰਖ ਜੀ, ਆਪ ਜੀ ਨੂੰ ਸੇਵ ਸੇਵ ਕਰਤ, ਸੇਵ ਦਾ ਭਾਵ ਹੈ ਕਲਿਆਣ ਸਰੂਪ। ਜਿਵੇਂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਬਚਨ ਨੇ ਨਾ, ਦੇਹ ਸਿਵਾ ਬਰ ਮੋਹ ਇਹ ਸ਼ੁਭ ਕਰਮਨ ਤੇ ਕਬਹੂ ਨਾ ਟਰੋਂ। ਤੇ ਕੁਝ ਭੋਲੇ ਲੋਕ ਤੇ ਕੁਝ ਭਰਮਾ ਦੇਣ ਵਾਲੇ, ਸੰਗਤਾਂ ਨੂੰ ਕਰਾਹੇ ਪਾਉਣ ਵਾਲੇ ਇਸ ਪ੍ਰਕਾਰ ਅਰਥ ਕਰ ਦਿੰਦੇ ਨੇ ਜੀ। ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ਼ਿਵ ਜੀ ਮਹਾਦੇਵ ਭੋਲੇ ਨਾਥ ਦੇ ਕੋਲੋਂ ਵਰ ਮੰਗਿਆ ਕਿ ਮਹਾਦੇਵ ਜੀ ਮੈਨੂੰ ਵਰ ਦੇਵੋ ਕਿ ਮੈਂ ਸ਼ੁਭ ਮਾਰਗ ਤੋਂ ਕਦੇ ਟਰਾਂ ਨਾ, ਟਲਾ ਨਾ, ਡੋਲਾ ਨਾ। ਪਰ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪ ਹੀ ਇਸ ਭਰਮ ਦਾ ਨਿਬੇੜਾ ਕਰ ਦਿੱਤਾ ਹੈ ਕਿ ਸੰਸਾਰ ਦੇ ਲੋਕੋ, ਅਸਲ ਦੇ ਵਿੱਚ ਜਿਸ ਨੂੰ ਤੁਸੀਂ ਸ਼ਿਵ ਜੀ ਕਹਿੰਦੇ ਹੋ ਉਹ ਸ਼ਿਵ ਜੀ ਹੈ ਹੀ ਨਹੀਂ, ਉਹ ਤੇ ਮਹਾਦੇਵ ਹੈ। ਤੇ ਜਿਹੜੇ ਭੋਲੇ ਲੋਕ ਨੇ, ਮਹਾਦੇਵ ਕਉ ਕਹਿਤ ਸਦਾ ਸ਼ਿਵ, ਮਹਾਦੇਵ ਨੂੰ ਹੀ ਸਦਾ ਸ਼ਿਵ ਭਾਵ ਕਲਿਆਣ ਸਰੂਪ ਮੰਨ ਬੈਠੇ ਨੇ। ਤੇ ਜਿਹੜਾ ਅਸਲ ਦੇ ਵਿੱਚ ਸਦਾ ਸ਼ਿਵ ਹੈ, ਨਿਰੰਕਾਰ ਹੈ, ਤੇ ਇਸ ਨਿਰੰਕਾਰ ਕਾ ਚੀਨਤ ਨਹਿ ਭੇਵ, ਉਸ ਨਿਰੰਕਾਰ ਜੀ ਦਾ, ਸਦਾ ਸ਼ਿਵ ਦਾ ਸੰਸਾਰ ਦੇ ਲੋਕ ਭੇਦ ਨਹੀਂ ਜਾਣਦੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਮਹਾਦੇਵ, ਭੋਲੇਨਾਥ ਇਤਿਆਦਿਕ ਤੋਂ, ਨੀਲਕੰਠ ਤੋਂ ਨਹੀਂ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਬਚਨ ਕਰਦਿਆਂ ਹੋਇਆਂ ਬੇਨਤੀ ਉਚਾਰਨਾ ਕੀਤੀ ਏ ਕਿ ਇਹ ਹਰੀ ਅਕਾਲ ਪੁਰਖ ਵਾਹਿਗੁਰੂ ਕਲਿਆਣ ਸਰੂਪ ਜੀ, ਸਾਨੂੰ ਇਹ ਵਰ ਦੇਣਾ ਕਰੋ ਕਿ ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਸ਼੍ਰੇਸ਼ਟ ਕਰਮਾਂ ਤੋਂ ਕਦੇ ਵੀ ਨਾ ਟਲੀਏ, ਸ਼੍ਰੇਸ਼ਟ ਕਰਮਾਂ ਦਾ ਰਸਤਾ ਕਦੇ ਛੱਡੀਏ ਹੀ ਨਾ। ਸੋ ਇੱਥੇ ਪਾਠ ਆਇਆ ਹੈ ਸੇਵ ਸੇਵ ਕਰਤ, ਸੇਵ ਦਾ ਭਾਵ ਆ ਕਲਿਆਣ ਸਰੂਪ। ਹੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਸਰਬਤ ਪ੍ਰਕਾਰ ਜੀਵਾਂ ਨੂੰ ਕਲਿਆਣ ਬਖਸ਼ਣੇ ਵਾਲੇ ਹੋ, ਮੁਕਤੀ ਦੇਣੇ ਵਾਲੇ ਹੋ। ਸੇਵ ਸੇਵ ਦੋ ਵਾਰ ਆਇਆ ਹੈ। ਸੰਸਾਰ ਦੇ ਬੰਧਨਾਂ ਤੋਂ ਹੀ ਮੁਕਤੀ ਦੇਣੇ ਵਾਲੇ ਹੋ, ਜੰਮਣ ਮਰਨ ਦੇ ਬੰਧਨਾਂ ਤੋਂ ਹੀ ਮੁਕਤੀ ਦੇਣ ਵਾਲੇ ਹੋ। ਕਰਤ ਸਗਲ ਕਰ ਜੋ ਰਹੇ, ਤੈਨੂੰ ਕਲਿਆਣ ਸਰੂਪ, ਕਲਿਆਣ ਸਰੂਪ, ਮੁਕਤੀ ਦਾਤਾ, ਮੁਕਤੀ ਦਾਤਾ ਕਹਿੰਦਿਆਂ ਹੋਇਆਂ ਪ੍ਰਮਾਤਮਾ ਜੀ ਸਾਰੇ ਹੀ ਤੁਹਾਡੇ ਅੱਗੇ ਕਰ ਜੋ ਰਹੇ, ਹੱਥ ਜੋੜਦੇ ਨੇ, ਹੱਥ ਜੋੜ ਜੋੜ ਕਰਕੇ ਤੁਹਾਡੇ ਚਰਨਾਂ ਵਿਖੇ ਅਰਜ਼ੋਈਆਂ ਕਰਦੇ ਹਨ ਜੀ। ਸਰਬ ਮਇਆ ਠਾਕੁਰ ਤੇਰੀ ਦੋਹੀ, ਤੇ ਬੇਨਤੀ ਕਰਦੇ ਨੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀਓ, ਸਰਬਤ ਜੀਵ, ਸਾਰੇ ਹੀ ਪ੍ਰਾਣੀ ਮਇਆ ਆਪ ਜੀ ਦੀ ਕਿਰਪਾ ਦ੍ਰਿਸ਼ਟੀ ਪ੍ਰਾਪਤ ਕਰਨ ਵਾਸਤੇ ਠਾਕੁਰ ਤੇਰੀ ਦੋਹੀ, ਠਾਕੁਰ ਜੀ ਆਪ ਜੀ ਦੇ ਨਾਮ ਦੀ ਦੁਹਾਈ ਪਾਉਂਦੇ ਨੇ, ਭਾਵ ਆਪ ਜੀ ਦਾ ਨਾਮ ਉਚਾਰਦੇ ਨੇ। ਸਰਬ ਮਾਇਆ, ਇਹ ਸਰਬਤ ਜੀਵਾਂ ਦੇ ਉੱਪਰ ਮਾਇਆ ਕਿਰਪਾਲਤਾ ਕਰਨ ਵਾਲੇ ਠਾਕੁਰ ਜੀ ਤੇਰੀ ਦੋਹੀ, ਆਪ ਜੀ ਦੀ ਹੁਕਮ ਰੂਪੀ ਦੁਹਾਈ ਸੰਸਾਰ ਦੇ ਅੰਦਰ ਫਿਰ ਰਹੀ ਹੈ। ਆਪ ਜੀ ਦੀ ਆਗਿਆ ਰੂਪੀ ਦੁਹਾਈ ਸਾਰੇ ਸੰਸਾਰ ਦੇ ਉੱਪਰ ਫਿਰ ਰਹੀ ਹੈ। ਕੋਈ ਵੀ ਆਪ ਜੀ ਦੀ ਆਗਿਆ ਤੋਂ ਬਾਹਰ ਨਹੀਂ, ਸਾਰੇ ਆਪ ਜੀ ਦੇ ਹੁਕਮ ਦੇ ਅੰਦਰ, ਭਾਣੇ ਦੇ ਅੰਦਰ, ਆਗਿਆ ਦੇ ਅੰਦਰ ਹੀ ਹਨ ਜੀ। ਪਤਿਤ ਪਾਵਨ ਠਾਕੁਰ ਨਾਮ ਤੁਮਰਾ, ਤੇ ਬੇਨਤੀਆਂ ਕਰਦੇ ਨੇ, ਇਹ ਠਾਕੁਰ ਜੀ ਜਿਹੜਾ ਤੁਮਰਾ ਆਪ ਜੀ ਦਾ ਨਾਮ ਹੈ ਨਾ, ਇਹ ਪਤਤਾਂ ਨੂੰ ਵੀ ਪਾਵਨ ਕਰਨ ਵਾਲਾ ਹੈ, ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਜਿਹੜੇ ਮਨਮੁਖਤਾਈ ਦੇ ਖੂਹ ਦੇ ਵਿੱਚ ਡਿੱਗੇ ਹੋਏ ਨੇ ਨਾ, ਜਿਹੜੇ ਵਿਸ਼ੇ ਵਿਕਾਰਾਂ ਦੇ ਨਾਲ ਲਿਬੜੇ ਹੋਏ ਨੇ, ਤਨ ਕਰਕੇ ਵੀ ਤੇ ਮਨ ਕਰਕੇ ਵੀ, ਮਹਾਰਾਜ ਜੀ ਆਪ ਜੀ ਦਾ ਨਾਮ ਐਸਾ ਪਾਵਨ ਹੈ, ਉਹਨਾਂ ਪਤਤਾਂ ਨੂੰ ਵੀ ਪਾਵਨ ਕਰ ਦਿੰਦਾ ਹੈ, ਪਵਿੱਤਰ ਕਰ ਦਿੰਦਾ ਹੈ। ਆਪ ਜੀ ਦਾ ਨਾਮ ਜਪ ਕਰਕੇ ਵੇਸਵਾ ਵੀ ਭਗਤਨੀਆਂ ਬਣ ਜਾਂਦੀਆਂ ਨੇ। ਇੱਕ ਸਾਧੂ ਮਹਾਤਮਾ ਜੰਗਲ ਦੇ ਵਿੱਚ ਕੁਟਿਆ ਏ ਤੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਬ੍ਰਹਮ ਵਿਦਿਆ ਪੜ੍ਹਾਉਂਦੇ ਨੇ। ਤੇ ਮਹਾਤਮਾ ਨੇ ਜਦੋਂ ਸ਼ਹਿਰ ਦੇ ਵਿੱਚ ਜਾਣਾ ਸੈਰ ਕਰਨ ਵਾਸਤੇ ਅਥਵਾ ਕਿਸੇ ਕੰਮਕਾਰ ਵਾਸਤੇ, ਤੇ ਸ਼ਹਿਰ ਦੇ ਵਿੱਚ ਬੜੇ ਚੰਚਲ ਮਨ ਵਾਲੀ ਪਰ ਸੁੰਦਰ ਸਰੂਪ ਵਾਲੀ ਵੇਸਵਾ ਏ, ਤੇ ਉਸਨੇ ਹਮੇਸ਼ਾ ਤਾਨਾ ਮਾਰਨਾ। ਮਹਾਤਮਾ ਨੂੰ ਇਹ ਗੱਲ ਕਹਿਣੀ, ਮਹਾਤਮਾ ਜੀ ਤੁਹਾਡੀ ਦਾੜੀ ਚੰਗੀ ਏ ਜਾਂ ਮੇਰੇ ਕੁੱਤੇ ਦੀ ਪੂਛ ਚੰਗੀ ਏ? ਤੁਹਾਡੀ ਦਾੜੀ ਦੇ ਵਾਲ ਬੜੇ ਸ਼ੋਭਦੇ ਨੇ ਤੇ ਮੇਰੇ ਕੁੱਤੇ ਦੀ ਪੂਛ ਤੇ ਵੀ ਬੜੇ ਲੰਬੇ ਲੰਬੇ ਵਾਲ ਸ਼ੋਭਦੇ ਨੇ, ਤੇ ਤੁਸੀਂ ਦੱਸੋ ਕਿ ਤੁਹਾਡੀ ਦਾੜੀ ਚੰਗੀ ਏ ਜਾਂ ਮੇਰੇ ਕੁੱਤੇ ਦੀ ਪੂਛ ਚੰਗੀ ਏ? ਮਹਾਤਮਾ ਨੇ ਸਦਾ ਚੁੱਪ ਰਹਿਣਾ, ਕਦੇ ਅੱਗੋਂ ਜਵਾਬ ਨਾ ਦੇਣਾ। ਕਈ ਵਾਰ ਆਪ ਜੀ ਦੇ ਸੇਵਕਾਂ ਨੇ ਅਥਵਾ ਵਿਦਿਆਰਥੀਆਂ ਨੇ ਬੜਾ ਖਿਜਣਾ
ਮਹਾਤਮਾ ਜੀ ਇਹ ਤੁਸਾਂ ਕੁਛ ਨਹੀਂ ਕਹਿਣਾ ਤੇ ਫਿਰ ਸਾਨੂੰ ਆਗਿਆ ਦੇਵੋ, ਅਸੀਂ ਇਸ ਨੂੰ ਚੰਗੀ ਤਰ੍ਹਾਂ ਸਬਕ ਸਿਖਾਈਏ। ਪਰ ਮਹਾਤਮਾ ਨੇ ਹੱਸ ਕੇ ਕਹਿਣਾ, ਭਲਿਓ ਉਹਦੇ ਤੇ ਕਾਹਦਾ ਰੋਸ ਕਰਨਾ, ਉਸ ਦੀ ਮੱਤ ਹੀ ਇੰਨੀ ਕੁ ਹੈ, ਉਹਦੇ ਉੱਪਰ ਗੁੱਸਾ ਨਾ ਕਰੋ, ਉਹਦੇ ਤੇ ਤਰਸ ਕਰੋ, ਤਰਸ। ਕਿੱਡੀ ਥੋੜੀ ਮੱਤ ਹੈ, ਵਾਹਿਗੁਰੂ ਜੀ ਵੱਲੋਂ ਸ੍ਰੇਸ਼ਟ ਮੱਤ ਦੀ ਬਖਸ਼ਿਸ਼ ਹੀ ਨਹੀਂ ਹੋਈ ਇਸ ਦੇ ਉੱਪਰ। ਤਰਸ ਕਰਨਾ ਚਾਹੀਦਾ ਐਸੇ ਲੋਕਾਂ ਤੇ। ਮਹਾਤਮਾ ਨੇ ਆਪਣੇ ਸੇਵਾਦਾਰਾਂ ਦਾ ਗੁੱਸਾ ਠੰਡਾ ਕਰ ਦੇਣਾ ਤੇ ਜਿਹੜਾ ਸਮਾਂ ਸਾਰਿਆਂ ਤੇ ਆਉਂਦਾ ਨਾ, ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਏ ਨਾ ਬੰਧੈ ਧੀਰ, ਮੌਤ ਨੇ ਕਾਬੂ ਪਾਉਣਾ ਆਖਰ ਪਰ ਉਪਕਾਰੀ ਤੇ, ਸਭ ਨੂੰ ਜਾਣਾ ਪੈਂਦਾ ਆਪੋ ਆਪਣੀ ਵਾਰੀ ਤੇ। ਚਾਹੇ ਕੋਈ ਪਾਪੀ ਹੈ, ਚਾਹੇ ਕੋਈ ਪੁੰਨੀ ਹੈ, ਚਾਹੇ ਕੋਈ ਦੁਸ਼ਟ ਆਤਮਾ ਹੈ ਤੇ ਚਾਹੇ ਕੋਈ ਧਰਮਾਤਮਾ ਹੈ, ਪਰ ਜਿਨ ਕੀ ਚੀਰੀ ਦਰਗ ਹੈ ਪਾਟੀ, ਤਿੰਨਾ ਮਰਨਾ ਭਾਈ। ਦਰਗਾਹ ਦੇ ਵਿੱਚੋਂ ਜਦੋਂ ਫਰਮਾਨ ਆ ਗਿਆ ਤੇ ਆਪੋ ਆਪਣੀ ਵਾਰੀ ਮੁਤਾਬਕ ਸਭਨਾਂ ਨੇ ਜਾਣਾ ਹੈ। ਮਹਾਤਮਾ ਦੇ ਸਰੀਰ ਦੇ ਅੰਤ ਹੋਣ ਦਾ, ਸਰੀਰ ਸ਼ਾਂਤ ਹੋਣ ਦਾ ਸਮਾਂ ਆ ਗਿਆ ਤੇ ਸਾਰੇ ਚੇਲੇ ਕਹਿੰਦੇ ਨੇ, ਸੇਵਕ ਕਹਿੰਦੇ ਨੇ, ਮਹਾਤਮਾ ਜੀ ਸਾਨੂੰ ਕੋਈ ਸ਼ੁਭ ਸਿੱਖਿਆ ਦੇ ਦੇਵੋ ਜਿਹੜੀ ਜ਼ਿੰਦਗੀ ਭਰ ਸਾਡੇ ਕੰਮ ਆਵੇ। ਤੇ ਮਹਾਤਮਾ ਨੇ ਬਚਨ ਕੀਤਾ, ਕਹਿੰਦੇ ਪੁੱਤਰੋ ਜਾਓ ਜਾ ਕੇ ਉਸ ਬੀਬੀ ਨੂੰ, ਉਸ ਵੇਸਵਾ ਨੂੰ ਸੱਦ ਕੇ ਲਿਆਓ। ਜਿਹੜੇ ਤੇ ਭਾਵਨਾ ਵਾਲੇ ਸੀ ਹੁਕਮ ਮੰਨਿਆ ਤੇ ਤੁਰ ਪਏ, ਤੇ ਜਿਨ੍ਹਾਂ ਦੇ ਹਿਰਦੇ ਵਿੱਚ ਕੁਝ ਕਚਿਆਈ ਸੀ ਸ਼ੰਕੇ ਕਰਨ ਲੱਗੇ। ਕਹਿੰਦੇ ਦੇਖੋ ਮਹਾਤਮਾ ਦੀ ਮੱਤ ਮਾਰੀ ਗਈ ਹੈ, ਸਾਰੀ ਜ਼ਿੰਦਗੀ ਕਿਤਨੀ ਚੜ੍ਹਦੀ ਕਲਾ ਦੇ ਨਾਲ ਬਤੀਤ ਕੀਤੀ, ਕਦੇ ਵਿਸ਼ੇ ਵਿਕਾਰ ਲੇਸ ਮਾਤਰ ਵੀ ਮਨ ਨੂੰ ਲੱਗਣ ਨਾ ਦਿੱਤੇ, ਤੇ ਹੁਣ ਸਰੀਰ ਦਾ ਅੰਤ ਸਮਾਂ ਆਇਆ ਤੇ ਹੁਣ ਵੇਸਵਾ ਚੇਤੇ ਆ ਗਈ ਹੈ। ਮਹਾਤਮਾ ਕਹਿਣ ਲੱਗੇ, ਭਲਿਓ ਸ਼ੰਕੇ ਨਹੀਂ ਕਰੀਦੇ, ਹੁਕਮ ਦੀ ਸੇਵਾ ਹੁੰਦੀ ਹੈ, ਹੁਕਮ ਮੰਨੀਦਾ ਹੈ। ਸੇਵਾਦਾਰ ਗਏ ਨੇ ਤੇ ਬੀਬੀ ਨੂੰ ਬੁਲਾ ਕਰਕੇ ਲੈ ਆਏ ਤੇ ਮਹਾਤਮਾ ਨੇ ਪੁੱਛਣਾ ਕੀਤਾ, ਜਿਹੜਾ ਸਵਾਲ ਤੂੰ ਸਾਨੂੰ ਰੋਜ਼ ਕਰਦੀ ਸਾ ਨਾ, ਅੱਜ ਸਾਨੂੰ ਉਹ ਸਵਾਲ ਕਰ, ਅੱਜ ਤੇਰੇ ਸਵਾਲ ਦਾ ਜਵਾਬ ਦੇਵਾਂਗੇ। ਤੋ ਉਸ ਵੇਸਵਾ ਨੇ, ਉਸ ਬੀਬੀ ਨੇ ਕਹਿਣਾ ਕੀਤਾ, ਮਹਾਤਮਾ ਜੀ ਸਵਾਲ ਤੇ ਉਹੀ ਹੋਈ ਹੈ ਜਿਹੜਾ ਰੋਜ਼ ਪੁੱਛਦੀ ਸੀ। ਮੇਰਾ ਸਵਾਲ ਇਹ ਹੈ, ਤੁਹਾਡੀ ਦਾੜੀ ਚੰਗੀ ਹੈ ਜਾਂ ਮੇਰੇ ਕੁੱਤੇ ਦੀ ਪੂਛ ਚੰਗੀ ਹੈ? ਤੇ ਮਹਾਤਮਾ ਜੀ ਨੇ ਆਪਣੇ ਦੋਵਾਂ ਹੱਥਾਂ ਦੇ ਵਿੱਚ ਆਪਣਾ ਦਾੜਾ ਫੜਿਆ ਤੇ ਕਹਿਣ ਲੱਗੇ, ਧੀਏ ਅੱਜ ਮੇਰੀ ਦਾੜੀ ਚੰਗੀ ਏ ਤੇਰੇ ਕੁੱਤੇ ਦੀ ਪੂਛ ਨਾਲੋਂ। ਜਦੋਂ ਧੀਏ ਸ਼ਬਦ ਇਹਨਾਂ ਨਾਲ ਸੰਬੋਧਨ ਕੀਤਾ ਨਾ, ਤਾਂ ਸਰੀਰ ਜਿਵੇਂ ਤਰੇੜੀਆਂ ਆ ਗਈਆਂ, ਕੰਬੜੀਆਂ ਆ ਗਈਆਂ, ਹਿਰਦਾ ਝੰਜੋੜਿਆ ਗਿਆ। ਅੱਜ ਤੱਕ ਤਾਂ ਮੈਨੂੰ ਕਿਸੇ ਨੇ ਧੀ ਕਹਿ ਕੇ ਬੁਲਾਇਆ ਹੀ ਨਹੀਂ। ਜਿਸ ਨੇ ਵੀ ਮੇਰੇ ਤੇ ਦ੍ਰਿਸ਼ਟੀ ਪਾਈ ਏ, ਮੰਦ ਦ੍ਰਿਸ਼ਟੀ ਹੀ ਪਾਈ ਏ, ਤੇ ਮੈਂ ਜਿਨ੍ਹਾਂ ਨੂੰ ਸਦਾ ਕੁਬੋਲ ਬੋਲਦੀ ਰਹੀ, ਤਾਨੇ ਮਾਰਦੀ ਰਹੀ, ਮਿਹਣੇ ਦਿੰਦੀ ਰਹੀ, ਸਦਾ ਹਿਰਦਾ ਦੁਖੀ ਕਰਨ ਵਾਲੇ ਬਚਨ ਬੋਲਦੇ ਰਹੀ, ਉਹਨਾਂ ਦੇ ਹਿਰਦੇ ਵਿੱਚ ਮੇਰੇ ਪਰਥਾਏ ਮੰਦ ਕਰਮੀ ਹੋਣ ਦੇ ਬਾਵਜੂਦ ਵੀ ਇੱਕ ਵੇਸਵਾ ਦੇ ਪਰਥਾਏ ਵੀ ਇਤਨਾ ਜ਼ਿਆਦਾ ਸਤਿਕਾਰ ਆਪਣੀ ਧੀ ਕਹਿ ਕੇ ਸੰਬੋਧਨ ਕੀਤਾ। ਹੱਥ ਜੁੜ ਗਏ, ਬੇਨਤੀ ਕੀਤੀ, ਮਹਾਤਮਾ ਜੀ ਬਚਨ ਤੇ ਇੰਨਾ ਕੀ ਸੀ, ਜਵਾਬ ਤੇ ਇੰਨਾ ਕੀ ਸੀ। ਸੈਂਕੜੇ ਵਾਰ ਤੁਹਾਨੂੰ ਮੈਂ ਬੋਲੀਆਂ ਮਾਰੀਆਂ, ਤੁਹਾਨੂੰ ਤਾਨੇ ਮਾਰੇ, ਤੁਸਾਂ ਉਦੋਂ ਜਵਾਬ ਕਿਉਂ ਨਾ ਦਿੱਤਾ? ਉਦੋਂ ਹੀ ਜਵਾਬ ਦੇ ਦਿੱਤਾ ਹੁੰਦਾ ਤੇ ਮੁੜ ਕਰਕੇ ਮੈਂ ਤੁਹਾਡੇ ਤੇ ਤਰਕੀ ਨਾ ਕਰਦੀ, ਬੋਲੀ ਮਾਰਦੀ ਨਾ, ਤਾਨਾ ਮਾਰਦੀ ਨਾ। ਤੇ ਮਹਾਤਮਾ ਜੀ ਕਹਿਣ ਲੱਗੇ, ਧੀਏ ਮੈਂ ਡਰਦਾ ਸੀ। ਮਹਾਤਮਾ ਜੀ ਕਿਸ ਗੱਲ ਦਾ ਡਰ ਸੀ ਤੁਹਾਨੂੰ? ਤੇ ਮਹਾਤਮਾ ਜੀ ਕਹਿਣ ਲੱਗੇ, ਅਜੋ ਸੋ ਨਾਓ ਸਮੁੰਦਰ ਮਹਿ, ਕਿਆ ਜਾਣੋ ਕਿਆ ਹੋਏ। ਮੈਂ ਡਰਦਾ ਸੀ, ਬੇੜੀ ਅਜੇ ਸਮੁੰਦਰ 'ਚ ਹੈ, ਸਰੀਰ ਰੂਪੀ ਬੇੜੀ ਸੰਸਾਰ ਸਮੁੰਦਰ ਦੇ ਵਿੱਚ ਹੈ, ਤੇ ਜਿਹੜੀ ਬੇੜੀ ਹੈ ਕਈ ਵਾਰ ਕਿਨਾਰੇ ਦੇ ਲਾਗੇ ਆ ਕੇ ਵੀ ਡੁੱਬ ਜਾਂਦੀ ਏ। ਵੱਧ ਵਿਚਕਾਰ ਤਾਂ ਬੇੜੀ ਡੁੱਬਦੀ ਡੁੱਬਦੀ ਕਿਨਾਰੇ ਕੋਲ ਵੀ ਡੁੱਬ ਜਾਂਦੀ ਏ। ਕਹਿਣ ਤੋਂ ਭਾਵ ਜਵਾਨੀ ਵਿੱਚ ਤਾਂ ਕਈ ਵਾਰ ਬੰਦਾ ਗਲਤੀ ਕਰਦਾ ਹੈ, ਪਰ ਕਈ ਵਾਰ ਬੁਢਾਪੇ ਦੇ ਵਿੱਚ ਆ ਕਰਕੇ ਵੀ ਕਲੰਕ ਖੱਟ ਲੈਂਦਾ ਹੈ। ਪਰ ਹੁਣ ਮੇਰੀ ਸਾਰ ਵੀ ਆਰਬਲਾ ਬਤੀਤ ਹੋ ਗਈ ਏ, ਉਮਰਾਂ ਲੰਘ ਗਈ ਏ, ਸਰੀਰ ਦਾ ਜਿਹੜਾ ਪਰਾ ਲਬਦ ਸੀ ਸਰੀਰ ਦੀ ਉਹ ਸਮਾਪਤ ਹੋ ਗਈ ਏ, ਅੰਤਮ ਸਵਾਸਾਂ ਤੇ ਆ। ਹੁਣ ਮੈਂ ਆਪਣੀ ਦਾੜੀ ਨੂੰ ਬੇਦਾਗ ਤੇ ਉਜਲੀ ਲੈ ਕਰਕੇ ਆਪਣੇ ਸਤਿਗੁਰ ਪਰਮੇਸ਼ਰ ਜੀ ਦੇ ਸਨਮੁਖ ਚੱਲਿਆ। ਹੁਣ ਮੇਰੀ ਦਾੜੀ ਤੇ ਕੋਈ ਦਾਗ ਨਹੀਂ, ਸਹੀ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ। ਗੁਰੂ ਜੀ ਦੇ ਚਰਨੀ ਲੱਗ ਕਰਕੇ ਮੇਰੀ ਜਿਹੜੀ ਦਾੜੀ ਹੈ ਇਹ ਉਜਲ ਅਤੇ ਨਿਰਮਲ ਰਹੀ ਹੈ, ਤੇ ਨਿਰਮਲ ਮੁਖ ਲੈ ਕਰਕੇ, ਨਿਰਮਲ ਦਾੜੀ ਲੈ ਕਰਕੇ, ਉਜਲਾ ਜਸ ਲੈ ਕਰਕੇ ਆਪਣੇ ਗੁਰ ਪਰਮੇਸ਼ਰ ਜੀ ਦੇ ਸਨਮੁਖ ਜਾ ਰਹੇ ਹੈ। ਇਸ ਕਰਕੇ ਤੈਨੂੰ ਕਹਿਣਾ ਕੀਤਾ, ਅੱਜ ਮੇਰੀ ਦਾੜੀ ਚੰਗੀ ਏ ਤੇਰੇ ਕੁੱਤੇ ਦੀ ਪੂਛ ਨਾਲੋਂ।
ਜਦੋਂ ਇਹ ਬਚਨ ਮਹਾਤਮਾ ਨੇ ਆਖਿਆ, ਉਸ ਵੇਸਵਾ ਦੇ, ਉਸ ਬੀਬੀ ਦੇ ਜਿਹੜੇ ਹੰਝੂ ਨੇ ਨਾ ਵੈਰਾਗ ਦੇ ਅੱਖਾਂ ਚੋਂ ਥੰਮੇ ਨਹੀਂ ਜਾਂਦੇ। ਦੋਵਾਂ ਹੱਥਾਂ ਦੇ ਨਾਲ ਮਹਾਤਮਾ ਜੀ ਦੇ ਚਰਨ ਪਕੜ ਲਏ, ਆਪਣਾ ਸਿਰ ਮਹਾਤਮਾ ਦੇ ਚਰਨਾਂ ਦੇ ਉੱਪਰ ਰੱਖ ਦਿੱਤਾ, ਰੋ ਰੋ ਕਰਕੇ ਹੰਝੂਆਂ ਦੇ ਨਾਲ ਪੈਰ ਧੋ ਦਿੱਤੇ। ਮਹਾਤਮਾ ਜੀ ਤਾਂ ਸਰੀਰ ਛੱਡ ਗਏ, ਪਰ ਬੀਬੀ ਦਾ ਹਿਰਦਾ ਐਸਾ ਨਿਰਮਲ ਹੋ ਗਿਆ, ਬਿਰਥਾ ਨਾ ਸਾਧ ਮਿਲਾਪ। ਸਾਧੂ ਪੂਰਾ ਹੋਵੇ ਸਹੀ, ਸਾਧੂ ਦਾ ਮਿਲਾਪ ਕਦੇ ਵਿਅਰਥ ਨਹੀਂ ਜਾਂਦਾ, ਸਾਧੂ ਦਾ ਦਰਸ਼ਨ, ਸਾਧੂ ਦੀ ਸੰਗਤ ਕਦੇ ਵਿਅਰਥ ਨਹੀਂ ਜਾਂਦੀ। ਜੋ ਮੈਲੇ ਜੀਵਨ ਵਾਲੀ, ਨੀਵੇਂ ਜੀਵਨ ਵਾਲੀ ਬੀਬੀ ਵੇਸਵਾ ਸੀ ਨਾ, ਸੋ ਮਹਾਤਮਾ ਨੇ ਧੀਏ ਕਹਿ ਕਰਕੇ ਬਚਨ ਕੀਤਾ ਤੇ ਮਨਮੁਖਤਾਈ ਤੇ ਇਸ ਦੀ ਨਾਸ਼ ਕਰ ਦਿੱਤੀ। ਪਰਮਾਤਮਾ ਜੀ ਦੇ ਨਾਮ ਦਾ ਐਸਾ ਤੇਜ ਪ੍ਰਤਾਪ ਦਾ ਪ੍ਰਭਾਵ ਉਸ ਬੀਬੀ ਦੇ ਹਿਰਦੇ ਦੇ ਉੱਪਰ ਪਿਆ, ਮੰਦ ਕਰਮ ਛੱਡ ਕਰਕੇ ਵਾਹਿਗੁਰੂ ਜੀ ਦੇ ਬੰਦਗੀ ਦੇ ਵਿੱਚ ਐਸੀ ਲੱਗੀ ਜੋ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਲੀ ਹੋ ਗਈ। ਤੇ ਗਰੀਬ ਨਿਵਾਜ ਸਾਹਿਬ ਜੀ ਬਚਨ ਕਰਨਾ ਕਰਦੇ ਨੇ, ਪਤਤ ਪਾਵਨ ਠਾਕੁਰ ਨਾਮ ਤੁਮਰਾ। ਹੇ ਮੇਰੇ ਠਾਕੁਰ ਜੀ, ਪਰਮਾਤਮਾ ਵਾਹਿਗੁਰੂ ਜੀ ਆਪ ਜੀ ਦਾ ਨਾਮ ਐਸਾ ਪਤਤਾ ਨੂੰ ਪਵਿੱਤਰ ਕਰਨ ਵਾਲਾ ਹੈ, ਇਹ ਵੇਸਵਾ ਨੂੰ ਭਗਤਨੀਆਂ ਬਣਾ ਦੇਣ ਵਾਲਾ ਹੈ, ਪਾਪੀਆਂ ਨੂੰ ਪਵਿੱਤਰ ਬਣਾ ਦੇਣ ਵਾਲਾ ਹੈ। ਐਸਾ ਪਾਵਨ, ਐਸਾ ਸ਼ੁੱਧ ਸਰੂਪ, ਐਸਾ ਨਿਰਮਲ ਆਪ ਜੀ ਦਾ ਨਾਮ ਹੈ। ਸੁਖਦਾਈ ਨਿਰਮਲ ਸੀਤ ਲੋਹੀ। ਆਪ ਜੀ ਦਾ ਜਿਹੜਾ ਨਾਮ ਹੈ ਉਹ ਨਿਰਮਲ ਹੈ, ਉਜਲ ਹੈ, ਮੈਲ ਤੋਂ ਰਹਿਤ ਹੈ। ਤੇ ਜਿਹੜੇ ਆਪ ਜੀ ਦੇ ਨਾਮ ਨੂੰ ਜਪਦੇ ਨੇ ਉਹਨਾਂ ਦਾ ਹਿਰਦਾ ਨਿਰਮਲ ਤੇ ਉਜਲ ਹੋ ਜਾਂਦਾ ਹੈ, ਮੁਖ ਵੀ ਤਿੰਨਾਂ ਦਾ ਲੋਕ ਪਰਲੋਕ ਦੇ ਅੰਦਰ ਉਜਲ ਹੋ ਜਾਂਦਾ ਹੈ। ਆਪ ਜੀ ਦਾ ਜਿਹੜਾ ਨਿਰਮਲ ਨਾਮ ਹੈ ਸੁਖਦਾਈ, ਸੁੱਖਾਂ ਦਾ ਦਾਤਾ ਹੈ, ਲੋਕ ਦੇ ਸੁੱਖ ਵੀ ਬਖਸ਼ਦਾ ਹੈ ਤੇ ਪਰਲੋਕ ਦੇ ਸੁੱਖ ਵੀ ਬਖਸ਼ਦਾ ਹੈ। ਤੇ ਜਿਹੜੀ ਵਿਸ਼ੇ ਵਿਕਾਰਾਂ ਦੀ ਤਪਸ਼ ਦੇ ਨਾਲ ਹਿਰਦੇ ਤਪਦੇ ਨੇ ਨਾ, ਸੀਤ ਲੋਹੀ, ਉਹਨਾਂ ਦੇ ਹਿਰਦਿਆਂ ਨੂੰ ਸੀਤਲਤਾ ਹੀ ਬਖਸ਼ਣ ਵਾਲਾ ਹੈ। ਜਿਹੜੇ ਸਰੀਰ ਵਿਕਾਰਾਂ ਦੀ ਅਗਨੀ ਦੇ ਨਾਲ ਤਪਦੇ ਨੇ, ਉਹਨਾਂ ਸਰੀਰਾਂ ਨੂੰ ਵੀ ਸ਼ਾਂਤੀ ਬਖਸ਼ਣ ਵਾਲਾ ਹੈ। ਇਸੇ ਪ੍ਰਕਾਰ ਨਰਕਾਂ ਦੀ ਅੱਗ ਦੇ ਵਿੱਚ ਆਪ ਜੀ ਦਾ ਨਿਰਮਲ ਸੁਖਦਾਤਾ ਨਾਮ ਜੀਵ ਨੂੰ ਨਹੀਂ ਪੈਣ ਦਿੰਦਾ, ਨਰਕਾਂ ਦੀ ਅੱਗ ਵਿੱਚ ਨਹੀਂ ਪੈਣ ਦਿੰਦਾ, ਸੀਤ ਲੋਹੀ ਸੀਤਲ ਹੀ ਕਰ ਦਿੰਦਾ ਹੈ ਤਨ ਨੂੰ ਤੇ ਮਨ ਨੂੰ। ਤੇ ਰਾਜਾ ਜਨਕ ਜੀ ਜਿਸ ਵੇਲੇ ਨਰਕ ਲੋਕ ਦੇ ਕੋਲੋਂ ਲੰਘਣ ਲੱਗੇ ਨੇ ਤੇ ਨਰਕਾਂ ਦੀ ਅੱਗ ਦੇ ਵਿੱਚ ਸੜਦੇ ਹੋਏ ਜੀਵਾਂ ਦੀਆਂ ਪੁਕਾਰਾਂ ਸੁਣੀਆਂ ਨਾ, ਤੇ ਧਰਮ ਰਾਏ ਨੂੰ ਆਖਿਓਨ ਸਭਨਾ ਦੀ ਕਰ ਬੰਦ ਖਲਾਸੀ। ਰਾਜੇ ਜਨਕ ਨੇ ਕਹਿਣਾ ਕੀਤਾ, ਕਿਉਂ ਇਹਨਾਂ ਨੂੰ ਇੰਨਾ ਦੁੱਖ ਦੇਣਾ ਹੈ, ਛੱਡ ਦੇ ਸਭਨਾਂ ਨੂੰ, ਬੰਦ ਖਲਾਸੀ ਕਰ ਦੇ। ਤੇ ਕਹਿਣ ਲੱਗਾ, ਜੀ ਰਾਜਨ ਜੀ, ਆਪ ਜੀ ਦਾ ਕਥਨ ਚਾਹੇ ਸਾਤਾ, ਪਰ ਮੈਂ ਤੇ ਹੁਕਮ ਦਾ ਬੱਚਾ ਹੋਇਆ। ਮੈਨੂੰ ਹੁਕਮ ਹੀ ਐਵੇਂ ਹੈ ਕਿ ਬਹਿ ਸੱਚਾ ਧਰਮ ਵਿਚਾਰ, ਸੱਚੇ ਧਰਮ ਦੀ ਵਿਚਾਰ ਕਰਕੇ ਪੁੰਨੀਆਂ ਨੂੰ ਸਵਰਗਾਂ ਵਿੱਚ ਤੇ ਪਾਪੀਆਂ ਨੂੰ ਨਰਕਾਂ ਵਿੱਚ ਪਾਉਣਾ। ਹਉ ਸੇਵਕ ਠਾਕੁਰ ਅਬਿਨਾਸੀ, ਮੈਂ ਉਸ ਠਾਕੁਰ ਜੀ ਦੇ, ਸਾਹਿਬ ਜੀ ਦੇ ਦਰ ਦਾ ਨੌਕਰ ਹਾਂ, ਤੇ ਨੌਕਰ ਦੇ ਕੁਝ ਵਸ ਨਹੀਂ ਹੁੰਦਾ, ਸਾਹਿਬ ਦਾ ਹੁਕਮ ਕਮਾਉਣਾ ਹੁੰਦਾ ਹੈ। ਮੈਨੂੰ ਹੁਕਮ ਮੇਰੇ ਮਾਲਕ ਦਾ, ਇਹਨਾਂ ਦੇ ਕਰਮਾਂ ਦੇ ਅਨੁਸਾਰ ਦੰਡ ਦਿੰਦਾ ਹਾਂ। ਤੇ ਤਿਸ ਵੇਲੇ ਗਹਿਣੇ ਧਰਿਓਨ ਇੱਕ ਨਾਓ, ਇੱਕ ਘੜੀ ਦਾ ਜਿਹੜਾ ਸਿਮਰਨ ਸੀ ਆਪਣਾ ਦੇਣਾ ਕੀਤਾ। ਠੀਕ ਹੈ ਭਾਈ, ਜੇਕਰ ਇਹ ਪਾਪੀ ਨੇ ਤੇ 10 ਬੰਦ ਖਲਾਸੀ ਕਿਵੇਂ ਹੋਵੇ। ਤੇ ਧਰਮ ਰਾਜੇ ਨੇ ਕਹਿਣਾ ਕੀਤਾ, ਜੇਕਰ ਜ਼ਰੂਰੀ ਛਡਾਉਣਾ ਚਾਹੁੰਦੇ ਹੋ ਤੇ ਜਿਹੜਾ ਸਿਮਰਨ ਭਜਨ ਤੁਸਾਂ ਕੀਤਾ ਨਾ, ਆਪਣਾ ਸਿਮਰਨ ਭਜਨ ਤੁਸੀਂ ਦੇ ਦਿਓ ਤੇ ਉਸ ਦੇ ਬਦਲੇ ਇਹ ਸਾਰੇ ਨਰਕ ਨਿਵਾਸੀ ਛੱਡ ਦੇਵਾਂਗੇ। ਤੇ ਜ਼ਿਕਰ ਆਉਂਦਾ, ਭਾਈ ਗੁਰਦਾਸ ਸਾਹਿਬ ਜੀ ਬਚਨ ਕਰਨਾ ਕਰਦੇ ਨੇ, ਬਹੁਤ ਵੱਡਾ ਤੱਕੜ, ਕਿਉਂਕਿ ਵੱਡੇ ਦੀਆਂ ਵਡਿਆਈਆਂ ਵੱਡੀਆਂ ਨੇ ਤੇ ਤੱਕੜ ਵੀ ਵੱਡੇ ਹੀ ਨੇ, ਜਿਸ ਦੇ ਵਿੱਚ 18 ਕਿਸਮਾਂ ਦੇ ਜਿਹੜੇ ਨਰਕ ਸਨ, ਉਹਨਾਂ ਨਰਕਾਂ ਦੇ ਸਾਰੇ ਜੀਵਾਂ ਨੂੰ ਪਾ ਦਿੱਤਾ ਗਿਆ। ਤੇ ਦੂਜੇ ਪਾਸੇ ਅੱਧੀ ਘੜੀ ਦਾ ਸਿਮਰਨ ਰਾਜਾ ਜਨਕ ਜੀ ਨੇ ਪਾਉਣਾ ਕੀਤਾ, ਤੇ ਅੱਧੀ ਘੜੀ ਦੇ ਸਿਮਰਨ ਵਾਲਾ ਜਿਹੜਾ ਪਲੜਾ ਸੀ ਉਹ ਭਾਰੀ ਸੀ, ਤੇ 18 ਦੇ 18 ਹੀ ਨਰਕ ਖਾਲੀ ਹੋ ਗਏ, ਸਾਰੇ ਜੀਵਾਂ ਦੀ ਬੰਦ ਖਲਾਸੀ ਕਰਾ ਦਿੱਤੀ। ਤੇ ਜ਼ਿਕਰ ਆਉਂਦਾ, ਤੇ ਇਸ ਵੇਲੇ ਧਰਮ ਰਾਜਾ ਰੋ ਪਿਆ, ਜੀ ਮੈਂ ਤੇ ਵਿਹਲਾ ਹੋ ਗਿਆ, ਮੈਂ ਇੱਥੇ ਹੁਣ ਕੀ ਕਰਾਂਗਾ। ਤੇ ਭਵਿੱਖਤ ਬਚਨ ਰਾਜੇ ਜਨਕ ਨੇ ਕਹਿਣਾ ਕੀਤੇ ਸਨ ਕਿ ਕਲਯੁਗ ਦੇ ਸਮੇਂ ਵਿੱਚ ਤੇਰੇ ਨਰਕ ਭਰਨਗੇ, ਕਿਉਂਕਿ ਕਲਯੁਗ ਦੇ ਜੀਵ ਐਸੇ ਪਾਪੀ, ਪਾਪਾਂ ਦੇ ਵਿੱਚ ਗਲਤਾਨ ਹੋਣਗੇ, ਜਿਹੜੇ ਸਿਮਰਨ ਭਜਨ ਬੰਦਗੀ ਨਹੀਂ ਕਰਨਗੇ, ਨਰਕਾਂ ਵਿੱਚ ਆ ਕਰਕੇ ਪੈਣਗੇ ਤੇ ਫਿਰ ਤੇਰੇ ਨਰਕ ਕੁੰਡ ਭਰਨਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਨਾਮ ਐਸਾ ਸੀਤਲ ਹੈ। 18 ਪ੍ਰਕਾਰ ਦੇ ਜਿਹੜੇ ਨਰਕ ਕੁੰਡ ਸਨ, ਅੱਧੀ ਘੜੀ ਦੇ ਸਿਮਰਨ ਦੇ ਨਾਲ ਨਰਕ ਠੰਡੇ ਠਾਰ ਕਰ ਦਿੱਤੇ ਰਾਜੇ ਜਨਕ ਨੇ ਸਿਮਰਨ ਵਕਤ ਦੇ ਕਰਕੇ। ਇਸ ਪ੍ਰਕਾਰ ਵਾਹਿਗੁਰੂ ਜੀ ਆਪ ਜੀ ਦਾ ਜਿਹੜਾ ਨਾਮ ਹੈ ਨਿਰਮਲ ਹੈ, ਉਜਲ ਹੈ, ਸੁੱਖਾਂ ਦਾ ਦਾਤਾ ਹੈ, ਤਪਦੇ ਹਿਰਦਿਆਂ ਨੂੰ ਠਾਰਨ ਵਾਲਾ ਹੈ, ਇਹ ਤੇ ਨਰਕਾਂ ਦੀ ਅੱਗ ਨੂੰ ਵੀ ਠਾਰ ਦੇਣ ਵਾਲਾ ਹੈ ਜੀਓ। ਗਿਆਨ ਧਿਆਨ ਨਾਨਕ ਵਡਿਆਈ। ਹੇ ਸੱਚੇ ਪਾਤਸ਼ਾਹ ਮਹਾਰਾਜ ਜੀ,
ਐਸੇ ਜਿਹੜੇ ਨਾਮ ਦੇ ਰਸੀਏ ਨੇ ਉਹ ਗਿਆਨ ਕਿਹੜਾ ਧਾਰਨ ਕਰਦੇ ਨੇ, ਇਸੇ ਪ੍ਰਕਾਰ ਧਿਆਨ ਕਿਵੇਂ ਲਗਾਵਣਾ ਕਰਦੇ ਨੇ। ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਨਾ ਕਰਦੇ ਨੇ, ਪਿਆਰਿਓ ਜਿਹੜੇ ਐਸੇ ਪਾਇਆ ਪਦ ਨਿਰਬਾਣੀ ਅਵਸਥਾ ਵਾਲੇ ਨੇ ਨਾ, ਪਰਮਾਤਮਾ ਜੀ ਦਾ ਜਿਹੜਾ ਗਿਆਨ ਅਤੇ ਧਿਆਨ ਉਹ ਇਹੀ ਉਹੀ ਧਾਰਨ ਕਰਦੇ ਹਨ। ਕਿਹੜਾ? ਅਗਲੀ ਪੰਕਤੀ ਵਿੱਚ ਦਰਸਾਉਂਦੇ ਹਨ ਜੀ, ਸੰਤ ਤੇਰੇ ਸਿਉ ਗਾਲ ਗਲੋਹੀ। ਹੇ ਪਰਮਾਤਮਾ ਜੀ, ਜਿਹੜੇ ਸੰਤ ਤੇਰੇ ਆਪ ਜੀ ਦੇ ਸੰਤ ਨੇ ਨਾ, ਸਿਓ ਉਹਨਾਂ ਦੇ ਨਾਲ ਗੱਲਬਾਤ ਗਲੋਹੀ ਕਰਨੀ। ਜਿਹੜੀ ਆਪ ਜੀ ਦੇ ਸੰਤਾਂ ਦੇ ਨਾਲ ਨਾਮ ਦੀ ਵਿਚਾਰ ਕਰਨੀ ਹੈ, ਗੋਸ਼ਟੀ ਕਰਨੀ ਹੈ ਨਾ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਜਿਹੜੀ ਭਗਤ ਜਨਾਂ ਦੇ ਸੰਤ ਜਨਾਂ ਦੇ ਨਾਲ ਸਤ ਸੰਗਤ ਦੇ ਨਾਲ ਮਿਲ ਕਰਕੇ ਗੱਲਬਾਤ ਕਰਨੀ ਹੈ, ਗਲੋਹੀ ਪਹਾੜ ਦੀ ਭਾਸ਼ਾ ਏ, ਭਾਵ ਗੱਲਬਾਤ ਕਰਨੀ। ਸੰਤ ਜਨਾਂ ਦੇ ਨਾਲ ਵਿਚਾਰ ਗੋਸ਼ਟੀ ਕਰਨੀ ਏ। ਪਰਮੇਸ਼ਰ ਜੀ ਦੇ ਪਿਆਰਿਆਂ ਦਾ ਇਹੀ ਹੋਈ ਸ੍ਰੇਸ਼ਟ ਗਿਆਨ ਹੈ, ਇਹੀ ਹੋਈ ਪਰਮੇਸ਼ਰ ਜੀ ਦਾ ਧਿਆਨ ਧਰਨਾ, ਤੇ ਇਹੀ ਹੋਈ ਵਡਿਆਈ ਹੈ ਪਰਮੇਸ਼ਰ ਜੀ ਦੀ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਥਨ ਕਰਨਾ ਕਰਦੇ ਨੇ, ਇਸ ਪ੍ਰਕਾਰ ਸੰਤਾਂ ਦੇ ਨਾਲ ਬਚਨ ਬਿਲਾਸ ਕਰਨੇ, ਹਿਰਦੇ ਦੇ ਸ਼ੰਕੇ ਪੁੱਛਣੇ, ਨਾਮ ਦੀ ਚਰਚਾ ਕਰਨੀ ਵੱਡੀ ਭਾਰੀ ਦਾਤ ਹੈ। ਇਸੇ ਤੋਂ ਹੀ ਗਿਆਨ ਆਤਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਹਿਰਦੇ ਦਾ ਸ਼ੰਕਾ ਹੋਵੇ, ਸੰਤ ਜਨਾਂ ਨੂੰ ਪੁੱਛ ਲੈਣਾ ਕਰੀਏ, ਗਿਆਨ ਦਾ ਉਪਦੇਸ਼ ਬਖਸ਼ਦੇ ਨੇ, ਗਿਆਨ ਬਖਸ਼ ਦਿੰਦੇ ਨੇ। ਧਿਆਨ ਨਾ ਜੁੜਦਾ ਹੋਵੇ, ਬੇਨਤੀ ਕਰਨਾ ਕਰੀਏ, ਜੁਗਤ ਦੱਸ ਦਿੰਦੇ ਨੇ, ਫਿਰ ਧਿਆਨ ਜੁੜ ਜਾਂਦਾ। ਇਸ ਪ੍ਰਕਾਰ ਗਿਆਨ ਨੂੰ ਧਾਰਨ ਕਰਕੇ ਜਿਸ ਵੇਲੇ ਪਰਮਾਤਮਾ ਜੀ ਦਾ ਧਿਆਨ ਧਰਦੇ ਨੇ ਤੇ ਗਰੀਬ ਨਿਵਾਜ ਜੀ ਫਰਮਾਨ ਕਰਦੇ ਨੇ, ਫਿਰ ਹਿਰਦੇ ਦੇ ਪਿਆਰ ਕਰਕੇ ਵਡਿਆਈ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਕਰਦੇ ਨੇ ਤੇ ਇਸ ਦਾ ਜਸ ਕਰਦੇ ਨੇ। ਤੇ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਕਰਨਾ ਕੀਤੀ, ਦਾਤ ਮਿਲੀ ਕਿੱਥੋਂ? ਸੰਤ ਤੇਰੇ ਸਿਓ ਗਾਲ ਗਲੋਹੀ। ਦੁਰਲਭੰ ਏਕ ਭਗਵਾਨ ਨਾਮ ਹੈ, ਨਾਨਕ ਲਬਦਿਅੰ ਸਾਧ ਸੰਗ ਕਿਰਪਾ ਪ੍ਰਭੰ। ਜਿਸ ਵੇਲੇ ਪ੍ਰਭੂ ਪਰਮਾਤਮਾ ਜੀ ਦੀ ਕਿਰਪਾ ਹੁੰਦੀ ਏ, ਫਿਰ ਸਾਧੂ ਦਾ ਸੰਗ ਮਿਲਦਾ ਹੈ। ਤੇ ਜਦੋਂ ਸਾਧੂ ਦਾ ਸੰਗ ਮਿਲਦਾ ਹੈ, ਫਿਰ ਜਿਹੜਾ ਜੀਵ ਹੈ ਨਾਮ ਦਾ ਰਸੀਆ ਹੁੰਦਾ ਹੈ, ਨਾਮ ਦਾ ਸਿਮਰਨ ਕਰਦਾ ਹੈ, ਸੰਤ ਜਪਾਵੈ ਨਾਮ। ਤੇ ਜੋ ਸਤ ਸੰਗਤ ਦੇ ਵਿੱਚ ਬੈਠ ਕਰਕੇ ਜਪਣਾ ਹੈ ਪਿਆਰ ਦੇ ਨਾਲ, ਸਤਨਾਮ ਸ੍ਰੀ ਵਾਹਿਗੁਰੂ। ਸਤ ਸੰਗਤ ਵਿੱਚ ਬੈਠ ਕਰਕੇ ਵਾਹਿਗੁਰੂ ਜੀ ਦੀ ਵਡਿਆਈ ਕਰਨੀ। ਇਸੇ ਦੇ ਨਾਲ ਹੀ ਪ੍ਰਮਾਤਮਾ ਜੀ ਦੇ ਨਾਮ ਦੇ ਅੰਦਰ ਧਿਆਨ ਲੱਗਦਾ, ਸੁਰਤ ਇਕਾਗਰ ਹੁੰਦੀ ਹੈ। ਤੇ ਇਸੇ ਦੇ ਨਾਲ ਹੀ ਆਤਮ ਗਿਆਨ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਆਤਮ ਰਸੀਆਂ ਨੂੰ। ਇਸ ਪ੍ਰਕਾਰ ਨਿਰਵਾਣ ਪਦ ਨੂੰ ਪ੍ਰਾਪਤ ਕਰਨਾ ਕਰਦੇ ਹਨ ਜੀ। ਗੌੜੀ ਮਹੱਲਾ ਪੰਜਵਾ। ਗਰੀਬ ਗਰੀਬ ਨਿਵਾਜ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਗੌੜੀ ਰਾਗ ਦੇ ਅੰਦਰ ਉਪਦੇਸ਼ ਫਰਮਾਉਂਦੇ ਹਨ ਜੀ। ਮਿਲਹੁ ਪਿਆਰੇ ਜੀਆ। ਇਹ ਸੱਚੇ ਸਾਹਿਬ ਜੀ, ਐਸੀ ਸਤ ਸੰਗਤ ਕਰਨ ਵਾਲੇ, ਸੰਤ ਜਨਾਂ ਦੇ ਨਾਲ ਗੋਸ਼ਟੀ ਕਰਕੇ ਵਡਿਆਈ ਕਰਨੇ ਵਾਲੇ, ਧਿਆਨ ਟਿਕਾ ਕਰਕੇ ਗਿਆਨ ਨੂੰ ਪ੍ਰਾਪਤ ਕਰਨ ਵਾਲੇ ਜਿਹੜੇ ਨਾਮ ਦੇ ਅਭਿਆਸੀ ਨੇ, ਸੱਚੇ ਪਾਤਸ਼ਾਹ ਉਹਨਾਂ ਦੇ ਹਿਰਦੇ ਦੀ ਅਵਸਥਾ ਕੈਸੀ ਹੁੰਦੀ ਏ? ਹਰ ਇੱਕ ਪ੍ਰਾਣੀ ਮਾਤਰ ਦਾ ਹਿਰਦਾ ਹਰ ਵੇਲੇ ਕਲਪਨਾ ਕਰਦਾ ਨਾ ਕੁਝ ਸੋਚੀ ਜਾਂਦਾ, ਵਿਚਾਰੀ ਜਾਂਦਾ, ਚਿੰਤਨ ਕਰਦਾ ਹੀ ਰਹਿੰਦਾ। ਜੋ ਐਸੇ ਪਾਇਆ ਪਦ ਨਿਰਬਾਣੀ ਦੇ ਉੱਚ ਅਧਿਕਾਰੀ ਨੇ ਮਹਾਰਾਜ, ਉਹਨਾਂ ਦੇ ਹਿਰਦੇ ਦੀ ਅਵਸਥਾ ਕੈਸੀ ਹੁੰਦੀ ਏ? ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਨੇ, ਸਿੱਖੋ ਉਹ ਸਦਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਬੇਨਤੀਆਂ ਕਰਦੇ ਰਹਿੰਦੇ ਨੇ, ਨਿਮਰਤਾ ਪੂਰਵਕ ਮਿਲੋ ਪਿਆਰੇ ਜੀਆ। ਹੇ ਪਿਆਰੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ, ਕਿਰਪਾ ਕਰਕੇ ਸਾਨੂੰ ਮਿਲਣਾ ਕਰੋ। ਮਹਾਰਾਜ ਬਹੁਤ ਜਨਮਾਂ ਤੋਂ ਆਪ ਜੀ ਦਾ ਵਿਛੋੜਾ ਝੱਲ ਰਹੇ ਆ, ਬਹੁਤ ਜਨਮ ਬਿਛੁਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਸੱਚੇ ਪਾਤਸ਼ਾਹ ਹੁਣ ਇਹ ਜਨਮ ਹੀ ਆਪ ਜੀ ਦੇ ਲੇਖੇ ਲਾ ਦਿੱਤਾ ਹੈ। ਬੜੇ ਜਨਮਾਂ ਜਨਮਾਂਤਰਾਂ ਦੇ ਵਿਛੜੇ ਹੋਏ ਵਿਛੋੜੇ ਦੇ ਵਿੱਚ ਬਹੁਤੀਆਂ ਜੂਨੀਆਂ ਵਿੱਚ ਆ ਕਰਕੇ ਦੁੱਖਾਂ ਨੂੰ ਸਹਾਰਿਆ ਹੈ। ਇਸੇ ਹੀ ਪ੍ਰਕਾਰ ਮਿਲਹੁ ਪਿਆਰੇ ਜੀਆ। ਜੀਆ ਪੋਠੋਹਾਰ ਦੀ ਬੋਲੀ ਹੈ, ਤੇ ਪੋਠੋਹਾਰ ਦੇ ਵਿੱਚ ਘਰ ਵਾਲੇ ਨੂੰ, ਪਤੀ ਨੂੰ ਜੀਆ ਆਖਿਆ ਜਾਂਦਾ ਹੈ। ਤੇ ਸਾਹਿਬ ਜੀ ਫਰਮਾਉਂਦੇ ਨੇ, ਸਦਾ ਵਾਹਿਗੁਰੂ ਜੀ ਅੱਗੇ ਬੇਨਤੀਆਂ ਕਰਦੇ ਨੇ, ਸਾਡੇ ਜੀਆ, ਸਾਡੇ ਕੰਤ ਜੀ, ਸਾਡੇ ਮਾਲਕ, ਸਾਡੇ ਪਤੀ ਪਰਮੇਸ਼ਰ ਜੀਓ, ਸਾਡੇ ਖਸਮ, ਸਾਡੇ ਸਾਹਿਬ ਜੀ, ਸਾਨੂੰ ਵਿਛੜਿਆਂ ਨੂੰ ਕਿਰਪਾ ਕਰਕੇ ਮਿਲੋ। ਮਹਾਰਾਜ ਸਾਡੇ ਵਿੱਚ ਇਤਨਾ ਬਲ ਨਹੀਂ ਕਿ ਆਪ ਜੀ ਤੱਕ ਪਹੁੰਚ ਜਾਈਏ ਤੇ ਆ ਕੇ ਤੁਹਾਨੂੰ ਮਿਲ ਲਈਏ, ਪਰ ਆਪ ਜੀ ਸਰ ਸਮਰਾਥੋ, ਆਪ ਜੀ ਸਾਡੇ ਤੱਕ ਖਿਨ ਮਾਤਰ ਸਮੇਂ ਵਿੱਚ ਪਹੁੰਚ ਜਾਣ ਵਾਲੇ ਹੋ। ਅਸੀਂ ਨਹੀਂ ਪਹੁੰਚ ਸਕਦੇ, ਆਪ ਪਹੁੰਚ ਸਕਦੇ ਹੋ। ਇਸ ਕਰਕੇ ਆਪ ਸਾਡੇ ਤੱਕ ਪਹੁੰਚ ਕਰਕੇ
ਮਹਾਰਾਜ ਸਾਡੇ ਕੋਲ ਆ ਕਰਕੇ ਪਤੀ ਜੀ ਸਾਨੂੰ ਮਿਲਣਾ ਕਰੋ। ਪਿਆਰੇ ਹੇ ਗਰੀਬ ਨਿਵਾਜ ਜੀ, ਆਪ ਜੀ ਸਾਡੇ ਜੀਆ, ਸਾਡੇ ਜੀਅ ਦੇ, ਸਾਡੇ ਹਿਰਦੇ ਦੇ ਪਿਆਰੇ ਹੋ। ਜੀਆ ਜਿੰਦ ਜਾਨ ਤੋਂ ਪਿਆਰੇ ਹੋ, ਸਾਨੂੰ ਆ ਕਰਕੇ ਮਿਲਣਾ ਕਰੋ ਜੀ। ਪ੍ਰਭ ਕੀਆ ਤੁਮਾਰਾ ਥੀਆ। हे ਪ੍ਰਭੂ ਪਰਮਾਤਮਾ ਜੀ, ਇਹ ਸਾਰਾ ਸੰਸਾਰ ਆਪ ਜੀ ਦਾ ਹੀ ਸਿਰਜਿਆ ਹੋਇਆ ਨਜ਼ਰੀ ਪਿਆ ਆਉਂਦਾ ਏ। ਜੋ ਕੁਝ ਵੀ ਆਪ ਜੀ ਨੇ ਕਿਸੇ ਨੂੰ ਦਾਤਾਂ ਦੇਣੀਆਂ ਕੀਤੀਆਂ ਨੇ, ਉਹ ਦਾਤਾਂ ਕਿਸੇ ਨੇ ਆਪ ਜੀ ਤੋਂ ਲੈਣਾ ਕੀਤੀਆਂ ਨੇ। ਕਿਸੇ ਨੂੰ ਜੇਕਰ ਸੁੱਖ ਪ੍ਰਾਪਤ ਹੋਇਆ ਹੈ ਤੇ ਸੱਚੇ ਪਾਤਸ਼ਾਹ ਉਹ ਵੀ ਆਪ ਜੀ ਤੋਂ ਹੀ ਮਿਲਿਆ ਹੈ। ਸਭ ਕੁਝ ਤੁਮਾਰਾ ਥੀਆ, ਤੁਮਾਰਾ ਹੀ ਪੈਦਾ ਕੀਤਾ ਹੋਇਆ ਹੈ। ਜੋ ਅਸੀਂ ਭੋਜਨ ਛਕਦੇ ਹਾਂ ਇਹ ਵੀ ਆਪ ਜੀ ਦਾ ਦਿੱਤਾ ਹੋਇਆ, ਜੋ ਸੁੱਖ ਮਾਣਦੇ ਹਾਂ ਇਹ ਵੀ ਆਪ ਜੀ ਦਾ ਦਿੱਤਾ ਹੋਇਆ। ਸਾਰੇ ਪਦਾਰਥ ਆਪ ਜੀ ਨੇ ਸਾਨੂੰ ਬਖਸ਼ਣਾ ਕੀਤੇ ਨੇ। हे ਪ੍ਰਭੂ ਜੀ, ਕਿਰਪਾ ਕਰਕੇ ਆਪਣਾ ਦਰਸ਼ਨ ਵੀ ਬਖਸ਼ਣਾ ਕਰੋ ਜੀ। ਰਹਾਉ। ਵਿਸਰਾਮ ਦੇ ਕਰਕੇ ਗਰੀਬ ਨਿਵਾਜ ਸੱਚੇ ਸਾਹਿਬ ਜੀ ਫਰਮਾਉਂਦੇ ਹਨ ਜੀ। ਅਨੇਕ ਜਨਮ ਬਹੁ ਜੋਨੀ ਭ੍ਰਮਿਆ। हे ਸੱਚੇ ਪਾਤਸ਼ਾਹ ਜੀਓ, ਅਨੇਕਾਂ ਹੀ ਵਾਰ ਅਨੇਕਾਂ ਜੂਨੀਆਂ ਦੇ ਵਿੱਚ ਆ ਕਰਕੇ ਬਹੁਤਾ ਹੀ ਭਰਮੇ ਹਾਂ, ਬਹੁਤਾ ਹੀ ਖੁਆਰ ਹੋਏ ਹਾਂ। ਸੋ ਕਦੇ ਕਿਰਲੀਆਂ ਬਣ ਗਏ, ਕਦੇ ਸੱਪ ਬਣ ਗਏ, ਕਦੇ ਨਾਗ ਨਾਗਣਾ ਬਣ ਗਏ, ਕਦੇ ਬਿਸ਼ੂ ਬਣ ਗਏ, ਕਦੇ ਠੂਹੇ ਬਣ ਗਏ। ਇਸੇ ਪ੍ਰਕਾਰ ਕਦੇ ਜੰਗਲਾਂ ਦੇ ਜਾਨਵਰ ਬਣ ਗਏ, ਕਦੇ ਸਮੁੰਦਰ ਦੇ ਜੀਵ ਬਣ ਗਏ, ਕਦੇ ਧਰਤੀ ਦੇ ਉੱਪਰ ਵਿਚਰਨ ਵਾਲੇ ਜੀਵ, ਤੇ ਕਦੇ ਖੰਭਾਂ ਦੇ ਨਾਲ ਉੱਡਣ ਵਾਲੇ ਪੰਛੀ ਬਣ ਗਏ। ਮਹਾਰਾਜ ਸੱਚੇ ਪਾਤਸ਼ਾਹ ਜੀਓ, ਬਹੁਤਿਆਂ ਹੀ ਯੁੱਗਾਂ ਵਿੱਚ, ਬਹੁਤੀਆਂ ਹੀ ਜੂਨੀਆਂ ਦੇ ਵਿੱਚ ਬਹੁਤੀ ਵਾਰ ਆ ਕਰਕੇ ਬਹੁਤੇ ਹੀ ਦੁੱਖਾਂ ਨੂੰ, ਕਸ਼ਟਾਂ ਨੂੰ ਝੱਲਣਾ ਕੀਤਾ ਹੈ ਜੀ। ਬਹੁਰ ਬਹੁਰ ਦੁੱਖ ਪਾਇਆ। ਤੇ ਇਹਨਾਂ ਜੂਨੀਆਂ ਦੇ ਵਿੱਚ ਕੋਈ ਇੱਕ ਵਾਰ ਥੋੜਾ ਨਾ ਆਏ ਆ, ਬਾਹਰ ਬਾਹਰ ਮੁੜ ਮੁੜ ਕੇ ਬਾਰ-ਬਾਰ ਕੇ ਜੂਨੀਆਂ ਵਿੱਚ ਆਏ ਤੇ ਬਾਰ-ਬਾਰ ਦੁੱਖ ਪਾਇਆ, ਬਾਰ-ਬਾਰ ਅਤਿਅੰਤ ਦੁੱਖ ਪਾਇਆ ਹੈ ਜੀ। ਇਹ ਦੁੱਖ ਕਦੋਂ ਤੋਂ ਚੱਲ ਰਹੇ ਆ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਨਾ, ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ। ਜਦੋਂ ਤੋਂ ਮੁੱਢ ਤੋਂ ਆਦਿ ਕਾਲ ਤੋਂ ਸ੍ਰਿਸ਼ਟੀ ਰਚੀ ਹੈ ਭਾਈ, ਉਦੋਂ ਤੋਂ ਹੀ ਤੇਰੇ ਅੰਦਰ ਜੋਤ ਰੱਖ ਦਿੱਤੀ ਹੈ। ਤਾ ਤੂੰ ਜਗ ਮਹਿ ਆਇਆ, ਤਾਂ ਤੇ ਉਦੋਂ ਦਾ ਹੀ ਤੂੰ ਸੰਸਾਰ ਵਿੱਚ ਆਇਆ। ਮਤ ਜਾਣ ਤੈਨੂੰ 20 ਸਾਲ 30 ਸਾਲ 40 ਸਾਲ 50 ਸਾਲ ਹੋਏ ਨੇ। ਜਦੋਂ ਤੋਂ ਆਦਿ ਕਾਲ ਤੋਂ ਸ੍ਰਿਸ਼ਟੀ ਰਚੀ ਏ ਉਦੋਂ ਤੂੰ ਇਸੇ ਦੁਨੀਆ ਦੇ ਵਿੱਚ ਹੀ ਹੈ। ਫਿਰ ਰਹੇ ਕਿੱਥੇ? ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਇਹਨਾਂ ਜੂਨੀਆਂ ਦੇ ਵਿੱਚ ਅਤਿਅੰਤ ਖਵਾਰ ਹੋਇਆ ਹੈ ਭਾਈ। ਲੰਬੇ ਸਮੇਂ ਤੋਂ ਬਾਅਦ ਤੇਰੀ ਇਸ ਮਨੁੱਖਾ ਦੇਹੀ ਦੀ ਸਿਰਜਣਾ ਹੋਈ ਏ। ਹੁਣ ਮਿਲ ਲੈਣਾ ਕਰ ਵਾਹਿਗੁਰੂ ਜੀ ਨੂੰ। ਹੁਣ ਵਾਹਿਗੁਰੂ ਜੀ ਦੇ ਮਿਲਾਪ ਦੀ ਵਾਰੀ ਹੈ। ਜਿਹੜੇ ਸਕੇ ਸੰਬੰਧੀ ਮਿੱਤਰ ਦੋਸਤ ਇਤਿਆਦਿਕ ਨੇ, ਕੋਈ ਪਹਿਲੀ ਵਾਰ ਥੋੜਾ ਇਹਨਾਂ ਦੇ ਨਾਲ ਮਿਲਾਪ ਹੋਇਆ। ਜੋੜੇ ਜੋੜੇ ਵਿਛੜੇ, ਵਿਛੜੇ ਜੁੜੇ, ਜੀਵ ਜੀਵ ਮੋਏ, ਮੋਏ ਜੀਵੇ। केत्या के बाप, केत्या के बेटे, केते गुर चेले हुए, आगे पाछा गणत ना आवे। अगे पिछे गिणती कोई नहीं आउंदी, किन्नियां दे बाप बने, किन्नियां दे बेटे बने, किन्नी वार किन्नियां दी मां बने, किन्नी वार किन्नियां दी धी बने। इन्हां जन्मां दी किसी प्रकार कोई गिणती ही नहीं। ते हजूर फरमान करते ने, इस प्रकार बेनतियां करते ने निमरता दे नाल, प्यार दे नाल। वो अकाल पुरख वाहिगुरू जी दी बंदगी वाले, हे गरीब निवाज सच्चे पातशाह जी, बहुतियां जूनियां दे विच आ करके बहुत जोनी भरमे हो, बहुती वार बहुतियां जूनियां विच भरम करके बहुड़ो बार बार दुख ही प्राप्त किया है, दुखी ही होए। हाँ जी, तुमरी कृपा ते मानुख देह पाई है। हे सच्चे पातशाह, साडा कोई तेज प्रताप, कोई पुण्य कर्म, निष्काम कर्म नहीं सन कि सानू मनुखा देही मिल गई। ये ते तुमरी कृपा ते आप जी ने कृपालता कीती है, मेहर कीती है, साडे ते तरस आ गया आप जी नू, ते तरस करके कृपालता करके सानू मनुखा देह बख्शी है। आप जी दी बख्शिश कृपालता दे नाल आसा ने मनुखा देही दी प्राप्ति कीती है जी। देहु दरस हर राया। गरीब निवाज देही ता प्राप्त कर लई, पर अजे तक ये देही सफली नहीं हुई, ये शरीर अजे सफला नहीं होया। देहो दरस, दरस तो भाव है दर्शन, हर राया। हे प्रकाश स्वरूप हरि परमात्मा जी,
ਰਾਇਆ ਰਾਜਾ ਸਰੂਪ ਹਰੀ ਪਰਮਾਤਮਾ ਜੀ, ਕਰੋੜਾਂ ਬ੍ਰਹਮੰਡਾਂ ਤੇ ਹੁਕਮ ਚਲਾਉਣ ਵਾਲੇ ਰਾਜਾ ਜੀ, ਕਿਰਪਾਲਤਾ ਕਰਕੇ ਸਾਨੂੰ ਆਪਣਾ ਪਾਵਨ ਦਰਸ਼ਨ ਬਖਸ਼ੋ, ਦੀਦਾਰ ਬਖਸ਼ੋ, ਤਾਂ ਕਿ ਆਪ ਜੀ ਦੇ ਦਰਸ਼ਨਾਂ ਨੂੰ ਪ੍ਰਾਪਤ ਕਰਕੇ ਇਹ ਜਿਹੜੀ ਦੇਹੀ ਹੈ ਇਹ ਸਫਲੀ ਹੋ ਜਾਵੇ। ਅਮੋਲਕ ਤੇ ਇੰਨੀ ਹੈ, ਕਬੀਰ ਮਾਨਸ ਜਨਮ ਦੁਲੰਭ ਹੈ, ਅਤਿਅੰਤ ਦੁਰਲੱਭ ਹੈ। ਕੇਵਲ ਤਾਂ ਕੇਵਲ 84 ਲੱਖ ਦੀਆਂ ਜੂਨੀਆਂ ਹੀ ਨਹੀਂ, ਦੇਵਤਿਆਂ ਨੂੰ, ਸੁਰਾਂ ਨੂੰ, ਗੰਧਰਵਾਂ ਨੂੰ, ਜਕਸ਼ਾਂ ਨੂੰ, ਕਿੰਨਰਾਂ ਨੂੰ, ਪਿਸਾਚਾਂ ਨੂੰ, ਸਾਰਿਆਂ ਨੂੰ ਅਤਿਅੰਤ ਦੁਰਲੱਭ ਹੈ। ਮਨੁੱਖਾ ਦੇਹੀ ਨਹੀਂ ਲੱਭਦੀ ਹੈ। ਤੇ ਦੇਵਤੇ ਵਿਚਾਰੇ ਵੀ ਤਰਸਦੇ ਨੇ, ਕਿਉਂਕਿ ਦੇਵ ਜੂਨੀ ਦੇ ਵਿੱਚ ਤਿੰਨਾਂ ਦੀ ਮੁਕਤੀ ਨਹੀਂ। ਤੇ ਸਦਾ ਬੇਨਤੀਆਂ ਕਰਦੇ ਨੇ, ਪ੍ਰਮਾਤਮਾ ਜੀ ਸਾਨੂੰ ਵੀ ਮਨੁੱਖਾ ਦੇਹੀ ਬਖਸ਼ੋ, ਅਸੀਂ ਵੀ ਗੁਰਸਿੱਖੀ ਨੂੰ ਧਾਰਨ ਕਰਕੇ, ਆਪ ਜੀ ਦੀ ਅੰਮ੍ਰਿਤ ਬਾਣੀ ਨੂੰ ਪੜ੍ਹ ਕਰਕੇ ਗੁਰਸਿੱਖੀ ਨੂੰ ਕਮਾ ਕਰਕੇ ਮੁਕਤ ਹੋਈਏ। ਇਸ ਦੇਹੀ ਕਉ ਸਿਮਰਹਿ ਦੇਵ, ਜਿਸ ਦੇਹੀ ਨੂੰ ਭਾਈ ਦੇਵਤੇ ਵੀ ਸਿਮਰਦੇ ਨੇ, ਤਰਸਦੇ ਨੇ, ਲੋਚਦੇ ਨੇ, ਵਿਲਕਦੇ ਨੇ, ਹਾੜੇ ਕੱਢਦੇ ਨੇ, ਸਾਨੂੰ ਮਿਲ ਜਾਵੇ। ਤੇ ਤੈਨੂੰ ਪ੍ਰਮਾਤਮਾ ਜੀ ਦੀ ਕਿਰਪਾ ਦੇ ਨਾਲ ਮਨੁੱਖਾ ਦੇਹੀ ਮਿਲੀ ਹੈ, ਇਹ ਸਫਲੀ ਕਿਵੇਂ ਹੋਵੇਗੀ? ਸੋ ਦੇਹੀ ਭਜ ਹਰ ਕੀ ਸੇਵ, ਹਰੀ ਪਰਮਾਤਮਾ ਜੀ ਦੇ ਸਰਗੁਣ ਸਰੂਪ ਸਤਿਗੁਰੂ ਜੀ ਦੇ ਬਖਸ਼ੇ ਹੋਏ ਨਾਮ ਦਾ ਭਜਨ ਕਰ ਤੇ ਸੇਵਾ ਕਰ, ਤਾਂ ਸਫਲੀ ਹੋਵੇਗੀ, ਨਹੀਂ ਤੇ ਸਫਲੀ ਨਹੀਂ ਹੋਣੀ। ਇਸੇ ਪ੍ਰਕਾਰ ਗਰੀਬ ਨਿਵਾਜ ਤਿੰਨਾਂ ਪਿਆਰ ਵਾਲਿਆਂ ਦੀ ਅਵਸਥਾ ਨੂੰ ਕਥਨ ਕਰਨਾ ਕਰਦੇ ਨੇ ਸੱਚੇ ਪਾਤਸ਼ਾਹ। ਆਪ ਜੀ ਨੇ ਕਿਰਪਾਲਤਾ ਕਰਕੇ, ਮਿਹਰ ਕਰਕੇ ਮਨੁੱਖਾ ਦੇਹੀ ਬਖਸ਼ੀ ਹੈ, ਪਰ ਗਰੀਬ ਨਿਵਾਜ ਜਿਵੇਂ ਕਿਰਪਾ ਕਰਕੇ ਮਨੁੱਖਾ ਦੇਹੀ ਬਖਸ਼ੀ ਹੈ, ਹੁਣ ਕਿਰਪਾ ਕਰਕੇ ਦਰਸ਼ਨ ਵੀ ਬਖਸ਼ ਦਿਓ, ਤਾਂ ਕਿ ਆਪ ਜੀ ਦੇ ਦਰਸ਼ਨ ਦੀਦਾਰ ਕਰਕੇ ਸਾਡੀ ਇਹ ਜਿਹੜੀ ਮਨੁੱਖਾ ਦੇਹੀ ਹੈ ਇਹ ਸਫਲ ਹੋ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਨੇ ਨਾ, ਦੇਵਤਿਆ ਦਰਸ਼ਨ ਕੈ ਤਾਈ, ਦੁਖ ਭੂਖ ਤੀਰਥ ਕੀਏ, ਜੋਗੀ ਜਤੀ ਜੁਗਤ ਮਹਿ ਰਹਤੇ, ਕਰ ਕਰ ਭਗਵੇ ਭੇਖ ਪਏ, ਤਉ ਕਾਰਨ ਸਾਹਿਬਾ ਰੰਗ ਰਤੇ, ਤੇਰੇ ਰੂਪ ਅਨੇਕਾ ਨਾਮ ਅਨੰਤਾ, ਕਹਿਣ ਨਾ ਜਾਈ ਤੇਰੇ ਗੁਣ ਕੇਤੇ। ਗਰੀਬ ਨਿਵਾਜ ਹਰੀ ਅਕਾਲ ਪੁਰਖ ਵਾਹਿਗੁਰੂ ਜੀਓ, ਆਪ ਜੀ ਦੇ ਦਰਸ਼ਨਾਂ ਨੂੰ ਪ੍ਰਾਪਤ ਕਰਨ ਵਾਸਤੇ ਦੇਵਤਿਆਂ ਨੇ ਵੀ ਬੜੇ ਸਾਧਨ ਕੀਤੇ, ਤੀਰਥ ਪ੍ਰਗਟ ਕਰ ਦਿੱਤੇ, ਤੀਰਥਾਂ ਤੇ ਬੰਦਗੀਆਂ ਕੀਤੀਆਂ, ਤਪੱਸਿਆ ਕੀਤੀਆਂ। ਦੇਵਤਿਆ ਦਰਸ਼ਨ ਕੈ ਤਾਈ, ਜੰਗਲਾਂ ਵਿੱਚ ਜਾ ਕਰਕੇ ਵਾਸਾ ਕੀਤਾ, ਦੁੱਖ ਸਰੀਰ ਦੇ ਝੱਲੇ, ਭੁੱਖਾਂ ਜਰੀਆਂ ਕੇ ਸਾਨੂੰ ਦਰਸ਼ਨ ਹੋ ਜਾਵੇ, ਇਸ ਪ੍ਰਕਾਰ ਤਪੱਸਿਆ ਕਰਦੇ ਰਹੇ। ਦੁਖ ਭੂਖ ਤੀਰਥ ਕੀਏ, ਜੋਗੀ ਜਤੀ ਜੁਗਤ ਮਹਿ ਰਹਤੇ, ਬਹੁਤ ਸਾਰੇ ਜੋਗੀਆਂ ਨੇ ਹਠ ਯੋਗ ਕੀਤਾ, ਯੋਗ ਸਾਧਨਾ ਕੀਤੀ। ਇਸੇ ਪ੍ਰਕਾਰ ਜਤੀ ਗੰਗਾ ਪੁੱਤਰ ਭੀਸ਼ਮ ਵਰਗੇ, ਜਤੀ ਦੱਤਾਤਰੇय ਵਰਗੇ, ਜਤੀ ਭੈਰਵ ਵਰਗੇ, ਜਤੀ ਲਕਸ਼ਮਣ ਵਰਗੇ, ਜਤੀ ਹਨੂਮਾਨ ਵਰਗੇ ਜਤ ਨੂੰ ਧਾਰਨ ਕਰਕੇ ਰੱਖਿਆ ਕਿ ਆਪ ਜੀ ਦੀ ਪ੍ਰਾਪਤੀ ਹੋਵੇ। ਆਪੋ ਆਪਣੀ ਧਰਮ ਦੀ ਮਰਿਆਦਾ ਵਿੱਚ ਰਹੇ, ਜੁਗਤ ਮਹਿ ਰਹਤੇ। ਤੇ ਕਿੰਨੇ ਐਸੇ ਗੁਰਮੁਖ ਪਿਆਰੇ ਜਿਹੜੇ ਆਪ ਜੀ ਦੇ ਦੀਦਾਰਾਂ ਦੇ ਪਿਆਸੇ ਸਨ ਤੇ ਦੁਨੀਆ ਦੇ ਰਸਾਂ ਕਸਾਂ ਨੂੰ ਛੱਡ ਕੇ ਭਗਵੇ ਭੇਖ ਧਾਰਨ ਕਰ ਲਏ, ਦੁਨੀਆ ਤੋਂ ਵਿਰਕਤ ਹੋ ਗਏ। ਕਰ ਕਰ ਭਗਵੇ ਭੇਖ ਭਏ, ਤਉ ਕਾਰਨ ਸਾਹਿਬਾ ਰੰਗ ਰਤੇ। ਸਾਹਿਬ ਜੀ ਆਪ ਜੀ ਦੇ ਦਰਸ਼ਨਾਂ ਦੀ ਪ੍ਰਾਪਤੀ ਵਾਸਤੇ ਆਪ ਜੀ ਦੇ ਰੰਗ ਵਿੱਚ ਰੰਗੇ ਗਏ। ਤੇ ਗੁਰਮੁਖ ਬੇਨਤੀਆਂ ਕਰਦੇ ਨੇ, ਜਿਨ੍ਹਾਂ ਆਪ ਜੀ ਦੇ ਦਰਸ਼ਨਾਂ ਨੂੰ ਪ੍ਰਾਪਤ ਕਰਨ ਵਾਸਤੇ ਜੋਗੀ ਜਤੀ ਜੁਗਤ ਵਿੱਚ ਰਹਿੰਦੇ ਨੇ, ਦੇਵਤੇ ਦੁੱਖਾਂ ਤੇ ਭੁੱਖਾਂ ਨੂੰ ਸਹਾਰਦੇ ਨੇ, ਮਹਾਰਾਜ ਉਹ ਆਪ ਜੀ ਦਾ ਦੀਦਾਰ ਪ੍ਰਾਪਤ ਕਰਨ ਵਾਸਤੇ ਸਾਡਾ ਹਿਰਦਾ ਆਪ ਜੀ ਦੇ ਪ੍ਰੇਮ ਰੰਗ ਦੇ ਅੰਦਰ ਰੰਗਿਆ ਗਿਆ ਹੈ। ਤਾਂ ਉਹ ਕਾਰਨ ਸਾਹਿਬਾ ਰੰਗ ਰਤੇ, ਪ੍ਰੇਮ ਰੰਗ ਦੇ ਵਿੱਚ ਸੱਚੇ ਸਾਹਿਬ ਜੀ ਰਤੇ ਗਏ ਹਾਂ। ਆਪ ਜੀ ਦੇ ਬੇਅੰਤ ਨਾਮ ਨੇ, ਨਾਮਾਂ ਦਾ ਵੀ ਅੰਤ ਨਹੀਂ। ਆਪ ਜੀ ਦੇ ਬੇਅੰਤ ਰੂਪ ਨੇ, ਰੂਪਾਂ ਦਾ ਵੀ ਅੰਤ ਨਹੀਂ। ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ, ਆਪਣੀ ਅਪਾਰ ਸ਼ਕਤੀ ਦੁਆਰਾ ਅਸੰਖਾ ਹੀ ਰੂਪ ਖਿਨ ਮਾਤਰ ਸਮੇਂ ਦੇ ਅੰਦਰ ਪ੍ਰਗਟ ਕਰ ਲੈਂਦੇ ਹੋ। ਕਹਿਣ ਨਾ ਜਾਈ ਤੇਰੇ ਗੁਣ ਕੇਤੇ, ਕਿਤਨੇ ਆਪ ਜੀ ਦੇ ਅੰਦਰ ਗੁਣ ਨੇ, ਉਹਨਾਂ ਗੁਣਾਂ ਦਾ ਵੀ ਅਥਾਹ ਨਹੀਂ ਆਉਂਦਾ ਏ, ਔਰ ਵਾਰ ਪਾਰ ਅੰਤ ਨਹੀਂ ਆਉਂਦਾ ਏ। ਇਸੇ ਪ੍ਰਕਾਰ ਹਜ਼ੂਰ ਦੇ ਪਾਵਨ ਬਚਨ ਨੇ ਨਾ ਕਿ ਸੱਚੇ ਪਾਤਸ਼ਾਹ ਆਪ ਜੀ ਦੇ ਦਰਸ਼ਨਾਂ ਵਾਸਤੇ ਦਿਨ ਰਾਤ ਪਿਆਸੇ ਤੇ ਆਏ, ਇੱਛਾਵਾਨ ਹੋਏ ਫਿਰਦੇ ਹਾਂ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਾਉ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਸੱਚੇ ਪਾਤਸ਼ਾਹ ਆਪ ਜੀ ਦੇ ਦੀਦਾਰਾਂ ਤੋਂ ਬਿਨਾਂ ਰਹਿਆ ਨਹੀਂ ਜਾਂਦਾ, ਕਿਰਪਾਲਤਾ ਕਰਕੇ ਆਪਣਾ ਦਰਸ਼ਨ ਬਖਸ਼ੋ। ਇਸ ਪ੍ਰਕਾਰ ਦਰਮਾਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾਰ। ਸਾਡੇ ਹਿਰਦੇ ਦੇ ਜੋ ਆਸਾ ਅੰਦੇਸਾ ਦੋਏ ਪੱਟ ਜੜੇ, ਵੱਡੇ ਭਾਰੀ ਭਿਆਨਕ ਤਖਤੇ ਨੇ ਨਾ,
ਮਹਾਰਾਜ ਇਹਨਾਂ ਭਰਮ ਰੂਪੀ ਪਰਦਿਆਂ ਨੂੰ ਖੋਲ ਕਰਕੇ, ਤਖਤਿਆਂ ਨੂੰ ਖੋਲ ਕਰਕੇ ਸਾਨੂੰ ਦਰਸ਼ਨ ਬਖਸ਼ਿਸ਼ ਕਰਨਾ ਕਰੋ ਜੀ। ਗਰੀਬ ਨਿਵਾਜ ਸਾਹਿਬ ਜੀ ਫਰਮਾਨ ਕਰਨਾ ਕਰਦੇ ਨੇ, ਜਿਹੜੇ ਨਾਮ ਦੇ ਰਸੀਏ ਨੇ, ਇਸ ਪ੍ਰਕਾਰ ਬੇਨਤੀ ਕਰਦੇ ਨੇ, ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਦੇ ਸਦਕਾ ਮਨੁੱਖਾ ਦੇਹੀ ਦੀ ਪ੍ਰਾਪਤੀ ਤਾਂ ਹੋਈ ਹੈ, ਪਰ ਸਾਹਿਬ ਕਿਰਪਾ ਕਰਕੇ ਆਪਣਾ ਦੀਦਾਰ ਬਖਸ਼ੋ ਜਿਸ ਦੇ ਨਾਲ ਸਾਡੀ ਇਹ ਦੇਹੀ ਸਫਲੀ ਹੋ ਜਾਵੇ। ਇਹ ਅਤਿਅੰਤ ਨਿਰਮਲ ਤੇ ਪਵਿੱਤਰ ਭਾਵਨਾ ਏ, ਅਤਿਅੰਤ ਸੂਖਸ਼ਮਤਾਈ ਏ ਇਸ ਭਾਵਨਾ ਦੇ ਅੰਦਰ। ਤੇ ਕਈ ਲੱਖਾਂ ਦੇ ਵਿੱਚੋਂ ਕੋਈ ਇੱਕ ਜਗਿਆਸੂ ਹੁੰਦਾ ਹੈ ਜਿਸ ਦੇ ਹਿਰਦੇ ਦੇ ਅੰਦਰ ਐਸੀ ਤਾਂਘ ਉਪਜਦੀ ਏ ਕਿ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰਕੇ ਆਪਣਾ ਪ੍ਰਤੱਖ ਦੀਦਾਰ ਬਖਸ਼ੋ, ਸਰਗੁਣ ਸਰੂਪ ਵਿੱਚ ਦੀਦਾਰ ਬਖਸ਼ੋ। ਸਰਗੁਣ ਸਰੂਪ ਦੇ ਅੰਦਰ ਦੀਦਾਰ ਕਰਨਾ ਬੜੀ ਵੱਡੀ ਗੱਲ ਹੈ, ਅਤਿਅੰਤ ਵੱਡੀ ਗੱਲ ਹੈ, ਕੋਈ ਛੋਟੀ ਜੀ ਖੇਡ ਨਹੀਂ। ਉਸ ਵੇਲੇ ਹੈਰਾਨੀ ਹੁੰਦੀ ਹੈ ਜਿਸ ਵੇਲੇ ਪੰਥ ਪ੍ਰਸਿੱਧ ਕਥਾਵਾਚਕ ਤੇ ਗੁਣੀ ਗਿਆਨੀ ਵੀ ਇਹ ਗੱਲ ਕਹਿ ਦਿੰਦੇ ਨੇ ਕਿ ਪ੍ਰਮਾਤਮਾ ਜੀ ਨੂੰ ਅੱਖਾਂ ਦੇ ਨਾਲ ਦੇਖਣਾ ਅੱਖਾਂ ਦਾ ਵਿਸ਼ਾ ਹੀ ਨਹੀਂ, ਭਾਵੇਂ ਕਿ ਇੰਦਰੀਆਂ ਦਾ ਵਿਸ਼ਾ ਨਹੀਂ, ਅੱਖਾਂ ਦਾ ਵਿਸ਼ਾ ਨਹੀਂ, ਪਰ ਬਖਸ਼ਿਸ਼ ਦਾ ਵਿਸ਼ਾ ਹੈ। ਜਦੋਂ ਬਖਸ਼ਿਸ਼ ਹੋ ਜਾਂਦੀ ਹੈ ਤੇ ਫਿਰ ਪ੍ਰਤੱਖ ਦੀਦਾਰ ਹੁੰਦੇ ਨੇ। ਪਰ ਆਮ ਕਰਕੇ ਧਰਮਾਂ ਦੇ ਜਿਹੜੇ ਆਗੂ ਨੇ, ਗਿਆਨੀ ਲੋਕ ਨੇ, ਕਹਿੰਦੇ ਨਹੀਂ ਜੀ ਉਸ ਦਾ ਪ੍ਰਤੱਖ ਦੀਦਾਰ ਨਹੀਂ ਹੋ ਸਕਦਾ, ਉਸ ਨੂੰ ਅਨੁਭਵ ਹੀ ਕੀਤਾ ਜਾ ਸਕਦਾ, ਦੇਖਿਆ ਨਹੀਂ ਜਾ ਸਕਦਾ। ਤੇ ਬੇਨਤੀ ਕਰਾਂ, ਇਹ ਦੋਵੇਂ ਅਵਸਥਾਵਾਂ ਵੱਖ-ਵੱਖ ਨੇ। ਇੱਕ ਅਵਸਥਾ ਹੈ ਕੇਵਲ ਤਾਂ ਕੇਵਲ ਅਨੁਭਵ ਕੀਤਾ ਜਾ ਸਕਦਾ, ਅਨੁਭਵ ਪ੍ਰਕਾਸ਼ ਹੈ, ਉੱਥੇ ਅਨੁਭਵ ਕੀਤਾ ਜਾਂਦਾ ਹੈ। ਪਰ ਬੰਦਗੀ ਕਰਦਿਆਂ ਕਰਦਿਆਂ ਇੱਕ ਅਵਸਥਾ ਐਸੀ ਵੀ ਆਉਂਦੀ ਹੈ ਜਿੱਥੇ ਪ੍ਰਤੱਖ ਦੇਖਿਆ ਜਾਂਦਾ, ਪ੍ਰਤੱਖ ਦੀਦਾਰ ਹੁੰਦੇ ਨੇ। ਮਿਲੇ ਪ੍ਰਤੱਖ ਗੁਸਾਈਆ ਧੰਨਾ ਵਡ ਭਾਗਾ। ਭਗਤ ਧੰਨਾ ਜੀ ਨੂੰ ਪ੍ਰਤੱਖ ਮਿਲੇ ਨਾ, ਗੁਰਬਾਣੀ ਦਾ ਗਿਆਨ, ਸਤਿਗੁਰੂ ਜੀ ਦੇ ਪਾਵਨ ਬਚਨਾਂ ਦੀ ਗਵਾਹੀ ਕੋਲ ਹੋਈਏ ਤੇ ਕਹੀਏ ਨਹੀਂ ਜੀ ਉਹ ਪ੍ਰਤੱਖ ਮਿਲਦਾ ਹੀ ਨਹੀਂ, ਫਿਰ ਸਾਡੀ ਅਗਿਆਨਤਾ ਹੋਵੇਗੀ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਤੇ ਭਗਤ ਨਾਮਦੇਵ ਸਾਹਿਬ ਜੀ ਨੂੰ ਪਰਮਾਤਮਾ ਜੀ ਨੇ 72 ਵਾਰ ਪ੍ਰਤੱਖ ਦਰਸ਼ਨ ਦਿੱਤੇ। ਨਾਮਦੇਵ ਹਰ ਜੀਓ ਬਸ ਹੈ ਸੰਗ, ਤੇ ਹਜ਼ੂਰ ਫਰਮਾਉਂਦੇ ਨੇ 72 ਵਾਰ ਹੀ ਨਹੀਂ ਬਲਕਿ ਅੰਗ ਸੰਗ ਹੀ ਰਹਿੰਦੇ ਸਨ। 72 ਵਾਰ ਤੇ ਇਤਿਹਾਸ ਵਿੱਚ ਜ਼ਿਕਰ ਆਇਆ ਨਾ, 72 ਵਾਰ ਦੇ ਦਰਸ਼ਨਾਂ ਦੀਆਂ ਤੇ ਸਾਖੀਆਂ ਪ੍ਰਚਲਿਤ ਨੇ ਨਾ, ਪਰ ਜਿਹੜੀਆਂ ਸਾਖੀਆਂ ਨਹੀਂ ਪ੍ਰਚਲਿਤ ਉਹ ਤੇ ਹਰ ਵੇਲੇ ਅੰਗ ਸੰਗ ਰਹਿੰਦੇ ਸਨ। ਇਸ ਪ੍ਰਕਾਰ ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਦੀਦਾਰਿਆਂ ਦੇ ਪਿਆਰੇ ਨੇ ਨਾ, ਉਹਨਾਂ ਨੂੰ ਦਰਸ਼ਨ ਹੀ ਪਿਆਰਾ ਹੁੰਦਾ ਹੈ। ਤੇ ਦਰਸ਼ਨਾਂ ਦੀ ਚਾਹਤ ਰੱਖ ਕੇ ਬੇਨਤੀਆਂ ਕਰਦੇ ਨੇ, ਸੱਚੇ ਪਾਤਸ਼ਾਹ ਮਨੁੱਖਾ ਦੇ ਉਦੋਂ ਤੱਕ ਸਫਲੀ ਨਹੀਂ ਜਦੋਂ ਤੱਕ ਆਪ ਜੀ ਦਾ ਦੀਦਾਰ ਨਹੀਂ ਪ੍ਰਾਪਤ ਕਰ ਲੈਂਦੇ। ਤੇ ਪ੍ਰਤੱਖ ਦੇ ਦਿਦਾਰਿਆਂ ਦੀ ਭਾਵਨਾ ਪ੍ਰਾਪਤ ਹੋ ਜਾਣੀ, ਇਹੋ ਹੀ ਵਾਹਿਗੁਰੂ ਜੀ ਦੇ ਪਿਆਰ ਦੀ ਬੜੀ ਵੱਡੀ ਦਾਤ ਹੈ, ਬੜਾ ਵੱਡਾ ਪ੍ਰਸਾਦ, ਬੜੀ ਵੱਡੀ ਕਿਰਪਾ ਹੈ ਕਿ ਦੀਦਾਰਿਆਂ ਦੀ ਹਿਰਦੇ ਦੇ ਅੰਦਰ ਚਾਹਤ ਪੈਦਾ ਹੋ ਜਾਣੀ। ਬਾਬਾ ਫਰੀਦ ਸਾਹਿਬ ਜੀ ਦੇ ਹਿਰਦੇ ਦੇ ਅੰਦਰ ਇਹਨਾਂ ਦੀਦਾਰਿਆਂ ਦੀ ਚਾਹਤ ਹੈ ਨਾ। ਕਾਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ। ਬਜ਼ੁਰਗ ਅਵਸਥਾ ਹੈ, ਸਰੀਰ ਦੇ ਉੱਪਰ ਤਲੀਆਂ ਖੁੰਡ ਹੈ ਕਾਗ, ਤਲੀਆਂ ਨੂੰ ਆ ਕਰਕੇ ਠੁੰਗੇ ਮਾਰਦਾ ਹੈ, ਮਾਸ ਨੂੰ ਖਾਂਦਾ ਹੈ। ਤੇ ਬਚਨ ਕੀ ਕਰਨਾ ਕਰਦੇ ਨੇ, ਕਾਵਾਂ ਭਾਵੇਂ ਕਿ ਮੇਰੇ ਸਾਰੇ ਸਰੀਰ ਤੋਂ ਢੰਡੋਲ ਢੰਡੋਲ ਕੇ ਚੂੰਡ ਚੂੰਡ ਕੇ ਮਾਸ ਖਾ ਲੈ, ਪਰ ਮੇਰੇ ਨੇਤਰਾਂ ਨੂੰ ਨਾ ਛੇੜੀ। ਨੇਤਰਾਂ ਤੇ ਵੇਖੀ ਕਿਤੇ ਠੁੰਗਾ ਕਿਤੇ ਚੁੰਝ ਨਾ ਮਾਰਦੀ, ਕਿਉਂਕਿ ਇਹਨਾਂ ਨੇਤਰਾਂ ਦੇ ਨਾਲ ਅਜੇ ਮੈਂ ਆਪਣੇ ਖੁਦਾ ਦੇ, ਅੱਲਾਹ ਤਾਲਾ ਦੇ, ਪਰਵਦਗਾਰ ਦੇ, ਪਰਮ ਪਿਤਾ ਪਰਮੇਸ਼ਰ ਵਾਹਿਗੁਰੂ ਜੀ ਦੇ ਦੀਦਾਰ ਕਰਨੇ ਨੇ। ਅਜੇ ਦਰਸ਼ਨਾਂ ਦੀ ਚਾਹਤ ਬਾਕੀ ਹੈ। ਇਹ ਦੋਏ ਨੈਣਾ ਮਤ ਛੁਹਾਓ ਫਿਰ ਦੇਖਣ ਕੀ ਆਸ। ਅਜੇ ਫਿਰ ਪਰਮਾਤਮਾ ਨੂੰ ਦੇਖਣ ਦੀ ਆਸ ਹਿਰਦੇ ਦੇ ਅੰਦਰ ਹੈ। ਇਹ ਬੜੀ ਵੱਡੀ ਦਾਤ ਹੈ ਤੇ ਬਹੁਤ ਅਤਿਅੰਤ ਭਾਗਾਂ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ ਕਿ ਪ੍ਰਤੱਖ ਦੀਦਾਰਿਆਂ ਵਾਸਤੇ ਸਦਾ ਬੇਨਤੀਆਂ ਕਰਨੀਆਂ। ਹਜ਼ੂਰ ਫਰਮਾਵਣਾ ਕਰਦੇ ਨੇ, ਸਦਾ ਪਿਆਰ ਦੇ ਸਹਿਤ ਮਿੰਨਤਾਂ ਕਰਦੇ ਨੇ, ਸੱਚੇ ਪਾਤਸ਼ਾਹ ਜਿੱਥੇ ਕਿਰਪਾਲਤਾ ਕਰਕੇ ਦੇਹੀ ਬਖਸ਼ੀ ਹੈ, ਹੁਣ ਆਪਣਾ ਪਾਵਨ ਦੀਦਾਰ ਬਖਸ਼ ਕਰਕੇ ਦੇਹੀ ਦੀ ਸਫਲਤਾ ਵੀ ਬਖਸ਼ ਦੇਵੋ ਜੀ। ਸੋਈ ਹੋਵਾ ਜੋ ਤਿਸ ਭਾਣਾ। ਮਹਾਰਾਜ ਜੋ ਆਪ ਜੀ ਦਾ ਭਾਣਾ ਹੈ ਉਹੀ ਉਹ ਸੰਸਾਰ ਦੇ ਅੰਦਰ ਅੱਜ ਤੱਕ ਵਰਤਿਆ ਹੈ। ਸੋਈ ਹੋਵਾ, ਸਾਨੂੰ ਵੀ ਉਹੀ ਪ੍ਰਾਪਤ ਹੋਇਆ ਜੋ ਤਿਸ ਭਾਣਾ, ਜੋ ਤਿਸ ਦਾ ਵਾਹਿਗੁਰੂ ਜੀ ਆਪ ਜੀ ਦਾ ਭਾਣਾ ਹੈ, ਤਿਸ ਪਤੀ ਪਰਮੇਸ਼ਰ ਜੀ ਨੂੰ ਭਾਣਾ ਪਾਉਂਦਾ ਹੈ। ਸੋਈ ਹੋਵਾ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਉਹੋ ਹੀ ਆਪ ਜੀ ਦੇ ਦਰਸ਼ਨਾਂ ਦੀ ਪ੍ਰਾਪਤੀ ਵਾਲਾ ਹੋਇਆ ਹੈ ਜੋ ਤਿਸ ਭਾਣਾ, ਜੋ ਤਿਸ ਪ੍ਰਮਾਤਮਾ ਜੀ ਨੂੰ ਭਾ ਗਿਆ ਹੈ। ਵਾਹਿਗੁਰੂ ਜੀ ਜਿਹੜਾ ਆਪ ਜੀ ਦੇ ਹਿਰਦੇ ਨੂੰ ਭਾ ਗਿਆ ਹੈ, ਆਪ ਜੀ ਦੇ ਹਿਰਦੇ ਨੂੰ ਭਾਣਾ ਪਿਆਰਾ ਲੱਗਾ ਹੈ, ਚੰਗਾ ਲੱਗਾ ਹੈ,
ਉਹੀ ਆਪ ਜੀ ਦੀ ਪ੍ਰਾਪਤੀ ਵਾਲਾ ਹੋਇਆ ਹੈ ਜੀ। ਅਵਰ ਨ ਕਿਨਹੀ ਕੀਤਾ। ਅਥਵਾ ਜਿਤਨਾ ਜਗਤਰ ਸੰਸਾਰ ਨਜ਼ਰ ਆਉਂਦਾ ਹੈ, ਜਿਵੇਂ ਜਿਵੇਂ ਆਪ ਜੀ ਨੂੰ ਭਾਉਂਦਾ ਹੈ ਤਿਵੇਂ ਤਿਵੇਂ ਆਪ ਜੀ ਨੇ ਪੈਦਾ ਕੀਤਾ ਹੈ। ਆਪ ਜੀ ਤੋਂ ਬਿਨਾਂ ਕਿਸੇ ਹੋਰ ਨੇ ਤਾਂ ਇੱਕ ਰੰਚਕ ਮਾਤਰ ਵੀ ਨਹੀਂ ਰਚਿਆ ਹੈ। ਹਜ਼ੂਰ ਫਰਮਾਉਂਦੇ ਨੇ ਨਾ ਕਿ ਪ੍ਰਮਾਤਮਾ ਜੀ ਨੇ 5 ਤੱਤ ਰਚ ਕਰਕੇ ਸਾਰੀ ਸ੍ਰਿਸ਼ਟੀ ਸਾਜ ਦਿੱਤੀ ਹੈ। ਤੇ ਜਿਹੜਾ ਕੋਈ ਕਹਿੰਦਾ ਮੈਂ ਬੜਾ ਸਿਆਣਾ, ਮੈਂ ਬੜਾ ਸਮਰੱਥਾਵਾਨ, ਮੈਂ ਬੜਾ ਤਕੜਾ ਹਾਂ, ਬਲ ਵਾਲਾ, ਬੁੱਧੀ ਵਾਲਾ ਹੈ, ਜੇ ਕੋਈ ਦੁਨੀਆ ਦੇ ਵਿੱਚ ਐਸਾ ਵੱਡਾ ਭਾਰੀ ਬਲ ਵਾਲਾ ਹੈ ਤਾਂ ਕੋਈ 6ਵਾਂ ਤੱਤ ਸਾਜ ਕੇ ਦਿਖਾ ਦਿਓ। ਸਾਧ ਸੰਗਤ ਜੀ, ਪੂਰੀ ਕਾਇਨਾਤ ਸ੍ਰਿਸ਼ਟੀ 5 ਤੱਤਾਂ 'ਚ ਹੀ ਪਰਵਿਰਤ ਹੈ। 5 ਤੱਤਾਂ ਦੇ ਦੁਆਰਾ ਹੀ ਬਣੀ ਤੇ ਚੱਲਦੀ ਏ। ਅੱਜ ਤੱਕ ਕੋਈ ਵੀ ਦੁਨੀਆ ਦਾ ਸਾਇੰਟਿਸਟ, ਇਤਿਹਾਦਿਕ ਵਿਗਿਆਨੀ 6ਵਾਂ ਤੱਤ ਨਹੀਂ ਪੈਦਾ ਕਰ ਸਕਿਆ। ਮਹਾਰਾਜ ਆਪ ਜੀ ਨੇ ਹੀ 5 ਤੱਤ ਪੈਦਾ ਕਰਕੇ ਜਿਵੇਂ ਆਪ ਜੀ ਨੂੰ ਜੋ ਤਿਸ ਭਾਣਾ, ਤਿਸ ਪ੍ਰਭੂ ਪਰਮਾਤਮਾ ਜੀ ਨੂੰ ਜਿਵੇਂ ਭਾਇਆ ਹੈ, ਵਾਹਿਗੁਰੂ ਜੀ ਜਿਵੇਂ ਆਪ ਜੀ ਨੂੰ ਭਾਇਆ ਹੈ ਉਵੇਂ ਸੰਸਾਰ ਨੂੰ ਰਚ ਦੇਣਾ ਕੀਤਾ ਹੈ। ਆਪ ਜੀ ਤੋਂ ਬਿਨਾਂ ਸੰਸਾਰ ਦਾ ਰਚੇਤਾ ਹੋਰ ਕੋਈ ਨਹੀਂ ਹੈ। ਇਸੇ ਹੀ ਪ੍ਰਕਾਰ ਸੋਈ ਹੋਵਾ ਜੋ ਤਿਸ ਭਾਣਾ। ਮਹਾਰਾਜ ਜੋ ਜੋ ਆਪ ਜੀ ਨੂੰ ਭਾਉਂਦਾ ਹੈ ਉਹੀ ਹੁੰਦਾ ਹੈ। ਜਿਹੜਾ ਜਿਹੜਾ ਆਪ ਜੀ ਦੇ ਮਨ ਨੂੰ ਭਾਉਂਦਾ ਉਹੀ ਆਪ ਜੀ ਦੀ ਪ੍ਰਾਪਤੀ ਵਾਲਾ ਹੁੰਦਾ ਹੈ। ਆਪ ਜੀ ਦੀ ਬਖਸ਼ਿਸ਼ ਤੋਂ ਬਿਨਾਂ ਕਿਸੇ ਨੇ ਵੀ ਆਪ ਜੀ ਨੂੰ ਪ੍ਰਾਪਤ ਨਹੀਂ ਕੀਤਾ ਹੈ। ਆਪ ਜੀ ਨੂੰ ਪ੍ਰਾਪਤ ਉਹੀ ਕਰ ਸਕਿਆ ਹੈ ਜਿਨ੍ਹਾਂ ਦੇ ਉੱਤੇ ਆਪ ਜੀ ਨੇ ਨਦਰ ਕਰ ਦੇਣਾ ਕੀਤੀ ਹੈ, ਮਿਹਰ ਬਖਸ਼ਿਸ਼ ਕਰ ਦੇਣਾ ਕੀਤੀ ਹੈ ਜੀ। ਅਵਰ ਨ ਕਿਨਹੀ ਕੀਤਾ। ਕਿਸੇ ਹੋਰ ਨੇ ਆਪ ਜੀ ਦੀ ਨਦਰ ਤੋਂ ਬਿਨਾਂ ਆਪ ਜੀ ਨੂੰ ਪ੍ਰਾਪਤ ਨਹੀਂ ਕੀਤਾ ਏ। ਇਸੇ ਪ੍ਰਕਾਰ ਕਿਨਹੀ, ਕਿਸੇ ਹੋਰ ਸਾਧਨ ਦੇ ਨਾਲ, ਜਪ ਦੇ ਨਾਲ, ਤਪ ਦੇ ਨਾਲ, ਜਲ ਧਾਰਿਆਂ ਦੇ ਨਾਲ, ਧੋਤੀ ਨੇਤੀ ਨਿਉਲੀ ਕਰਮ ਕਰਨੇ ਦੇ ਨਾਲ, ਧੂਣੇ ਤਖਾਉਣੇ ਦੇ ਨਾਲ, ਘਰ-ਬਾਰ ਤਿਆਗਣੇ ਦੇ ਨਾਲ, ਬਾਨਪ੍ਰਸਤੀ ਸੰਨਿਆਸੀ ਹੋਣੇ ਦੇ ਨਾਲ, ਯਤਨ ਕਰਕੇ ਬਿੰਦ ਰੱਖ ਲੈਣ ਦੇ ਨਾਲ, ਜਤੀ ਹੋ ਜਾਣ ਦੇ ਨਾਲ ਕਿਸੇ ਨੇ ਆਪ ਜੀ ਨੂੰ ਪ੍ਰਾਪਤ ਨਹੀਂ ਕੀਤਾ ਹੈ। ਜਿਹੜਾ ਆਪ ਜੀ ਨੂੰ ਭਾਗਿਆ ਪਿਆਰਾ ਲੱਗਾ ਉਹੀ ਉਹ ਆਪ ਜੀ ਦੀ ਪ੍ਰਾਪਤੀ ਵਾਲਾ ਹੋਇਆ ਹੈ ਜੀ। ਉਸੇ ਨੇ ਆਪ ਜੀ ਨੂੰ ਪ੍ਰਾਪਤ ਕੀਤਾ ਹੈ, ਕਿਸੇ ਦੂਜੇ ਨੇ ਨਹੀਂ ਕੀਤਾ। ਤੁਮਰੈ ਭਾਣੈ ਭਰਮ ਮੋਹਿ ਮੋਹਿਆ। ਤੇ ਜਗਿਆਸੂ ਨੇ ਸਵਾਲ ਕਰਨਾ ਕੀਤਾ, ਹੈ ਸੱਚੇ ਪਾਤਸ਼ਾਹ ਮਹਾਰਾਜ ਜੀਓ, ਫਿਰ ਸਾਰੇ ਵਾਹਿਗੁਰੂ ਜੀ ਨੂੰ ਪ੍ਰਾਪਤ ਕਿਉਂ ਨਹੀਂ ਕਰ ਲੈਂਦੇ, ਸਾਰੇ ਕਿਉਂ ਨਹੀਂ ਭਾ ਜਾਂਦੇ? ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਭਾਈ ਤੁਮਰੈ ਤਿਸ ਪ੍ਰਮਾਤਮਾ ਜੀ ਦੇ ਭਾਣੇ ਦੇ ਅੰਦਰ ਹੀ ਮਾਇਆ ਵਰਤਦੀ ਹੈ। ਤੇ ਮਾਇਆ ਨੇ ਜੀਵਾਂ ਨੂੰ ਭਰਮਾ ਕਰਕੇ ਜੀਵਾਂ ਦੇ ਮਨ ਨੂੰ ਮੋਹ ਲਿਆ ਹੋਇਆ ਹੈ। ਜਿਹੜੇ ਮਾਇਆ ਵਿਹੜੇ ਇਨਸਾਨ ਨੇ, ਮਾਇਆ ਦੇ ਮੋਹੇ ਹੋਏ ਇਨਸਾਨ ਨੇ, ਉਹ ਪ੍ਰਮਾਤਮਾ ਜੀ ਤੱਕ ਨਹੀਂ ਪਹੁੰਚਦੇ ਹਨ। ਹਜ਼ੂਰ ਕਾਰਨ ਕੀ ਹੈ, ਕਿਉਂ ਨਹੀਂ ਪਹੁੰਚਦੇ? ਤੇ ਹਜ਼ੂਰ ਫਰਮਾਉਂਦੇ ਹਨ ਜੀ, ਜਾਗਤ ਨਾਹੀ ਸੂਤਾ। ਕਿਉਂਕਿ ਉਹਨਾਂ ਦਾ ਜਿਹੜਾ ਮਨ ਹੈ ਸਾਧ ਸੰਗਤ ਕਰਨ ਵਾਲੇ ਪਾਸੇ ਨਹੀਂ ਜਾਗਿਆ ਹੈ, ਸਿਮਰਨ ਭਜਨ ਬੰਦਗੀ ਕਰਨ ਵਾਲੇ ਪਾਸੇ ਨਹੀਂ ਜਾਗਿਆ ਹੈ। ਜਾਗਤ ਨਾਹੀ, ਨਹੀਂ ਜਾਗਦਾ ਹੈ ਸੂਤਾ। ਮਾਇਆ ਅਵਿਦਿਆ ਦੀ, ਅਗਿਆਨਤਾ ਦੀ ਨੀਂਦ ਦੇ ਵਿੱਚ ਹੀ ਸਦਾ ਸੁੱਤਾ ਰਹਿੰਦਾ ਹੈ। ਤੇ ਬਾ ਕਮਾਲ ਗੱਲ ਇਹ ਹੈ ਕਿ ਉਹਨਾਂ ਨੂੰ ਇਹ ਭਰਮ ਹੁੰਦਾ ਅਸੀਂ ਜਾਗਦੇ ਹਾਂ। ਜਾਗਣਾ ਤੇ ਸੌਣਾ ਵੀ ਬਹੁਤ ਪ੍ਰਕਾਰ ਦਾ ਸਾਧ ਸੰਗਤ ਜੀ। ਜਿਵੇਂ ਪ੍ਰਤੱਖ ਸਰੀਰ ਦਾ ਸੌਣਾ ਹੁੰਦਾ ਹੈ, ਇਸੇ ਪ੍ਰਕਾਰ ਕਈ ਵਾਰ ਮਨੁੱਖ ਜਾਗਦਾ ਹੁੰਦਾ ਤੇ ਬੈਠੇ ਬੈਠੇ ਦਾ ਸਰੀਰ ਸੌ ਜਾਂਦਾ, ਲੱਤ ਸੌ ਜਾਂਦੀ, ਬਾਂਹ ਸੌ ਜਾਂਦੀ, ਸੁੰਨ ਹੋ ਜਾਂਦਾ। ਤੇ ਇਸੇ ਪ੍ਰਕਾਰ ਜਾਗਤ, ਸੁਪਨ, ਸੁਖੋਪਤ 3 ਅਵਸਥਾਵਾਂ ਨੇ। ਇੱਕ ਸੁਪਨ ਅਵਸਥਾ ਦੇ ਵਿੱਚ ਸੌਂਦਾ ਤੇ ਹੈ ਪਰ ਸੁਪਨਾ ਦੇਖ ਰਿਹਾ, ਅਜੇ ਪੂਰਾ ਸੁੱਤਾ ਨਹੀਂ। ਇੱਕ ਸੁਖੋਪਤ ਅਵਸਥਾ ਹੈ ਜਦੋਂ ਸੌਂਦਾ ਹੀ ਨਹੀਂ, ਸੌਂਦਾ ਹੈ ਤੇ ਪਤਾ ਹੀ ਨਹੀਂ ਮੈਂ ਕੌਣ ਹਾਂ ਤੇ ਕਿੱਥੇ ਪਿਆ ਹਾਂ। ਤੇ ਇੱਕ ਨੀਂਦ ਐਸੀ ਹੈ, ਸਰੀਰ ਕਰਕੇ ਚਾਹੇ ਜਾਗਦਾ ਹੈ, ਮਨ ਕਰਕੇ ਪ੍ਰਭੂ ਜੀ ਦੀ ਬੰਦਗੀ ਵੱਲੋਂ ਸੁੱਤਾ ਪਿਆ ਹੈ, ਪ੍ਰਭੂ ਜੀ ਦੀ ਬੰਦਗੀ ਵੱਲ ਜਾਗਦਾ ਹੀ ਨਹੀਂ ਹੈ। ਸਤ ਸੰਗਤ ਦੇ ਨਾਲ ਪ੍ਰੇਮ ਨਹੀਂ ਕਰਦਾ ਹੈ। ਹਜ਼ੂਰ ਫਰਮਾਉਂਦੇ ਨੇ, ਇਸ ਪ੍ਰਕਾਰ ਗਿਆਨ ਜਾਗਰਤ ਅਵਸਥਾ ਦੇ ਵਿੱਚ ਨਹੀਂ ਜਾਗਦਾ, ਵਾਹਿਗੁਰੂ ਜੀ ਦੇ ਪਿਆਰ ਵਿੱਚ ਨਹੀਂ ਜਾਗਦਾ, ਵਾਹਿਗੁਰੂ ਜੀ ਦੇ ਕੀਰਤਨ ਵਿੱਚ ਨਹੀਂ ਜਾਗਦਾ। ਜਿਸ ਨੂੰ ਸਤਿਗੁਰੂ ਜੀ ਫਰਮਾਉਂਦੇ ਨੇ ਨਾ, ਜਾਗਨਾ ਜਾਗਨ ਨੀਕਾ ਹਰ ਕੀਰਤਨ ਮਹਿ ਜਾਗਨਾ। ਪ੍ਰਮਾਤਮਾ ਜੀ ਦੇ ਕੀਰਤਨ ਵਿੱਚ, ਕੀਰਤਨ ਸਰਵਣ ਕਰਨਾ ਤੇ ਗਾਇਨ ਕਰਨ ਵਿੱਚ ਨਹੀਂ ਜਾਗਦਾ ਹੈ। ਪ੍ਰਮਾਤਮਾ ਜੀ ਦੀ ਕੀਰਤ, ਜਸ, ਬੰਦਗੀ, ਵਡਿਆਈ ਕਰਨ ਦੇ ਵਿੱਚ ਨਹੀਂ ਜਾਗਦਾ ਹੈ। ਇਸ ਪ੍ਰਕਾਰ ਮਾਇਆ ਦੀ ਅਵਿਦਿਆ, ਅਗਿਆਨਤਾ ਦੀ ਨੀਂਦ ਦੇ ਅੰਦਰ ਹੀ ਸੁੱਤਾ ਹੈ। ਇਸੇ ਹੀ ਪ੍ਰਕਾਰ ਤੁਮਰੈ ਭਾਣੈ ਭਰਮ ਮੋਹਿਆ। ਤੁਮਰਾ ਹੈ ਪ੍ਰਮਾਤਮਾ ਜੀ ਤੁਹਾਡੇ ਭਾਣੇ ਹੁਕਮ ਦੇ ਅੰਦਰ ਹੀ
ਮਾਇਆ ਨੇ ਜੀਵਾਂ ਨੂੰ ਭਰਮਾ ਕਰਕੇ ਮਨਾਂ ਨੂੰ ਮੋਹ ਲਿਆ ਹੋਇਆ ਹੈ। ਜਾਗਤ ਨਾਹੀ ਸੂਤਾ ਪਰ ਜਿਨ੍ਹਾਂ ਦੇ ਉੱਪਰ ਆਪ ਜੀ ਦੀ ਨਜ਼ਰ ਹੋ ਗਈ ਉਹ ਜਾਗਤ ਗਿਆਨ ਜਾਗਰਤ ਅਵਸਥਾ ਵਿੱਚ ਜਾਗਦੇ ਨੇ। ਨਾ ਹੀ ਸੂਤਾ ਉਹ ਮਨਮੁਖਤਾਈ ਦੀ ਅਗਿਆਨਤਾ ਦੀ ਅਵਿਦਿਆ ਦੀ ਗਾਫਲਤਾਈ ਦੀ ਅੰਧਤਾਈ ਦੀ ਅੰਧਕਾਰ ਦੀ ਨੀਂਦ ਦੇ ਵਿੱਚ ਨਹੀਂ ਸੌਂਦੇ ਹਨ ਜੀ। ਬਿਨੋ ਸੁਨਹੁ ਤੁਮ ਪ੍ਰਾਨ ਪਤ ਪਿਆਰੇ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਐਸੇ ਪਿਆਰ ਵਾਲੇ ਜਦੋਂ ਬੰਦਗੀ ਕਰਦੇ ਨੇ ਤਿੰਨਾਂ ਦੇ ਹਿਰਦੇ ਦੀ ਹਾਲਤ ਅਵਸਥਾ ਕੈਸੀ ਹੁੰਦੀ ਏ। ਤੇ ਸਾਹਿਬ ਜੀ ਫਰਮਾਨ ਕਰਨਾ ਕਰਦੇ ਨੇ, ਉਹ ਸਦਾ ਹੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ 'ਚ ਅਰਜ਼ੋਈਆਂ ਕਰਦੇ ਰਹਿੰਦੇ ਨੇ, ਬੇਨਤੀਆਂ ਕਰਦੇ ਰਹਿੰਦੇ ਨੇ। ਬੇਨਤੀਆਂ ਪ੍ਰਮਾਤਮਾ ਜੀ ਦੇ ਨਾਲ ਮਿਲਾਉਣ ਵਾਸਤੇ ਸਭ ਤੋਂ ਵੱਡਾ ਤੇ ਸੌਖਾ ਸਾਧਨ ਹੈ। ਇਸ ਤੋਂ ਵੱਡਾ ਤੇ ਸੌਖਾ ਸਾਧਨ ਕੋਈ ਨਹੀਂ। ਮਨ ਡੋਲਦਾ ਹੋਵੇ ਤੇ ਐਸਾ ਕੋਈ ਸੰਗਲ, ਕੋਈ ਜੰਜੀਰ, ਕੋਈ ਰੱਸਾ ਨਹੀਂ ਬਣਿਆ ਜਿਸ ਦੇ ਨਾਲ ਮਨ ਨੂੰ ਬੰਨ੍ਹ ਕੇ ਰੱਖ ਲਈਏ। ਪਰ ਅਰਦਾਸ ਰੂਪੀ ਬੇੜੀ ਐਸੀ ਏ, ਮਨ ਦੇ ਪੈਰਾਂ ਵਿੱਚ ਪੈ ਜਾਂਦੀ ਏ ਤੇ ਮਨ ਅੱਗੇ ਨਹੀਂ ਤੁਰ ਸਕਦਾ। ਜਦੋਂ ਮਨ ਭਟਕਦਾ ਹੈ, ਆਕਾਸ਼ਾਂ ਪਤਾਲਾਂ ਦੇ ਵਿੱਚ ਚੜ੍ਹਦਾ ਜਾਂ ਪਤਾਲਾਂ ਵਿੱਚ ਡੁੱਬਦਾ, ਗਰਕਦਾ, ਵਿਸ਼ੇ ਵਿਕਾਰਾਂ ਵਿੱਚ ਗਲਤਾਨ ਹੁੰਦਾ ਹੈ, ਉਸੇ ਵੇਲੇ ਅਰਦਾਸ ਸ਼ੁਰੂ ਕਰ ਦਿਓ, ਕਲਗੀਧਰ ਸੱਚੇ ਪਾਤਸ਼ਾਹ ਬਖਸ਼ ਲਓ, ਬਖਸ਼ ਲਓ। ਮਨ ਨੀਵੇਂ ਪਾਸੇ ਜਾ ਰਿਹਾ ਹੈ, ਮਹਾਰਾਜ ਕਿਰਪਾ ਕਰਕੇ ਆਪਣੀ ਸ਼ਰਨ ਦਾ ਆਸਰਾ, ਚਰਨਾਂ ਦਾ ਆਸਰਾ, ਨਾਮ ਦਾ ਆਸਰਾ ਦੇ ਕਰਕੇ ਰੋਕ ਲਵੋ। ਜਦੋਂ ਇਸ ਪ੍ਰਕਾਰ ਬੇਨਤੀਆਂ ਕਰੀਏ ਨਾ ਤੇ ਮਨ ਉਸੇ ਵੇਲੇ ਸਤਿਗੁਰੂ ਜੀ ਨੂੰ ਯਾਦ ਕਰਨੇ ਕਰਕੇ ਵਿਸ਼ੇ ਵਿਕਾਰਾਂ ਵੱਲੋਂ ਮੁੜ ਪੈਂਦਾ ਹੈ, ਸਤਿਗੁਰੂ ਜੀ ਦੀ ਯਾਦ ਵਿੱਚ ਜੁੜਦਾ ਹੈ। ਤੇ ਹਜ਼ੂਰ ਫਰਮਾਉਂਦੇ ਨੇ, ਉਹ ਆਤਮ ਰਸੀਏ, ਨਾਮ ਦੇ ਰਸੀ ਹੋ ਕਰਕੇ ਵੀ ਸਦਾ ਬੇਨਤੀਆਂ ਕਰਦੇ ਰਹਿੰਦੇ ਨੇ। ਥਰ ਹਰ ਕੰਪੈ ਬਾਲਾ ਜੀਓ। ਮਹਾਰਾਜ ਸਾਡਾ ਬਾਲਾ ਅਗਿਆਤ ਇਸਤਰੀ ਦਾ ਜਿਹੜਾ ਹਿਰਦਾ ਥਰ ਥਰ ਕੰਬਦਾ ਪਿਆ ਹੈ, ਨਾ ਜਾਣਨਾ ਕਿਆ ਕਰਸੀ ਪੀਓ। ਮਹਾਰਾਜ ਜਦੋਂ ਆਪ ਜੀ ਦੇ ਦਰ ਤੇ ਹਾਜ਼ਰ ਹੋਵਾਂਗੇ, ਪਤਾ ਨਹੀਂ ਆਪ ਜੀ ਸਾਡੇ ਨਾਲ ਕੈਸਾ ਸਲੂਕ ਕਰੋਗੇ। ਅਸੀਂ ਪਾਪੀ ਅਗਿਆਨੀ ਜੀ ਹੋਏ, ਗੁਣਾਂ ਦੇ ਸਹਿਤ ਹੋ ਕਰਕੇ ਵੀ ਹੰਕਾਰ ਨਹੀਂ ਕਰਦੇ, ਸਦਾ ਬੇਨਤੀਆਂ ਹੀ ਕਰਦੇ ਰਹਿੰਦੇ ਨੇ। ਸੋ ਗਰੀਬ ਨਿਵਾਜ, ਫਿਰ ਸਾਡੇ ਵਾਸਤੇ ਕਿਹੜਾ ਸ੍ਰੇਸ਼ਟ ਕਰਮ ਕਰਨਾ ਯੋਗ ਹੈ। ਅਸੀਂ ਵੀ ਬੰਧਨਾਂ ਤੋਂ ਛੁੱਟ ਜਾਈਏ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਸਿੱਖੋ ਅਰਦਾਸਾਂ ਕਰੋ, ਅਰਦਾਸਾਂ ਸਦਾ ਹੀ ਬੇਨਤੀਆਂ ਕਰਦੇ ਰਹੋ, ਅਰਜ਼ਾਂ ਗੁਜ਼ਾਰਦੇ ਹੀ ਰਹੋ, ਤਰਲੇ ਲੈਂਦੇ ਹੀ ਰਹੋ। ਤੇ ਸੱਚੇ ਸਾਹਿਬ ਜੀ ਦੇ ਦਰ ਤੇ ਰਾਤ ਦਿਵਸ ਕਹਿ ਕੂਕ ਨੇ, ਕਬ ਹੋ ਕਹਿ ਸੁਨੈ ਪੁਕਾਰ। ਰਾਤ ਦਿਨ ਬੇਨਤੀਆਂ ਕਰਦੇ ਹੀ ਰਹੋ, ਕਦੇ ਤਾਂ ਸੁਣੀ ਜਾਏਗੀ ਨਾ। ਬਾਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ। ਬਾਬੀਹਾ ਪ੍ਰਿਓ ਪ੍ਰਿਓ ਕਰਦਾ ਹੈ, ਰਾਤ ਦਿਨ ਪਾਣੀ ਪਾਣੀ ਕੂਕਦਾ ਹੈ। ਤੇ ਵਾਹਿਗੁਰੂ ਜੀ ਦੇ ਦਰ ਤੇ ਜਦੋਂ ਪੁਕਾਰ ਸੁਣੀ ਜਾਂਦੀ ਹੈ ਤੇ ਫਿਰ ਮੇਘੈ ਨੋ ਫੁਰਮਾਨ ਹੋਵਾ, ਵਰਸੋ ਕਿਰਪਾ ਧਾਰ। ਬੱਦਲ ਨੂੰ ਹੁਕਮ ਹੁੰਦਾ ਹੈ, ਜਾ ਜਾ ਕਰਕੇ ਬਬੀਹੇ ਦੀ ਸਵਾਂਤੀ ਬੂੰਦ ਬਖਸ਼ ਕਰਕੇ ਪਿਆਸ ਬੁਝਾ ਦੇਣੀ ਕਰ। ਤੇ ਇਸੇ ਪ੍ਰਕਾਰ ਬਾਬੀਹਾ ਅੰਮ੍ਰਿਤ ਵੇਲੇ ਬੋਲਿਆ, ਜੀਵ ਰੂਪ ਜਗਿਆਸੂ ਰੂਪ ਸਿੱਖ ਰੂਪੀ ਬਾਬੀਹਾ ਅੰਮ੍ਰਿਤ ਵੇਲੇ ਤੋਂ ਹੀ ਉੱਠ ਕੇ ਜਦੋਂ ਕੂਕਣਾ ਸ਼ੁਰੂ ਕਰ ਦਿੰਦਾ ਹੈ, ਪੁਕਾਰ ਸ਼ੁਰੂ ਕਰ ਦਿੰਦਾ, ਪਰਮਾਤਮਾ ਜੀ ਬਖਸ਼ ਲਓ, ਪਰਮਾਤਮਾ ਜੀ ਦੀ ਦਾਰ ਬਖਸ਼ੋ, ਪਰਮਾਤਮਾ ਜੀ ਆਪਣੇ ਮੇਲ ਦੇ ਨਾਲ ਮੇਲ ਲਵੋ, ਵਾਹਿਗੁਰੂ ਜੀ ਸਤ ਸੰਗਤ ਦੇ ਨਾਲ ਮੇਲ ਦੇਵੋ। ਤੇ ਜਦੋਂ ਜੀਵ ਰੂਪ ਬਾਬੀਹੇ ਦੀਆਂ ਮਨੁੱਖਾ ਜਨਮ ਰੂਪੀ ਅੰਮ੍ਰਿਤ ਵੇਲੇ ਵਿੱਚ ਕੀਤੀਆਂ ਹੋਈਆਂ ਅਰਦਾਸਾਂ ਵਾਹਿਗੁਰੂ ਜੀ ਦੇ ਦਰ ਤੇ ਕਬੂਲ ਪੈਂਦੀਆਂ ਨੇ ਨਾ, ਤੇ ਫਿਰ ਵਾਹਿਗੁਰੂ ਜੀ ਵੱਲੋਂ ਮੇਘੈ ਨੋ ਫੁਰਮਾਨ ਹੋਵਾ। ਸਤਿਗੁਰੂ ਸਰੂਪ ਮੇਘ ਨੂੰ, ਬੱਦਲ ਨੂੰ ਫੁਰਮਾਨ ਹੋਇਆ, ਵਰਸੋ ਕਿਰਪਾ ਧਾਰ, ਜਾ ਕਰਕੇ ਜਗਿਆਸੂਆਂ ਨੂੰ ਨਾਮ ਰੂਪੀ ਸਵੰਤੀ ਬੂੰਦ ਬਖਸ਼ਿਸ਼ ਕਰਨਾ ਕਰੋ। ਸੁਣੀ ਪੁਕਾਰ ਦਾ ਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਜਦੋਂ ਪਪੀਹਿਆਂ ਦੀ, ਜਦੋਂ ਜੀਵਾਂ ਦੀ ਪੁਕਾਰ ਸੁਣੀ ਗਈ ਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ ਨਿਰਗੁਣ ਤੋਂ ਸਰਗੁਣ ਸਰੂਪ ਬਣਾ ਕਰਕੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਜਗਤ ਗੁਰੂ ਬਣਾ ਕਰਕੇ ਸੰਸਾਰ ਦੇ ਅੰਦਰ ਭੇਜ ਦਿੱਤਾ। ਜਾਓ ਜਾ ਕਰਕੇ ਪਿਆਸਾ ਦੂਰ ਕਰੋ, ਨਾਮ ਰੂਪੀ ਜਲ ਦੇ ਕਰਕੇ ਸਭਨਾਂ ਨੂੰ ਤ੍ਰਿਪਤ ਕਰਨਾ ਕਰੋ। ਤੇ ਸੱਚੇ ਪਾਤਸ਼ਾਹ ਜੀ ਬੇਨਤੀਆਂ ਕਰਨੇ ਦੀ ਜਾਚ ਸਿਖਾਉਂਦੇ ਨੇ, ਸਿੱਖੋ ਐਵੇਂ ਸਦਾ ਅਰਜ਼ਾਂ ਗੁਜ਼ਾਰਦੇ ਰਹੋ, ਬਿਨੋ ਸੁਨਹੁ ਤੁਮ ਪ੍ਰਾਨ ਪਤ ਪਿਆਰੇ। ਹੇ ਪਰਮ ਪਿਆਰੇ ਪਰਮਾਤਮਾ ਵਾਹਿਗੁਰੂ ਜੀ, ਸਾਡੇ ਪ੍ਰਾਣਾਂ ਦੇ ਪਤੀ ਤੇ ਜਿੰਦ ਜਾਣ ਤੋਂ ਪਿਆਰੇ ਵਾਹਿਗੁਰੂ ਜੀ, ਸਾਡੀਆਂ ਬੇਨਤੀਆਂ ਨੂੰ ਕਿਰਪਾਲਤਾ ਕਰਕੇ ਸ਼ਰਵਣ ਕਰੋ, ਦੇ ਕੰਨ ਸੁਨਹੁ ਅਰਦਾਸ ਜੀਓ। ਮਹਾਰਾਜ ਸਾਡੇ ਵੱਲ ਵੀ ਥੋੜੀ ਦਇਆ ਦ੍ਰਿਸ਼ਟੀ ਕਰਕੇ, ਸਾਡੇ ਵੱਲ ਵੀ ਧਿਆਨ ਦੇ ਕਰਕੇ ਸਾਡੀ ਅਰਦਾਸ ਸ਼ਰਵਣ ਕਰੋ ਜੀ। ਕਿਰਪਾ ਨਿਧ ਦਇਆਲਾ। ਸਾਹਿਬ ਸਤਿਗੁਰੂ ਜੀ, ਆਪ ਜੀ ਕਿਰਪਾ ਦੀ ਨਿਧੀ ਹੋ, ਕਿਰਪਾ ਦਾ ਨਿਧਾਨ ਖਜ਼ਾਨਾ ਹੋ, ਕਿਰਪਾ ਦੇ ਸਾਗਰ ਹੋ, ਸਰਬਤ ਜੀਵਾਂ ਦੇ ਉੱਪਰ ਦਇਆਲਾ, ਦਇਆ ਦੇ ਆਲਾ ਘਰ ਹੋ।
ਸਭਨਾ ਦੇ ਉੱਪਰ ਦਇਆਲਤਾ ਕਰਨ ਵਾਲੇ, ਤਰਸ ਮਿਹਰ ਕਰਨ ਵਾਲੇ ਹੋ ਜੀ। ਰਾਖ ਲਿਹੋ ਪਿਤਾ ਪ੍ਰਭ ਮੇਰੇ, ਹੇ ਮੇਰੇ ਪ੍ਰਭੂ ਪਰਮਾਤਮਾ ਪਿਤਾ ਜੀ, ਕਿਰਪਾਲਤਾ ਕਰਕੇ ਸਾਨੂੰ ਮਾਇਆ ਦੇ ਬੰਧਨਾਂ ਦੇ ਵਿੱਚੋਂ ਰੱਖ ਲੈਣਾ ਕਰੋ। ਕਿਰਪਾ ਕਰਕੇ ਜੰਮਣ ਮਰਨ ਦੇ ਦੁੱਖ ਚੋਂ ਰੱਖ ਲੈਣਾ ਕਰੋ। ਕਿਰਪਾ ਕਰਕੇ ਵਿਕਾਰਾਂ ਦੇ ਸਾਗਰ ਸੰਸਾਰ ਚੋਂ ਸਾਨੂੰ ਰੱਖ ਲੈਣਾ ਕਰੋ। ਮੇਰੇ ਪਰਮ ਪਿਤਾ ਪਰਮਾਤਮਾ ਜੀਓ। ਅਨਾਥ ਹੈ ਕਰ ਪ੍ਰਤਿਪਾਲਾ, ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਸਾਡੇ ਨਾਥ ਹੋ। ਆਪ ਜੀ ਦੇ ਆਸਰੇ ਤੋਂ ਬਿਨਾਂ ਅਸੀਂ ਅਨਾਥ ਹਾਂ। ਤੇ ਗਰੀਬ ਨਿਵਾਜ, ਆਪ ਜੀ ਸਦਾ ਅਨਾਥਾਂ ਦੀ ਪ੍ਰਤਪਾਲਣਾ ਕਰਦੇ ਹੋ। ਪੈਂਦੇ ਖਾਨ ਅਨਾਥ ਸੀ ਨਾ, ਤੇ ਨਗਰ ਦੇ ਲੋਕਾਂ ਦੇ ਨਾਲ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿਖੇ ਪੁੱਜ ਗਿਆ ਤੇ ਸਤਿਗੁਰੂ ਜੀ ਨੇ ਪੁੱਤਰਾਂ ਵਾਂਗੂ ਪਾਲਿਆ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਆਪ ਅਨਾਥਾਂ ਦੇ ਨਾਥ ਹੋ। ਕਿਰਪਾਲਤਾ ਕਰਕੇ ਸਾਨੂੰ ਵੀ ਆਸਰਾ ਦੇਣਾ ਕਰੋ ਸਾਡੇ ਨਾਥ ਸਾਹਿਬ ਜੀ। ਸਾਡੀ ਵੀ ਵਿਸ਼ੇਸ਼ ਕਰਕੇ ਆਪ ਜੀ ਪ੍ਰਤਪਾਲਣਾ ਕਰਨਾ ਕਰੋ। ਪ੍ਰਤ ਜੀਵ ਪ੍ਰਤੀ ਹਰ ਇੱਕ ਜੀਵ ਦੀ ਆਪ ਜੀ ਪ੍ਰਤਪਾਲਣਾ ਕਰਦੇ ਹੋ। ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਡੀ ਵੀ ਪ੍ਰੇਤ ਰੂਪੀ ਸੁਰਤ ਦੀ, ਪਿਆਰ ਰੂਪੀ ਸੁਰਤ ਦੀ ਆਪ ਜੀ ਪ੍ਰਤਪਾਲਣਾ ਕਰਨਾ ਕਰੋ ਜੀ। ਜਿਸ ਨੂੰ ਤੁਮਹਿ ਦਿਖਾਇਓ ਦਰਸ਼ਨ, ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਅਸੀਂ ਆਪ ਜੀ ਦਾ ਦਰਸ਼ਨ ਕਰ ਲਈਏ, ਦੀਦਾਰ ਕਰ ਲਈਏ, ਆਪ ਜੀ ਤੱਕ ਪੁੱਜ ਜਾਈਏ, ਇਤਨਾ ਬਲ ਸਾਡੇ ਵਿੱਚ ਨਹੀਂ। ਪਰ ਜਿਸ ਦੇ ਆਪ ਜੀ ਕਿਰਪਾਲਤਾ ਕਰਦੇ ਹੋ, ਮਿਹਰ ਕਰਦੇ ਹੋ, ਜਿਸ ਨੂੰ ਦਰਸ਼ਨ ਬਖਸ਼ਣਾ ਹੁੰਦਾ ਹੈ ਆਪ ਜੀ ਨੇ। ਸਾਧ ਸੰਗਤ ਕੈ ਪਾਛੈ, ਮਹਾਰਾਜ ਕਿਰਪਾਲਤਾ ਕਰਕੇ ਉਸ ਨੂੰ ਸਾਧ ਸੰਗਤ ਕੈ ਪਾਛੈ, ਸਾਧ ਸੰਗਤ ਦੇ ਪਿੱਛੇ ਪਾ ਦਿੰਦੇ ਹੋ, ਪਿੱਛੇ ਲਾ ਦਿੰਦੇ ਹੋ। ਭਾਵ ਤਿੰਨਾਂ ਨੂੰ ਸਾਧ ਸੰਗਤ ਸਤ ਸੰਗਤ ਬਖਸ਼ ਦਿੰਦੇ ਹੋ। ਤੇ ਜਿਹੜੇ ਸਤ ਸੰਗਤ ਦੇ ਵਿੱਚ ਆ ਕਰਕੇ ਬੈਠ ਕਰਕੇ ਆਪ ਜੀ ਦਾ ਜਸ ਕਥਨ ਕਰਦੇ ਨੇ, ਸਰਵਣ ਕਰਦੇ ਨੇ, ਹਿਰਦੇ ਦੇ ਪਿਆਰ ਦੇ ਸਦਕਾ ਆਪ ਜੀ ਦਾ ਜਸ ਮੁਖ ਚੋਂ ਗਾਇਨ ਕਰਦੇ ਨੇ, ਜਪਣਾ ਕਰਦੇ ਨੇ, ਸਤਨਾਮ ਸ੍ਰੀ ਵਾਹਿਗੁਰੂ। ਸੱਚੇ ਪਾਤਸ਼ਾਹ ਜੀ, ਸਾਧ ਸੰਗਤ ਦੁਆਰਾ ਆਪ ਜੀ ਤਿੰਨਾਂ ਨੂੰ ਆਪਣਾ ਪਾਵਨ ਦੀਦਾਰ ਬਖਸ਼ ਦਿੰਦੇ ਹੋ। ਜਿਨ ਕਿਨੈ ਪਾਇਆ ਸਾਧ ਸੰਗਤੀ, ਆਪ ਜੀ ਦਾ ਪਾਵਨ ਦਰਸ਼ਨ, ਪਾਵਨ ਦੀਦਾਰ ਜਿਸ ਕਿਸੇ ਨੇ ਪਾਇਆ ਸਾਧ ਸੰਗਤ ਦੁਆਰਾ ਪਾਇਆ ਹੈ। ਸਾਧ ਸੰਗਤ ਤੋਂ ਬਿਨਾਂ ਆਪ ਜੀ ਕਿਸੇ ਦੇ ਹੱਥ ਨਹੀਂ ਆਉਂਦੇ ਹੋ, ਹੱਥੇ ਨਹੀਂ ਚੜਦੇ ਹੋ, ਦੀਦਾਰ ਨਹੀਂ ਬਖਸ਼ਦੇ ਹੋ। ਮਹਾਰਾਜ ਜਿਸ ਨੂੰ ਦਰਸ਼ਨ ਬਖਸ਼ਣਾ ਹੁੰਦਾ, ਸਾਧ ਸੰਗਤ ਦਾ ਮਿਲਾਪ ਕਰਦੇ ਹੋ ਤੇ ਸਾਧ ਸੰਗਤ ਵਿੱਚ ਮਿਲਾ ਕਰਕੇ ਹੀ ਆਪਣੇ ਸਰੂਪ ਰੂਪ ਦੇ ਨਾਲ ਮੇਲਦੇ ਹੋ ਜੀ। ਕਰ ਕਿਰਪਾ ਧੂਰ ਦੇਹੁ ਸੰਤਨ ਕੀ, ਹੇ ਸੱਚੇ ਪਾਤਸ਼ਾਹ, ਕਿਰਪਾਲਤਾ ਕਰਕੇ ਸਾਨੂੰ ਆਪਣੇ ਨਾਮ ਰਸੀਏ। ਬ੍ਰਹਮ ਨੇਸ਼ਟੀ, ਬ੍ਰਹਮ ਸਰੋਤਰੀ ਜਿਹੜੇ ਆਪ ਜੀ ਦੇ ਸੰਤ ਨੇ ਨਾ, ਤਿੰਨਾਂ ਦੇ ਚਰਨਾਂ ਦੀ ਚਰਨ ਧੂੜ ਬਖਸ਼ਿਸ਼ ਕਰਨਾ ਕਰੋ ਜੀ। ਸੁਖ ਨਾਨਕ ਇਹੋ ਬਾਛੈ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਸਿੱਖੋ ਐਸੇ ਜਿਹੜੇ ਨਾਮ ਦੇ ਰਸੀਏ ਸੰਤ ਜਨ ਨੇ, ਅਸੀਂ ਤਿੰਨਾਂ ਦੇ ਚਰਨ ਧੂੜ ਦੀ ਦਾਤ ਵਾਹਿਗੁਰੂ ਜੀ ਦੇ ਦਰ ਤੋਂ ਮੰਗਦੇ ਹਾਂ। ਨਾਨਕ ਦਾਸ ਇਹ ਸੁਖ ਮੰਗੈ, ਮੋਕਉ ਕਰ ਸੰਤਨ ਕੀ ਧੂਰੇ। ਧੂਰੀ ਮੱਜਨ ਸਾਧਖੇ ਸਾਈਂ ਥੀਏ ਕਿਰਪਾਲ, ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਐ। ਉਹਨਾਂ ਦੇ ਪੈਰਾਂ ਦੀ ਤਲੀਆਂ ਦੀ ਜਿਹੜੀ ਖਾਕ ਚਰਨ ਧੂੜ ਹੈ ਨਾ, ਇਹੋ ਸਾਡੇ ਵਾਸਤੇ ਵੱਡਾ ਭਾਰੀ ਦਾਨ ਹੈ। ਤੇ ਸਾਨੂੰ ਇਹ ਦਾਨ ਚਰਨ ਧੂੜ ਦਾ ਮਿਲ ਜਾਵੇ ਤੇ ਲੈ ਕਰਕੇ ਮੁੱਖ ਮਸਤਕ ਤੇ ਲਾਉਣਾ ਕਰੀਏ। ਇਸੇ ਹੀ ਪ੍ਰਕਾਰ ਕਰ ਕਿਰਪਾ ਧੂਰ ਦੇਹੁ ਸੰਤਨ ਕੀ, ਸਿੱਖੋ ਸਦਾ ਗੁਰ ਪਰਮੇਸ਼ਰ ਜੀ ਦੇ ਦਰ ਤੇ ਐਵੇਂ ਅਰਦਾਸਾਂ ਬੇਨਤੀਆਂ ਕਰਦੇ ਰਹੋ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਸਾਨੂੰ ਆਪਣੇ ਸੰਤ ਜਨਾਂ ਦੀ ਚਰਨ ਧੂੜ ਬਖਸ਼ਦੇ ਰਹੋ। ਤੇ ਸਾਧ ਸੰਗਤ ਜੀ, ਇੱਥੇ ਪਾਠ ਸੰਤਨ ਹੈ ਤੇ ਨੰਨਾ ਮੁਕਤਾ ਹੈ, ਜਿਹੜਾ ਬਹੁਤੇ ਸੰਤਾਂ ਦਾ ਵਾਚਕ ਹੈ, ਬਹੁ ਗਿਣਤੀ ਦਾ ਵਾਚਕ। ਬਹੁਤੇ ਸੰਤਾਂ ਤੋਂ ਭਾਵ ਸਤਿਗੁਰੂ ਜੀ ਦੇ ਗੁਰਮੁਖ ਪਿਆਰੇ ਗੁਰਸਿੱਖ ਨੇ। ਜਿਵੇਂ ਸਤਿਗੁਰੂ ਜੀ ਦੇ ਬਚਨ ਨੇ ਨਾ, ਜੋ ਦੀਸੈ ਗੁਰ ਸਿਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ। ਜਿਹੜਾ ਨਾਮ ਦਾ ਰਸੀਆ ਗੁਰਸਿੱਖ ਮਿਲੇ, ਝੁਕ ਝੁਕ ਕੇ ਤਿਸ ਦੇ ਚਰਨ ਪਰਸਣਾ ਕਰੀਏ। ਇਸੇ ਪ੍ਰਕਾਰ ਹਜ਼ੂਰ ਦੇ ਪਾਵਨ ਬਚਨ ਨੇ ਕਿ ਸੱਚੇ ਪਾਤਸ਼ਾਹ ਆਪ ਜੀ ਦੇ ਪਿਆਰਿਆਂ ਦੀ ਚਰਨ ਧੂੜੀ ਮਿਲ ਜਾਵੇ ਤੇ ਉਹ ਜੀਵ ਨਰਕਾਂ ਵਿੱਚ ਪੈਂਦਾ ਹੀ ਨਹੀਂ, ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ, ਸਹਿਜੇ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ। ਗਰੀਬ ਨਿਵਾਜ ਕਿਰਪਾਲਤਾ ਕਰਕੇ ਸਾਨੂੰ ਆਪਣੇ ਐਸੇ ਨਾਮ ਰਸੀਏ ਜਿਹੜੇ ਆਪ ਜੀ ਦੇ ਗੁਰਸਿੱਖ ਨੇ, ਸੰਤਨ ਸੰਤ ਨੇ, ਸਾਧ ਜਨ ਨੇ। ਗਰੀਬ ਨਿਵਾਜ ਤਿੰਨਾਂ ਦੀ ਪਾਵਨ ਚਰਨ ਧੂੜੀ ਬਖਸ਼ਣਾ ਕਰੋ। ਸੁਖ ਨਾਨਕ ਇਹੋ ਬਾਛੈ, ਹੇ ਗਰੀਬ ਨਿਵਾਜ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ, ਆਪ ਜੀ ਦੇ ਦਰ ਘਰ ਤੋਂ ਅਸੀਂ ਇਹੋ ਸੁਖ ਰੂਪੀ ਦਾਤ ਬਾਛਾ ਚਾਹੁੰਦੇ ਹਾਂ।
ਕਿਰਪਾਲਤਾ ਕਰਕੇ ਗੁਰ ਸਿੱਖਾਂ ਕੀ ਹਰ ਧੂੜ ਦੇਹ, ਹਮ ਪਾਪੀ ਭੀਗਤ ਪਾਹੇ। ਆਪਣੇ ਗੁਰਸਿੱਖ ਪਿਆਰਿਆਂ ਦੀ, ਨਾਮ ਦੇ ਰਸੀਆਂ ਦੀ, ਜਿਨ੍ਹਾਂ ਦੀ ਅਵਸਥਾ ਐਸੀ ਹੈ ਗੁਰਮੁਖ ਰੋਮ ਰੋਮ ਹਰ ਧਿਆਵੈ, ਤਿਨਾਂ ਦੀ ਚਰਨ ਧੂੜ ਬਖਸ਼ਿਸ਼ ਕਰਨਾ ਕਰੋ। ਆਪ ਜੀ ਦੇ ਪਾਸੋਂ ਇਹੀ ਉਹੀ ਸੁਖ ਸਰੂਪ ਦਾਤ ਅਸੀਂ ਮੰਗਣਾ ਕਰਦੇ ਹਾਂ, ਕਿਉਂਕਿ ਐਸੇ ਪਿਆਰਿਆਂ ਦੀ ਚਰਨ ਧੂੜੀ ਜਿਹੜੀ ਹੈ ਨਾ, ਉਹ ਕਰੋੜਾਂ ਪਾਪਾਂ ਨੂੰ ਕੱਟ ਦਿੰਦੀ ਹੈ। ਸੰਤ ਪ੍ਰਸਾਦ ਮਿਟੇ ਅਗ ਕੋਟ। ਜੇ ਪੂਰਾ ਸੰਤ ਕਿਰਪਾਲਤਾ ਕਰ ਦੇਵੇ, ਮਿਹਰ ਦੀ ਨਦਰ ਹੀ ਕਰ ਦੇਵੇ, ਕੈਸਾ ਸੰਤ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ। ਜਿਹੜਾ ਸੰਤ, ਜਿਹੜਾ ਮਹਾਤਮਾ ਬ੍ਰਹਮ ਗਿਆਨੀ ਹੈ, ਨਜ਼ਰ ਦੇ ਵਿੱਚੋਂ ਵੀ ਅੰਮ੍ਰਿਤ ਵਰਦਾ ਹੈ, ਅੰਮ੍ਰਿਤ ਝਰਦਾ ਹੈ, ਅੰਮ੍ਰਿਤ ਵਰਖਾ ਹੁੰਦੀ ਹੈ ਨਾਮ ਦੀ। ਕਿਉਂਕਿ ਸਾਧ ਸੰਗਤ ਜੀ ਆਮ ਕਰਕੇ ਦੇਖਿਆ ਜਾਂਦਾ ਹੈ, ਜਿਤਨੇ ਮਹਾਤਮਾ ਜਨ ਹੁੰਦੇ ਨੇ ਨਾ, ਜਦੋਂ ਵਾਹਿਗੁਰੂ ਜੀ ਦਾ ਨਾਮ ਜਪਦੇ ਨੇ ਤੇ ਨੇਤਰ ਬੰਦ ਕਰਕੇ ਧਿਆਨ ਲਾਉਂਦੇ ਨੇ। ਸਤਿਗੁਰੂ ਸਾਹਿਬਾਨਾਂ ਜੀ ਦਾ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਕਿ ਸਰੂਪ ਰੂਪ ਦਾ ਧਿਆਨ ਧਰਦੇ ਨੇ, ਉਸ ਵੇਲੇ ਨੇਤਰ ਬੰਦ ਕਰਕੇ ਬੈਠਦੇ ਨੇ। ਮਾਤਾ ਸਾਹਿਬ ਕੌਰ ਜੀ, ਮਾਤਾ ਅਜੀਤ ਕੌਰ ਜੀ ਦਾ ਜ਼ਿਕਰ ਆਉਂਦਾ ਕਿ ਨੇਤਰ ਬੰਦ ਕਰਕੇ ਕਲਗੀਧਰ ਸਾਹਿਬ ਜੀ ਦੇ ਸਰੂਪ ਦਾ ਧਿਆਨ ਧਰਦੇ ਨੇ। ਨੇਤਰ ਬੰਦ ਕਰਨੇ ਤੋਂ ਭਾਵ ਕੀ ਹੈ, ਤੇ ਨੇਤਰਾਂ ਚੋਂ ਅੰਮ੍ਰਿਤ ਵਰਨੇ ਦਾ ਮੂਲ ਕਾਰਨ ਕੀ ਹੈ? ਕਿਉਂਕਿ ਸਾਧ ਸੰਗਤ ਜੀ, ਸਾਇੰਟਿਸਟ ਤੇ ਡਾਕਟਰ ਇਸ ਗੱਲ ਨੂੰ ਮੰਨਦੇ ਨੇ, ਸਾਡੇ ਸਰੀਰ ਦੀ 70% એનર્ਜੀ ਸਾਡੀਆਂ ਅੱਖਾਂ ਰਾਹੀਂ ਨਿਕਲਦੀ ਹੈ। ਅਸੀਂ ਜਿਤਨੇ ਦੁਨੀਆ ਦੇ ਰੰਗ ਤਮਾਸ਼ੇ, ਕੌਤਕ, ਬਿਲਡਿੰਗਾਂ, ਸ਼ਹਿਰ ਬਾਜ਼ਾਰ, ਮਿੱਤਰ ਰਿਸ਼ਤੇਦਾਰ ਇਤਿਆਦਿਕ ਤੱਕਦੇ ਆ ਨਾ, ਜਿੰਨਾ ਅਸੀਂ ਦੁਨੀਆ ਨੂੰ ਦੇਖਦੇ ਹਾਂ, ਸਾਡੇ ਦੇਖਣ ਦੇ ਨਾਲ ਸਾਡੇ ਸਰੀਰ ਦੀ 70% એનર્ਜੀ, 70% ਤਾਕਤ ਸਾਡੀਆਂ ਅੱਖਾਂ ਰਾਹੀਂ ਨਿਕਲ ਜਾਂਦੀ ਹੈ। ਤੇ ਸਾਧੂ ਮਹਾਤਮਾ ਬੰਦਗੀ ਵਾਲੇ ਤਾਂ ਹੀ ਨੇਤਰ ਬੰਦ ਕਰਦੇ ਨੇ, ਜਿਹੜੀ 70% એનર્ਜੀ ਬਾਹਰ ਨਿਕਲਣੀ ਆ ਉਸ ਨੂੰ ਅੰਦਰ ਹੀ ਵਰਤਦੇ ਨੇ। ਮਨ ਦੀ ਸੁਰਤ ਇਕਾਗਰ ਕਰਨ ਵਾਸਤੇ ਉਸ ਦਾ ਯੋਗ ਇਸਤੇਮਾਲ ਕਰਦੇ ਨੇ। ਦੁਨੀਆ ਦੇ ਰੰਗ ਤਮਾਸ਼ੇ ਦੇਖਣ ਦੇ ਵਿੱਚ ਗਲਤਾਨ ਹੋ ਕਰਕੇ ਉਸ ਨੂੰ ਵਿਅਰਥ ਨਹੀਂ ਕਰਦੇ, ਗਵਾਉਂਦੇ ਨਹੀਂ ਹਨ। ਇਸ ਪ੍ਰਕਾਰ ਉਹ ਸਾਰੀ ਜਿਹੜੀ ਤਾਕਤ ਮਨ ਨੂੰ ਇਕੱਤਰ ਕਰਨ ਦੇ ਵਿੱਚ, ਮਨ ਦੀਆਂ ਸੁਰਤੀਆਂ ਬਿਰਤੀਆਂ ਨੂੰ ਟਿਕਾਉਣ ਦੇ ਵਿੱਚ ਲਾਉਂਦੇ ਨੇ। ਤੇ ਜਦੋਂ ਮਨ ਟਿਕ ਗਿਆ, ਜਿਹੜੀ ਸਾਧਾਰਨ ਤਾਕਤ ਅੱਖਾਂ ਦੇ ਵਿੱਚੋਂ ਨਿਕਲਣੀ ਸੀ ਨਾ, ਨਾਮ ਰਸੀਆਂ ਦੇ ਨੇਤਰਾਂ ਦੇ ਵਿੱਚੋਂ ਉਹ ਜਿਹੜੀ ਨਜ਼ਰ ਹੈ, ਅੰਮ੍ਰਿਤ ਦੇ ਨਾਲ, ਅੰਮ੍ਰਿਤ ਨਾਮ ਦੇ ਨਾਲ ਭਿੱਜ ਕਰਕੇ, ਗੁੜੁੰਦ ਹੋ ਕਰਕੇ, ਤਰ ਹੋ ਕਰਕੇ ਨਿਕਲਦੀ ਹੈ। ਤੇ ਉਹ ਨਾਮ ਦੀ ਭਿੱਜੀ ਫੁਹਾਰ ਨਜ਼ਰ ਜਿਸ ਜੀਵ ਦੇ ਉੱਪਰ ਪੈਂਦੀ ਹੈ, ਉਸ ਦਾ ਜੀਵਨ ਬਦਲ ਜਾਂਦਾ ਹੈ। ਜਿਵੇਂ ਸਾਖੀ ਸਰਵਣ ਕੀਤੀ ਹੈ, ਮਹਾਤਮਾ ਨੇ ਕਿਹਾ, ਧੀਏ ਅੱਜ ਮੇਰੀ ਦਾੜੀ ਚੰਗੀ ਹੈ ਤੇਰੇ ਕੁੱਤੇ ਦੀ ਪੂਛ ਦੇ ਨਾਲੋਂ। ਤੇ ਜਿੱਥੇ ਮਿੱਠੇ ਬਚਨ ਬੋਲੇ ਉੱਥੇ ਨਜ਼ਰ ਵੀ ਤੇ ਪਾਈ ਨਾ, ਦੇਖਿਆ ਤੱਕਿਆ ਵੀ ਨਾ, ਜੀਵਨ ਬਦਲ ਜਾਂਦਾ ਹੈ। ਕਿਉਂਕਿ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਚੋਂ ਅੰਮ੍ਰਿਤ ਵਰਦਾ ਹੈ। ਨਾਮ ਦੀ ਵਰਖਾ ਉਸ ਦੀ ਨਜ਼ਰ ਦੇ ਵਿੱਚੋਂ ਹੀ ਹੁੰਦੀ ਹੈ। ਇਸ ਪ੍ਰਕਾਰ ਜਦੋਂ ਸੰਤ ਜਨ ਕਿਰਪਾ ਦ੍ਰਿਸ਼ਟੀ ਕਰਕੇ ਤੱਕ ਵੀ ਲੈਂਦੇ ਨੇ, ਸੰਤ ਪ੍ਰਸਾਦ ਮਿਟੇ ਅਗ ਕੋਟ। ਕੋਟ ਦਾ ਭਾਵ ਕਿਲਾ ਵੀ ਹੁੰਦਾ ਹੈ। ਕੱਕੇ ਹੋੜਾ ਟੈਂਕੇ ਨੂੰ ਔਂਕੜ ਕੋਟ, ਇੱਕ ਕਿਲਾ। ਕੱਕੇ ਹੋੜਾ ਤੇ ਟੈਂਕਾ ਮੁਕਤਾ ਕੋਟ, ਬਹੁਤੇ ਕਿਲੇ। ਕੱਕੇ ਹੋੜਾ ਟੈਂਕੇ ਸਿਹਾਰੀ ਕੋਟ, ਇਸ ਦਾ ਭਾਵ ਹੈ ਕਰੋੜਾਂ। ਸੰਤ ਪ੍ਰਸਾਦ ਮਿਟੇ ਅਗ ਕੋਟ। ਸੰਤ ਦੀ ਕਿਰਪਾ ਹੋ ਜਾਵੇ ਤੇ ਕਰੋੜਾਂ ਹੀ ਪਾਪ ਮਿਟ ਜਾਂਦੇ ਨੇ, ਕਰੋੜਾਂ ਜਨਮਾਂ ਦੇ ਪਾਪ ਮਿਟ ਜਾਂਦੇ ਨੇ। ਸੰਤ ਪ੍ਰਸਾਦ ਜਨਮ ਮਰਨ ਤੇ ਛੋਟ। ਸੰਤ ਦੀ ਕਿਰਪਾ ਹੋ ਜਾਵੇ ਤੇ ਜੀਵ ਜਿਹੜਾ ਜੰਮਣ ਮਰਨ ਤੋਂ ਛੁੱਟ ਜਾਂਦਾ ਹੈ, ਜੰਮਣ ਮਰਨ ਵਿੱਚ ਨਹੀਂ ਆਉਂਦਾ। 84 ਲੱਖ ਦੇ ਗੇੜੇ ਕੱਟੇ ਜਾਂਦੇ ਨੇ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਸਿੱਖੋ ਸਦਾ ਗੁਰ ਪਰਮੇਸ਼ਰ ਜੀ ਦੇ ਦਰ ਤੇ, ਗੁਰੂ ਨਾਨਕ ਸਾਹਿਬ ਜੀ ਦੇ ਦਰ ਤੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿਖੇ ਅਰਜ਼ੋਈਆਂ ਕਰਦੇ ਰਹੋ। ਕਰ ਕਿਰਪਾ ਧੂਰ ਦੇਹੋ ਸੰਤਨ ਕੀ। ਗਰੀਬ ਨਿਵਾਜ ਸੱਚੇ ਪਾਤਸ਼ਾਹ ਕਿਰਪਾਲਤਾ ਕਰਕੇ ਸਾਨੂੰ ਆਪਣੇ ਸੰਤ ਜਨਾਂ ਦੀ ਚਰਨਾਂ ਦੀ ਧੂੜ ਬਖਸ਼ਿਸ਼ ਕਰਨਾ ਕਰੋ। ਸੁਖ ਨਾਨਕ ਇਹੋ ਬਾਦਸ਼ਾਹ ਸੱਚੇ ਪਾਤਸ਼ਾਹ ਆਪ ਜੀ ਦੇ ਦਰ ਤੋਂ ਇਸੇ ਹੀ ਸੁਖ ਸਰੂਪ ਚਰਨ ਧੂੜੀ ਦੀ ਦਾਤ ਅਸੀਂ ਮੰਗਣਾ ਕਰਦੇ ਹਾਂ ਜੀ। ਇਸ ਪ੍ਰਕਾਰ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਨਾਮ ਦੀ ਮਹਿਮਾ, ਨਾਮੀ ਪਰਮੇਸ਼ਰ ਜੀ ਦੀ ਮਹਿਮਾ, ਨਾਮ ਜਪਣ ਵਾਲਿਆਂ ਦੇ ਹਿਰਦੇ ਦੀ ਅਵਸਥਾ, ਐਸੇ ਨਾਮ ਰਸੀਆਂ ਦੇ ਚਰਨਾਂ ਦੀ ਧੂੜੀ ਦੀ ਜੋ ਬਰਕਤ ਹੈ, ਤਿਸ ਨੂੰ ਪ੍ਰਗਟ ਕਰਕੇ ਸੱਚ ਦਾ ਉਪਦੇਸ਼ ਅੰਮ੍ਰਿਤ ਗੁਰਬਾਣੀ ਦੁਆਰਾ ਬਖਸ਼ਿਸ਼ ਕਰਨਾ ਕੀਤਾ ਹੈ ਜੀ। ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ। ਸਤਿਗੁਰੂ ਜੀ ਦਇਆ ਦੇ ਸਾਗਰ ਨੇ। ਸਤਿਗੁਰੂ ਜੀ ਦੀ ਮਹਿਮਾ ਅਗਾਧ ਬੋਧ ਹੈ, ਇੱਕ ਜ਼ੁਬਾਨ ਦੇ ਨਾਲ ਕਥਨ ਨਹੀਂ ਕੀਤੀ ਜਾ ਸਕਦੀ। ਐਸੇ ਸਤਿਗੁਰੂ ਜੀ ਨੂੰ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਨਮਸਕਾਰ ਹੈ, ਆਤਮਾ ਕਰਕੇ ਵੀ ਨਮਸਕਾਰ ਹੈ। ਜਿਹੜੇ ਸਤਿਗੁਰੂ ਜੀ ਆਦ ਸਮੇਂ ਵਿੱਚ ਵੀ ਬੇਅੰਤ ਸਨ,
ਹੁਣ ਵੀ ਬੇਅੰਤ ਮਹਿਮਾ ਵਾਲੇ ਮਾਲਕ ਤੇ ਆਉਣ ਵਾਲੇ ਸਮੇਂ 'ਚ ਵੀ ਬੇਅੰਤ ਹੀ ਹੋਣਗੇ। ਗਰੀਬ ਨਿਵਾਜ ਸਤਿਗੁਰੂ ਤਖਤਾਂ ਤੇ ਸੁਭਾਏਮਾਨ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਗੁਰਤਾ ਗੱਦੀ ਤੇ ਸ਼ੋਭਨੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਗੁਰੂ ਗੋਦ ਦੇ ਅੰਦਰ ਬਿਰਾਜਮਾਨ ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਬਖਸ਼ਣ ਜੋਗੋ, ਕਿਰਪਾ ਕਰਕੇ ਭੁੱਲਾ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਮਤ ਬਖਸ਼ੋ ਜੀ। ਸਤਿਗੁਰਾਂ ਦੇ ਪਾਵਨ ਪ੍ਰਵਚਨ ਹਿਰਦੇ ਅੰਦਰ ਵਸਾਉਣ ਦਾ ਯਤਨ ਕਰਨਾ, ਜਿਸ ਦੇ ਨਾਲ ਸਾਡਾ ਪੜਿਆ ਸੁਣਿਆ ਗਾਇਨ ਕੀਤਾ ਕਥਨ ਕੀਤਾ ਸਫਲਾ ਹੋਏ, ਥਾਂ ਪੈ ਜਾਵੇ। ਹਜ਼ੂਰ ਦੇ ਪਾਵਨ ਉਪਦੇਸ਼ ਦੀਆਂ ਅਖੀਰਲੀਆਂ 2 ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ। ਜਿਸ ਨੂੰ ਤੁਮਹਿ ਦਿਖਾਇਓ ਦਰਸ਼ਨ, ਸਾਧ ਸੰਗਤ ਕਹਿ ਪਾਛੈ, ਕਰ ਕਿਰਪਾ ਧੂਰ ਦੇਹੋ ਸੰਤਨ ਕੀ, ਸੁਖ ਨਾਨਕ ਇਹੋ ਬਾਛੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अगनास, हे पूरन हे सर्ब मैं दुख पंजन गुणतास, हे संगी हे निरंकार हे निर्गुण सब